ਜੀ ਅਸਲਾਮ ਅਲੈਕੁਮ। ਤੁਹਾਡੇ ਸਭ ਦੇ ਆਉਣ ਦਾ ਬਹੁਤ ਸ਼ੁਕਰੀਆ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਜ਼ੁਬੈਰ ਅਹਿਮਦ ਸਾਹਿਬ ਦੀ ਕਿਤਾਬ ਦੇ ਅੰਗਰੇਜ਼ੀ ਤਰਜਮੇ ਦੀ ਮੁੱਖ ਵਕਾਲੀ ਦੇ ਤੌਰ 'ਤੇ आप पंजाबी एक्सपेक्ट नहीं कर रहे थे, तो ये जेस्चर देना आप बंद करो जो आप स्माइल जी जी ओके ओके सो ਜ਼ੁਬੈਰ ਸਾਹਿਬ ਜਿਹੜੇ ਨੇ ਉਹ ਕਿਸੇ ਤਾਰਫ ਦੇ ਮੁਹਤਾਜ ਬਿਲਕੁਲ ਨਹੀਂ। ਸਾਰੀ ਜ਼ਿੰਦਗੀ ਉਹਨਾਂ ਨੇ ਪੜ੍ਹਾਇਆ ਹੈ, ਅੰਗਰੇਜ਼ੀ ਪੜ੍ਹਾਉਂਦੇ ਰਹੇ ਨੇ, ਪੰਜਾਬੀ ਦੇ ਨਾਲ ਜੁੜੇ ਰਹੇ ਨੇ। ਪੰਜਾਬੀ ਦਾ ਪਹਿਲਾ ਜਿਹੜਾ ਪੜ੍ਹਾਉਣ ਦਾ ਪ੍ਰੋਗਰਾਮ ਹੈ ਉਹਦੇ ਵਿੱਚ 85-86 ਵਿੱਚ ਉਹਨੂੰ ਇਹਨਾਂ ਨੇ ਸ਼ੁਰੂ ਕੀਤਾ। ਉਹਦੇ ਬਾਅਦ ਕਿਤਾਬ ਤਰੰਜਨ ਜਿਹੜਾ ਹੈ ਉਹ ਮੁਸਤਕਿਲ ਉਹਦੇ ਨਾਲ ਜੁੜੇ ਹੋਏ ਨੇ। ਸਾਲਾਨਾ ਇੱਕ ਰਿਸਾਲਾ ਹੈ 12 ਮਾਹ, ਉਹਦੇ ਕੋ ਐਡੀਟਰ ਨੇ। ਉਹ ਇਹਨਾਂ ਦਾ ਉਹ ਲਿਸਟ ਬਹੁਤ ਲੰਬੀ ਹੈ ਕਿ ਇਹਨਾਂ ਦੇ ਕੰਮ ਜਿਹੜੇ ਨੇ ਪੰਜਾਬੀ ਵਾਸਤੇ ਖਾਸ ਤੌਰ 'ਤੇ ਸਾਡੀ ਮਾਂ ਬੋਲੀ ਵਾਸਤੇ ਕੀ ਨੇ। ਫਿਕਸ਼ਨ ਲਿਖਦੇ ਨੇ, ਪੋਇਟਰੀ ਲਿਖਦੇ ਨੇ। 2 ਕਿਤਾਬਾਂ ਇਹਨਾਂ ਦੀਆਂ ਡਾਹਾਂ ਅਵਾਰਡ ਲੈ ਚੁੱਕੀਆਂ ਨੇ, ਬਹੁਤ ਪ੍ਰੈਸਟੀਜੀਅਸ ਕੈਨੇਡਾ ਦਾ ਅਵਾਰਡ ਹੈ। ਇੱਕ ਇਹਨਾਂ ਦੀ ਕਹਾਣੀਆਂ ਦੀ ਕਿਤਾਬ ਜਿਹੜੀ ਹੈ ਉਹ ਜਿਹੜੀ ਸਾਡੀ ਮਸੂਦ ਖੱਦਰ-ਪੋਸ਼ ਅਵਾਰਡ ਹੈ ਉਹ ਲੈ ਚੁੱਕੀ ਹੈ। ਅੱਜ ਇਹਨਾਂ ਦੀ ਜਿਹੜੀ ਕਿਤਾਬ ਦੇ ਬਾਰੇ 'ਚ ਅਸੀਂ ਗੱਲ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ, ਉਹ ਕਿਤਾਬ ਹੈ ਇਹਨਾਂ ਦੀ ਓਰੀਜਨਲੀ ਪੰਜਾਬੀ 'ਚ ਲਿਖੀ ਹੋਈ ਹੈ, ਕਬੂਤਰ ਬਨੇਰੇ ਤੇ ਗਲੀਆਂ, ਅਤੇ ਜਿਹਨੂੰ ਕੈਨੇਡਾ 'ਚ ਰਹਿਣ ਵਾਲੀ ਇੱਕ ਪ੍ਰੋਫੈਸਰ ਐਨ ਮਰਫੀ, ਜਿਨ੍ਹਾਂ ਦੇ ਨਾਲ ਮੇਰੀ ਮੁਲਾਕਾਤ ਮੇਰਾ ਖਿਆਲ ਹੈ 3 ਸਾਲ ਪਹਿਲਾਂ ਸੁਲੇਖ ਮੇਲੇ 'ਤੇ ਹੋਈ ਸੀ, ਲੈਲਪੁਰ ਸੁਲੇਖ ਮੇਲੇ 'ਤੇ। ਇੱਕ ਕੈਨੇਡੀਅਨ ਨੇ, ਬੜੀ ਇੰਟਰਸਟਿੰਗ ਗੱਲ ਹੈ, ਪੰਜਾਬੀ ਉਹਨਾਂ ਨੇ ਸਿੱਖੀ ਹੈ, ਪੰਜਾਬੀ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ, ਅਤੇ ਉੱਥੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸਾਊਥ ਏਸ਼ੀਆ ਡਿਪਾਰਟਮੈਂਟ ਦੇ ਵਿੱਚ ਉਹ ਪੜ੍ਹਾਉਂਦੇ ਨੇ। ਉਹਨਾਂ ਨੇ ਇਹ ਕਬੂਤਰ ਬਨੇਰੇ ਤੇ ਗਲੀਆਂ ਨੂੰ ਅੰਗਰੇਜ਼ੀ 'ਚ ਟਰਾਂਸਲੇਟ ਕੀਤਾ ਹੈ, ਅਤੇ ਅਸੀਂ ਬੇਸਿਕਲੀ ਅੱਜ ਉਸ ਟਰਾਂਸਲੇਸ਼ਨ ਅਤੇ ਉਸ ਕਿਤਾਬ ਦੇ ਹਵਾਲੇ ਨਾਲ ਇੱਥੇ ਇਕੱਠੇ ਹੋਏ ਹਾਂ। ਅਤੇ ਸਾਡੇ ਮਹਿਮਾਨ ਜਿਹੜੇ ਨੇ ਉਹਨਾਂ ਦਾ ਤਾਰੁਫ ਕਰਾਉਂਦੇ ਜਾਂਦੇ ਹਾਂ। ਅੱਜ ਸਾਡੇ ਨਾਲ ਜੁੜੇ ਨੇ ਜਨਾਬ ਤਾਰਕ ਭੱਟੀ ਸਾਹਿਬ। मोहतरम तारक भट्टी साहब ਜਿਹੜੇ ਨੇ ਐਡੀਸ਼ਨਲ ਕਮਿਸ਼ਨਰ ਨੇ FBR ਇਸਲਾਮਾਬਾਦ ਵਿੱਚ। FC ਕਾਲਜ ਤੋਂ ਉਹਨਾਂ ਨੇ ਅੰਗਰੇਜ਼ੀ 'ਚ MA ਕੀਤਾ ਵੇ। ਉਹਦੇ ਬਾਅਦ ਪੰਜਾਬੀ ਉਰਦੂ ਵਿੱਚ ਲਿਖਦੇ ਨੇ, ਅਤੇ ਪਰਾਗਾ ਇੱਕ ਸਾਡੀ ਇੱਕ ਫੋਰਮ ਹੈ ਵਿਚਾਰ ਦਾ, ਉਹਦੇ ਫਾਊਂਡਰ ਮੈਂਬਰ ਨੇ, ਉਹਨੂੰ ਚਲਾਉਂਦੇ ਨੇ, ਉਹਦੇ ਵਾਸਤੇ ਬਹੁਤ ਮਿਹਨਤ ਕਰਦੇ ਨੇ। ਬਹੁਤ ਸ਼ੁਕਰੀਆ ਸਰ ਤੁਹਾਡੇ ਆਉਣ ਦਾ। ਸਾਡੇ ਕੋਲ ਡਾਕਟਰ ਰਵੇਸ਼ ਨਦੀਮ ਸਾਹਿਬ ਨੇ, ਰਵਿਸ਼ ਨਦੀਮ, ਮਾਫੀ ਚਾਹੁੰਦੀ ਹਾਂ, ਰਵਿਸ਼ ਨਦੀਮ ਸਾਹਿਬ ਸਕਾਲਰ ਨੇ, ਪੋਇਟ ਨੇ, ਰਾਈਟਰ ਨੇ, ਹੈਡ ਆਫ ਦਾ ਡਿਪਾਰਟਮੈਂਟ ਨੇ GC ਅਸਗਰ ਮੌਲ ਰਾਵਲਪਿੰਡੀ ਕਾਲਜ ਦੇ। ਕਿਤਾਬਾਂ ਉਹਨਾਂ ਨੇ ਕ੍ਰਿਟਿਸਿਜ਼ਮ 'ਤੇ ਲਿਖੀਆਂ ਨੇ, ਹਿਸਟਰੀ 'ਤੇ, ਫਿਕਸ਼ਨ 'ਤੇ, ਪੋਇਟਰੀ 'ਤੇ। ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਵਕਤ ਦੇਣ ਦਾ। ਇਹਦੇ ਇਲਾਵਾ ਮੌਜੂਦ ਨੇ ਸਾਡੇ ਕੋਲ ਇੱਕ ਹੋਰ ਬਹੁਤ ਵੈਲਿਊਏਬਲ ਮੈਂਬਰ ਅਰਸ਼ਦ ਵਹੀਦ ਸਾਹਿਬ। ਅਰਸ਼ਦ ਸਾਹਿਬ ਜਿਹੜੇ ਨੇ ਉਹਨਾਂ ਨੇ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਸੋਸ਼ਲ ਪੋਲਿਸੀ ਐਂਡ ਪਲੈਨਿੰਗ 'ਚ ਦੀ ਤਾਲੀਮ ਹਾਸਿਲ ਕੀਤੀ ਹੈ, ਅਤੇ ਇਸ ਵਕਤ ਉਹ ਇੰਸਟੀਟਿਊਟ ਆਫ ਸੋਸ਼ਲ ਪੋਲਿਸੀ ਇਨ ਇਸਲਾਮਾਬਾਦ ਵਿੱਚ ਕੰਮ ਵੀ ਪੇ ਕਰਦੇ ਨੇ। ਨਾਵਲ ਜਿਹੜਾ ਹੈ ਉਹਨਾਂ ਨੇ ਗੁਮਾਨ, ਉਹਨਾਂ ਦਾ ਨਾਵਲ ਬੜਾ ਮਸ਼ਹੂਰ ਹੈ, ਅਤੇ ਗੈਬਰੀਅਲ ਗਾਰਸੀਆ ਮਾਰਕੇਸ ਅਤੇ ਮਿਲਾਨ ਕੁੰਦੇਰਾ ਨੂੰ ਟਰਾਂਸਲੇਟ ਵੀ ਉਹਨਾਂ ਨੇ ਕੀਤਾ ਹੈ। ਅਤੇ ਪੈਨਲ ਅੱਜ ਸਾਡਾ ਬਹੁਤ ਹੀ ਅਦਰ ਡੇਜ਼ ਇਹਨਾਂ ਦਾ ਰੀਸੈਂਟ ਇੱਕ ਬਹੁਤ ਜਿਹੜਾ ਨਾਵਲ ਹੈ, ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਮੈਨੂੰ ਹੁਣੇ ਦੇ ਕੇ ਜਾਣਗੇ। ਅਤੇ ਨਹੀਂ ਤੁਸੀਂ ਕਿਹਾ ਸੀ ਮੇਰਾ ਲੇਟੈਸਟ ਇੱਕ ਨਾਵਲ ਹੈ, ਅਤੇ ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਉਹ ਤੁਸੀਂ ਬਚ ਨਹੀਂ ਸਕਦੇ ਦਿੱਤੇ ਬਗੈਰ, ਅਤੇ ਉਹ ਮੈਂ ਤੁਹਾਡੇ ਕੋਲ ਲੈ ਲੈਣਾ, ਪੜ੍ਹਾਂਗੀ ਅਤੇ ਫਿਰ ਯਾਦ ਰਹਿ ਜਾਏਗਾ। ਬਹੁਤ ਸ਼ੁਕਰੀਆ ਸਾਡੇ ਮਹਿਮਾਨਾਂ ਦਾ ਇੱਥੇ ਤਸ਼ਰੀਫ ਲਿਆਉਣ ਦਾ। ਬਹੁਤ ਸ਼ੁਕਰੀਆ ਸਾਡੇ ਪੈਨਲਿਸਟ ਦਾ। ਜ਼ੁਬੈਰ ਸਾਹਿਬ ਤੋਂ ਅਸੀਂ ਰਿਕੁਐਸਟ ਕਰਨੇ ਹਾਂ ਕਿ ਉਹ ਸਾਨੂੰ ਆਪਣੀ ਕਹਾਣੀ ਦੇ ਪੰਜਾਬੀ ਦਾ ਕੋਈ ਕੁਛ ਪੜ੍ਹ ਕੇ ਸੁਣਾਉਣ, ਅਤੇ ਫਿਰ ਕੋਈ ਇੱਕ ਜੀ ਐਨ ਮਰਫੀ ਜਿਹੜੇ ਨੇ ਉਹਨਾਂ ਨੇ ਕੈਨੇਡਾ ਤੋਂ ਇੱਕ ਮੈਸੇਜ ਭੇਜਿਆ ਹੈ, ਅਤੇ ਉਹ ਤੁਹਾਨੂੰ ਸੁਣਾਉਂਦੇ ਹਾਂ। ਮੇਰਾ ਨਾਮ ਐਨ ਮਰਫੀ ਹੈ। ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਫੈਸਰ ਹਾਂ, ਕੈਨੇਡਾ ਦੇ ਵਿੱਚ ਪੜ੍ਹਾਉਂਦੀ ਹਾਂ, ਤਾਰੀਖ ਪੜ੍ਹਾਉਂਦੀ ਹਾਂ। ਅਤੇ ਮੈਂ ਜ਼ੁਬੈਰ ਅਹਿਮਦ ਦੀਆਂ ਕਹਾਣੀਆਂ ਇਸ ਕਰਕੇ ਤਰਜਮਾ ਕੀਤੀਆਂ ਕਿ ਮੈਂ ਸੋਚਦੀ ਸਾਂ ਕਿ ਮੈਂ ਬਹੁਤ ਹੀ ਜ਼ਬਰਦਸਤ ਵਿਜ਼ਨ ਹੈ ਉਹਨਾਂ ਦਾ, ਅਤੇ ਬਹੁਤ ਹੀ ਖੂਬ ਹੋਵੇਗਾ ਜੇ ਉਹ ਵਿਜ਼ਨ, ਲਾਹੌਰ ਦਾ ਵਿਜ਼ਨ ਅਤੇ ਦੁਨੀਆ ਦਾ ਵਿਜ਼ਨ ਵੀ
ਇੰਗਲਿਸ਼ ਰੀਡਿੰਗ ਆਡੀਅੰਸਿਸ ਤੱਕ ਪਹੁੰਚਾ ਜਾਏ। ਤੇ ਜ਼ੁਬੈਰ ਅਹਿਮਦ ਦੇ ਨਾਲ ਮੁਲਾਕਾਤ ਹੋਈ ਸੀ ਲਾਹੌਰ ਦੇ ਵਿੱਚ 2014। ਮੈਂ ਉਸ ਸਮੇਂ ਇਹ ਮੇਰੀ ਪਹਿਲੀ ਸਫ਼ਰ ਪਾਕਿਸਤਾਨ ਤੱਕ, ਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਪਹਿਲਾਂ ਈਮੇਲ ਰਾਹੀਂ। ਉਹਨਾਂ ਨੇ ਮਦਦ ਕੀਤੀ ਸੀ ਦਹਾਨ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਪ੍ਰਾਈਜ਼ ਨੂੰ ਸਥਾਪਿਤ ਕਰਨ ਵਾਸਤੇ। ਉਹਨਾਂ ਨੇ ਬਹੁਤ ਕੰਮ ਕੀਤਾ ਤੇ ਮੈਂ ਉਸ ਦੇ ਵਿੱਚ ਵੀ ਸ਼ਾਮਲ ਸਾਂ, ਤੇ ਉਸੇ ਵਜ੍ਹਾ ਤੋਂ ਮੁਲਾਕਾਤ ਹੋਈ ਸੀ। ਤੇ ਉਹਨਾਂ ਨੇ ਮੈਨੂੰ ਵਿਖਾਇਆ ਸੀ ਲਾਹੌਰ, ਤੇ ਬਹੁਤ ਹੀ ਮਦਦ ਕੀਤੀ ਸੀ ਤਾਂ ਕਿ ਮੈਂ ਹੋਰ ਲੇਖਕਾਂ ਨਾਲ ਮਿਲ ਸਕਾਂ। ਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਤੇ ਗੱਲਬਾਤ ਹੋਈ ਸੀ। ਇਸ ਕਰਕੇ ਮੈਂ ਬਹੁਤ ਸ਼ੁਕਰਗੁਜ਼ਾਰ ਸਾਂ ਔਰ ਹੁਣ ਵੀ ਸ਼ੁਕਰਗੁਜ਼ਾਰ ਹਾਂ। ਪਰ ਉਸ ਸਫ਼ਰ, ਉਸ ਟ੍ਰਿਪ ਦੇ ਦੌਰਾਨ ਗੱਲਾਂ ਕੀਤੀਆਂ ਕਰਦਿਆਂ ਤੇ ਮੈਂ ਸੋਚਦੀ ਸਾਂ ਕਿ ਮੈਂ ਉਹਨਾਂ ਦੇ ਆਈਡੀਆਜ਼ ਜਿਹੜੇ ਨੇ ਤੇ ਬਹੁਤ ਹੀ ਦਿਲਚਸਪ ਸਨ, ਤੇ ਮੈਂ ਆਪਣਾ ਹਿੱਸਾ ਕਰਨਾ ਚਾਹੁੰਦੀ ਸਾਂ ਤਾਂ ਕਿ ਪੰਜਾਬੀ ਦਾ ਅਦਬ ਤੇ ਸਾਹਿਤ ਇੰਗਲਿਸ਼ ਪੜ੍ਹਨ ਵਾਲੇ ਤੱਕ ਪਹੁੰਚਾਇਆ ਜਾਏ। ਤੇ ਇਸ ਕਰਕੇ ਅਸੀਂ ਗੱਲਾਂ ਕੀਤੀਆਂ ਤੇ ਫੈਸਲਾ ਕੀਤਾ ਕਿ ਅਸੀਂ ਇਕੱਠੇ ਹੋ ਕੇ ਤਰਜਮਾ ਕਰਾਂਗੇ। ਸੋ ਮੈਂ ਓਰੀਜਨਲ ਦੇ ਨਾਲ ਸ਼ੁਰੂ ਕੀਤਾ ਸੀ, ਤੇ ਜ਼ੁਬੈਰ ਜੀ ਬਹੁਤ ਸਲਾਹ ਦਿੱਤਾ ਸੀ, ਤੇ ਕਦੇ ਉਹ ਆਊਟਲਾਈਨ ਦਿੱਤਾ ਸੀ ਸਟੋਰੀ ਦਾ, ਤੇ ਅਸੀਂ ਬਹੁਤ ਹੀ ਗੱਲਾਂ ਕੀਤੀਆਂ ਸਕਾਈਪ ਰਾਹੀਂ। ਕਿਉਂਕਿ ਇਸ ਤਰ੍ਹਾਂ ਨਹੀਂ ਹੈ ਕਿ ਲਫ਼ਜ਼ਾਂ ਦਾ ਮਤਲਬ ਦੀ ਗੱਲ ਹੈ, ਇਸ ਤਰ੍ਹਾਂ ਹੈ ਕਿ ਸੈਂਸ ਜਿਹੜਾ ਹੈ ਉਸਦਾ ਕਿ ਡੂੰਘਾ ਮਤਲਬ ਕੀ ਹੈ, ਉਸ ਵਾਸਤੇ ਗੱਲਬਾਤ ਕਰਨ ਦੀ ਲੋੜ ਹੁੰਦੀ ਸੀ ਤਾਂ ਕਿ ਮੈਂ ਪੂਰੀ ਤਰ੍ਹਾਂ ਸਮਝ ਲਵਾਂ ਉਹਨਾਂ ਦਾ ਕੀ ਮਤਲਬ ਸੀ, ਤੇ ਕਿਸ ਤਰ੍ਹਾਂ ਅਸੀਂ ਅੰਗਰੇਜ਼ੀ ਪੜ੍ਹਨ ਵਾਲਿਆਂ ਵਾਸਤੇ ਉਹ ਸ਼ਾਇਦ ਉਸਨੂੰ ਬਦਲਣ ਦੀ ਲੋੜ ਹੋਵੇਗੀ ਜਾਂ ਕੁਛ ਲਫ਼ਜ਼ਾਂ ਦੇ ਵਿੱਚ ਕੁਛ ਹੋਰ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਪੂਰਾ ਜਿਹੜਾ ਮਤਲਬ ਹੈ ਉਹ ਪਹੁੰਚਾਇਆ ਜਾਏ। ਸਿਰਫ ਲਫ਼ਜ਼ਾਂ ਦੀ ਗੱਲ ਨਹੀਂ ਹੈ ਤਰਜਮਾ। ਤੇ ਮੈਂ ਜਾਣਦੀ ਕਿ ਮੈਂ ਬਿਲਕੁਲ ਨਵੀਂ ਟ੍ਰਾਂਸਲੇਟਰ ਹਾਂ, ਬਹੁਤ ਹੀ ਵਧੀਆ ਟ੍ਰਾਂਸਲੇਟਰਸ ਜ਼ੁਬੈਰ ਅਹਿਮਦ ਦੀਆਂ ਕਹਾਣੀਆਂ ਤਰਜਮਾ ਕਰ ਚੁੱਕੇ ਸਨ, ਤੇ ਦੂਜੇ ਪੰਜਾਬੀ ਲੇਖਕਾਂ ਦੇ ਰਚਨਾਵਾਂ ਤਰਜਮਾ ਕੀਤੀਆਂ ਸੀ। ਪਰ ਮੈਂ ਆਪਣਾ ਥੋੜ੍ਹਾ ਜਿਹਾ ਛੋਟਾ ਹਿੱਸਾ ਲੈਣਾ ਚਾਹੁੰਦੀ ਸਾਂ। ਸੋ ਮੈਨੂੰ ਉਮੀਦ ਹੈ ਕਿ ਮਜ਼ਾ ਆਵੇਗਾ ਸਾਰੇ ਪਾਠਕਾਂ ਨੂੰ, ਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹ ਮੌਕਾ ਮਿਲ ਗਿਆ ਸੀ। ਸੋ ਜ਼ੁਬੈਰ ਅਹਿਮਦ ਜੀ ਨੂੰ ਵੀ ਮੈਂ ਸ਼ੁਕਰੀਆ ਕਹਿਣਾ ਚਾਹੁੰਦੀ ਹਾਂ। ਜੀ ਐਨ ਮਰਫੀ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈ। ਸਾਨੂੰ ਵਕਤ ਦਾ ਅੱਜ ਬਹੁਤ ਹੋਵੇ ਕਿ ਜੀ ਅਸੀਂ ਬਹੁਤ ਪੁਆਇੰਟ ਟੂ ਪੁਆਇੰਟ ਚੱਲਣਾ ਹੈ, ਵਕਤ ਸਾਡੇ ਕੋਲ ਘੱਟ ਹੈ, ਗੱਲਾਂ ਤਾਂ ਫਿਰ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ। ਇਹਨਾਂ ਨਾਲ ਜਦੋਂ ਮੈਂ ਪਹਿਲੀ ਦਫਾ ਮਿਲੀ ਸਾਂ ਤੇ ਇੱਕ ਅਜੀਬ ਜਿਹੀ ਇੰਸਪਾਇਰੇਸ਼ਨ ਸੀ ਕਿ ਮੇਰਾ ਖਾਸ ਤੌਰ 'ਤੇ ਉਸ ਨਸਲ ਨਾਲ ਤਾਲੁਕ ਹੈ ਜਿਨ੍ਹਾਂ ਦੀਆਂ ਘਰਾਂ ਦੇ ਵਿੱਚ ਤਮੀਜ਼ ਸਿਖਾਉਣ ਵਾਸਤੇ ਉਰਦੂ ਬੋਲਣ ਦਾ ਮੇਰਾ ਖਿਆਲ ਹੈ ਅਸੀਂ ਪਹਿਲੀ ਨਸਲ ਸਾਂ। ਉਹਦੇ ਤੋਂ ਪਿਛਲੇ ਸ਼ਾਇਦ ਉਹ ਇਹਦੇ ਤੋਂ ਬਚ ਗਏ ਹੋਣ। ਮੈਂ ਪਲੀ ਬੜੀ ਇੱਕ ਸਰਾਇਕੀ ਬੈਲਟ 'ਤੇ ਫਾਦਰ ਦੀ ਜੋਬ ਦੀ ਵਜ੍ਹਾ ਨਾਲ, ਅਤੇ ਸਰਾਇਕੀ ਜਿਹੜੀ ਸੀ ਉਹ ਥੋੜ੍ਹੀ ਬਹੁਤ ਸਮਝ ਬੂਝ ਸੀ, ਅਤੇ ਘਰ ਦੇ ਵਿੱਚ ਤਮੀਜ਼ਦਾਰ ਬੱਚੇ, ਅੱਛੇ ਬੱਚੇ ਦੇ ਚੱਕਰ 'ਚ ਮਾਂ ਬੇਸ਼ੱਕ ਉਹਨਾਂ ਨੂੰ ਬਹੁਤ ਅੱਛੀ ਉਰਦੂ ਆਉਂਦੀ ਵੀ ਨਹੀਂ ਸੀ, ਅਤੇ ਉਹ ਉਰਦੂ ਹੀ ਬੋਲਦੇ ਸਨ ਪੰਜਾਬੀ ਨੂੰ ਵਿਗਾੜ ਕੇ। ਇਹੋ ਜਿਹੇ ਲੋਕਾਂ ਨੂੰ ਵੇਖ ਕੇ ਮੇਰਾ ਕਹਿਣ ਦਾ ਮਤਲਬ ਹੈ ਵੇ ਕਿ ਅੰਦਾਜ਼ਾ ਇਸ ਗੱਲ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ ਕਿ ਅਸੀਂ ਚੀਜ਼ਾਂ ਨੂੰ ਕਿੰਨਾ ਫੋਰ ਗ੍ਰਾਂਟਿਡ ਲੈਂਦੇ ਹਾਂ, ਅਸੀਂ ਚੀਜ਼ਾਂ ਨੂੰ ਕਿੰਨਾ ਇਹ ਸਮਝਦੇ ਹਾਂ ਕਿ ਜੀ ਜਿਹੜੀ ਸਾਡੀ ਜ਼ੁਬਾਨ ਨੇ ਉਹ ਸ਼ਾਇਦ ਇੱਕ ਸਾਈਡ 'ਤੇ ਰੱਖ ਦੇਣ ਵਾਲੀ ਚੀਜ਼ ਹੈ, ਅਤੇ ਅਸੀਂ ਉਹਦੇ ਬਗੈਰ ਵੀ ਇਵੋਲਵ ਹੋ ਜਾਵਾਂਗੇ, ਅਸੀਂ ਉਹਦੇ ਬਗੈਰ ਵੀ ਸਾਡੀ ਔਰਗੈਨਿਕ ਗਰੋਥ ਹੁੰਦੀ ਰਹੇਗੀ।
ਇਹ ਚੀਜ਼ਾਂ ਸ਼ਾਇਦ ਬਹੁਤ ਦੇਰ ਨਾਲ ਸਮਝ ਆਉਂਦੀਆਂ ਨੇ, ਲੇਕਿਨ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਹਿਊਮਨ ਕੋਗਨੀਟਿਵ ਸਿਸਟਮ ਹੈ ਉਹ ਸਿਰਫ ਅਗਰ ਰੀਜ਼ਨਿੰਗ, ਜਜਿੰਗ ਤੇ ਵੈਲਿਊਏਸ਼ਨ ਕਰਦਾ ਹੈ, ਉਹ ਤੁਹਾਡੀ ਮਾਂ ਬੋਲੀ ਵਿੱਚ ਕਰਦਾ ਹੈ, ਅਗਰ ਤੁਸੀਂ ਉਹਨੂੰ ਉਸ ਪੁਆਇੰਟ ਦੇ ਉੱਤੇ ਇੰਪੇਅਰਡ ਕਰ ਦਿੰਦੇ ਹੋ ਤੇ ਤੁਸੀਂ ਇੱਕ ਪੂਰੀ ਐਸੀ ਨਸਲ ਪੈਦਾ ਕਰ ਦਿੰਦੇ ਹੋ। ਮੈਂ ਨਹੀਂ ਆਖਣਾ ਚਾਹੁੰਦੀ ਕਿ ਜਿਹੜੇ ਅਸੀਂ ਇਸ ਵਕਤ ਐਕਸਪੀਰੀਅੰਸ ਵੀ ਕਰਨੇ ਆ ਪਏ, ਲੇਕਿਨ ਸਾਡੇ ਵਿੱਚ ਬਹੁਤ ਜ਼ਿਆਦਾ ਕਮੀ ਹੈ, ਖਾਸ ਤੌਰ 'ਤੇ ਰੀਜ਼ਨਿੰਗ ਦੀ, ਵੈਲਿਊਏਸ਼ਨ ਦੀ। ਪੋਲਰਾਈਜੇਸ਼ਨ ਵੇਖ ਲਓ, ਸ਼ਾਇਦ ਉਹਦਾ ਇੱਕ ਹਿੱਸਾ ਇਹ ਵੀ ਹੋਵੇਗਾ ਕਿ ਅਸੀਂ ਜੜ੍ਹਾਂ ਤੋਂ ਜੁੜੇ ਨਹੀਂ, ਫਲੋਟ ਪੇ ਕਰਨੇ ਆ, ਕੋਈ ਐਂਕਰ ਨਹੀਂ ਜਿਹਨੂੰ ਅਸਾਂ ਫੜੀਆ ਹੋਵੇ ਕਿ ਜੀ ਇਹ ਚੀਜ਼ ਸਾਡੀ ਐਂਕਰ ਹੈ, ਇਹਦੇ 'ਤੇ ਸਾਨੂੰ ਮਾਣ ਹੈ, ਅਸੀਂ ਇਹਦੇ 'ਤੇ ਖਲੋਤੇ ਆ। ਉਹੀ ਗੱਲ ਹੈ, ਗੱਲਾਂ ਬਹੁਤ ਜ਼ਿਆਦਾ ਹੋ ਜਾਣਗੀਆਂ। ਅਸੀਂ ਹੈ ਵੀ ਵੈਸੇ ਸਾਰੇ ਪੜ੍ਹਾਉਣ ਵਾਲੇ ਉਸਤਾਦ ਲੋਕ ਹਾਂ ਅਤੇ ਸਾਨੂੰ ਬੈਲ ਦੀ ਆਵਾਜ਼ ਚਾਹੀਦੀ ਹੈ ਜੀ। ਅਤੇ ਜ਼ੁਬੈਰ ਸਾਹਿਬ ਇੱਕ ਆਪਣਾ ਪੰਜਾਬੀ ਦਾ ਲਿਖੀ ਆ ਜਿਹੜਾ ਇੱਕ ਸਫਾ ਪੜ੍ਹਨਗੇ ਅਤੇ ਫਿਰ ਉਹਦੇ ਬਾਅਦ ਅਸੀਂ ਵੇਖਾਂਗੇ ਉਹ ਟਰਾਂਸਲੇਟ ਕਿਸ ਤਰ੍ਹਾਂ ਹੋਇਆ। ਜੀ ਜੀ ਸਰ। ਉਹ ਸੱਜਣ ਜਾਂ ਦੋਸਤ ਜਿਹੜੇ ਨਹਿਰਾਂ ਵਿੱਚ ਨਹਾਉਂਦੇ ਰਹੇ ਨੇ, ਉਹ ਦੇਖਦੇ ਹੋਣਗੇ ਕਿ ਪੁੱਠਾ ਹੋ ਕੇ ਜਿਹੜਾ ਹੈ ਬੰਦਾ ਆਪਣੇ ਆਪ ਨੂੰ ਪਾਣੀ ਦੀ ਜਿਹੜਾ ਰੋਹ ਹੈ, ਜਿਹੜਾ ਫਲੋ ਹੈ, ਉਹਦੇ ਨਾਲ ਛੱਡ ਦਿੰਦਾ ਸੀ, ਉਹਨੂੰ ਮੁਰਦਾ ਤਾਰੀ ਕਹਿੰਦੇ ਸੀ। ਇਹ ਮੇਰੇ ਨਾਲ ਸਿੰਬੋਲਿਕ ਹੈ ਨਾ ਸਾਰਾ। ਫਿਰ ਇਹ ਹੋਇਆ ਭਈ ਉਹ ਘਰ ਚੇਤੇ ਵਿੱਚ ਹੀ ਰਹਿ ਗਿਆ, ਸੁਪਨਿਆਂ ਵਿੱਚ ਹੀ ਉਹਨੂੰ ਮੋਇਆਂ ਦੇ ਸੁਪਨੇ ਆਉਣੇ ਤਾਂ ਉਹ ਘਰ ਆਉਣਾ, ਜਿਉਂਦਿਆਂ ਦੇ ਤਾਂ ਵੀ ਉਹ ਸਾਰੀਆਂ ਵਾਪਰੀਆਂ ਉਸੇ ਘਰ ਸਾਹਮਣੇ, ਗੁਆਂਢ ਦੀਆਂ ਗਲੀਆਂ ਵਿੱਚ ਜਾਂ ਆਲ ਦੁਆਲ ਹੀ ਹੋਣੀਆਂ। ਕਈ ਥਾਵਾਂ ਬਦਲੀਆਂ, ਉਸ ਕਈ ਘਰਾਂ ਵਿੱਚ ਰਿਹਾ, ਪਰਦੇਸ ਵੀ ਫਿਰ ਆਇਆ, ਪਰ ਪਰਦੇਸ ਦੇ ਸੁਪਨਿਆਂ ਵਿੱਚ ਵੀ ਉਹ ਘਰ ਤੇ ਗਲੀਆਂ ਸਨ। ਉਸ ਘਰ ਵਿੱਚ ਬਿਤਾਏ 21 ਸਾਲ ਹਯਾਤੀ ਦੇ ਉਹਦੇ ਸਾਰੇ ਵਰਿਆਂ ਨੂੰ ਖਾ ਗਏ। ਪਰ ਅਸਲ ਦੁਖਾਂਤ ਇਹ ਹੈ ਪਈ ਉਹ ਉਹਦਾ ਘਰ ਨਹੀਂ ਸੀ ਅਤੇ ਇਸ ਪਾਰੋਂ ਛੱਡਣਾ ਵੀ ਪਿਆ। ਕਈ ਵਰੇ ਉਸ ਘਰੋਂ ਨਿਕਲਣ ਮਗਰੋਂ ਉਹ ਮੁੜ ਨਾ ਪਰਤਿਆ। ਰਹਿੰਦੇ ਉਹਨੂੰ ਬੁਲਾਉਂਦੇ ਰਹੇ, ਫਿਰ ਉਹ ਆਪ ਵੀ ਨਾ ਰਹੇ, ਨਵਾਂ ਆਇਆ ਵੀ ਨਾ ਰਿਹਾ, ਫਿਰ ਇੱਕ ਹੋਰ ਆਇਆ ਅਤੇ ਉਹ ਵੀ ਨਾ ਰਿਹਾ, ਅਤੇ ਅਖੀਰ ਮੁੜ ਜਿਹੜਾ ਆਇਆ ਉਸ ਘਰ ਢਾਹ ਕੇ ਨਵਾਂ ਉਸਾਰਿਆ। 6.5 ਮਰਲੇ ਦੇ ਘਰ ਨੂੰ ਇੰਜ ਬਣਾਇਆ ਭਈ ਉਸ ਵਿੱਚੋਂ 20 ਮਰਲੇ ਜਿੰਨੀ ਥਾਂ ਕੱਢ ਲਈ। ਕਈ ਮੰਜ਼ਲਾ ਵੱਡਾ ਗੇਟ ਲਾ ਕੇ ਸੋਹਣਾ ਨਕਸ਼ਾ ਬਣਾ ਕੇ ਉਹਨੇ ਘਰ ਤੱਕਿਆ ਅਤੇ ਉਹਦੇ ਤੁਰ ਅੰਦਰ ਅਚੇਤ ਸੁੱਤੀ ਸਦਾ ਦੀ ਜਾਨੂ ਪੀੜ ਜਾਗ ਪਈ। ਉਹਨੇ ਠੰਡਾ ਸਾਹ ਭਰਿਆ। ਪੁਰਾਣਾ ਉੱਕਾ ਹੋਰ ਸੀ, ਥੱਲੇ 3 ਕਮਰੇ ਸਨ, ਇੱਕ ਪਾਸੇ ਰਸੋਈ, ਨਿੱਕਾ ਜਿਹਾ ਵਿਹੜਾ ਅਤੇ ਦੂਜੀ ਮੰਜ਼ਿਲ ਨੂੰ ਜਾਂਦੀਆਂ ਪੌੜੀਆਂ, ਹੇਠ ਗੁਸਲਖਾਨਾ, ਟੱਟੀ ਪਿਸ਼ਾਬ ਲਈ ਥਾਂ ਸੀ, ਧੁਰ ਕੋਠੇ। ਦੂਜੀ ਮੰਜ਼ਲੇ ਸੱਜੇ ਪਾਸੇ ਸੀ ਇੱਕ ਵੱਡਾ ਕਮਰਾ ਅਤੇ ਖੱਬੇ ਮੁੜ ਰਸੋਈ ਅਤੇ ਇੱਕ ਨਿੱਕਾ ਕਮਰਾ। ਨਵੇਂ ਘਰ ਨੂੰ ਤੱਕਦੇ ਉਹਦੇ ਚਿੱਤ ਵਿੱਚ ਸੀ ਪੁਰਾਣਾ ਹੀ। ਉਹ ਨਵੇਂ ਨੂੰ ਪੁਰਾਣੇ ਰਾਹੀਂ ਸੀ ਵਹਿੰਦਾ ਪਿਆ, ਅਤੇ ਜਦ ਉਹ ਨਵੇਂ ਦੀ ਥਾਂ ਪੁਰਾਣੇ ਨੂੰ ਹੀ ਚਿਤਾਰੀ ਗਿਆ ਤਾਂ ਮੁੜ ਹੋਰ ਦੁਖੀ ਹੋ ਗਿਆ। ਅੱਜ ਕਿੰਨੇ ਹੀ ਵਰਿਆਂ ਮਗਰੋਂ ਸ਼ਹਿਰ ਵਿੱਚ ਰਹਿੰਦੇ ਆਪਣੇ ਜੱਦੀ ਮੁਹੱਲੇ ਪੁਰਾਣੇ ਘਰ ਨੂੰ ਦੇਖਣ ਹੀ ਤਾਂ ਆਇਆ ਸੀ ਉਹ। ਸਾਡਾ ਦੁਖਾਂਤ ਇਹ ਪਈ ਆਪਣੀ ਥਾਂ 'ਤੇ ਰਹਿਣ ਨਹੀਂ ਦਿੱਤਾ ਜਾਂਦਾ ਸਾਨੂੰ। ਜਿੱਥੇ ਰਹਿੰਦੇ ਹਾਂ, ਜਿੱਥੇ ਜੰਮਦੇ ਹਾਂ ਅਸੀਂ, ਜਿੱਥੋਂ ਦੇ ਸੁਪਨੇ ਅੱਖਾਂ ਦੇ ਚੇਤੇ ਵਿੱਚ ਸਦਾ ਜਗਦੇ ਘਰ ਬਣਾ ਬਹਿ ਜਾਂਦੇ ਨੇ। ਪੌਂਦ ਨੀਲ ਅਸਮਾਨ ਹਾਰ ਹੁੰਦਾ ਹੈ ਜਿਹਨੂੰ ਵੇਲਾ ਕਸ ਮੇਲਾ ਕਰ ਦਿੰਦਾ ਹੈ, ਪਰ ਯਾਦ ਉਸ ਨੂੰ ਸਲੇਟੀ ਸ਼ਾਮ ਬਣਾ ਦਿੰਦੀ ਹੈ। ਸੁਪਨੇ ਅਤੇ ਅਸਲ ਵਿਚਕਾਰ ਕੋਈ ਮੁਕਾਮ ਹੈ ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ। ਵਾਹ ਜੀ ਜੀ। ਅਰਸ਼ਦ ਵਹੀਦ ਸਾਹਿਬ ਜੀ। ਇਹਦਾ ਉਨਵਾਨ ਉਹਨਾਂ ਨੇ ਕੀਤਾ ਹੈ ਡੈਡ ਮੈਨਸ ਫਲੋਟ, ਮੁਰਦਾ ਤਾਰੀ। And so it happened that the house remained within his consciousness, haunting his dreams. If he dreamt of the dead, then there they were in that house. If he dreamt of the living, they were in the same house again. It all happened in front of that house, in the streets of the neighborhood or nearby. He had moved from here to there, lived in various places, and had even gone abroad. But even there he dreamt of that same house
and those very streets. The 21 years he had spent in the house had devoured all the years of his life since, and that was the real tragedy that haunted him. It was not his own house, and so he was forced to leave it. He didn't return for many years after he left. The new tenants continued to call him to visit until they themselves didn't live there anymore. Even the newcomers who followed them also left. Then one more tenant came, and he too didn't stay. Finally, someone bought the old house, demolished it, and built it anew. The new owner built a grand house with a novel design, more than 3 times as large as the old one, with multiple stories and a towering gate in front. When he saw the new house, the pain that was ever slumbering in his deepest unconscious was awakened. He let out a long, cold sigh. The first house was utterly different. It had 3 rooms on the ground floor, with a kitchen on the side and a tiny courtyard. Underneath the stairs going to the second floor, there was a room for bathing. The toilet was at the top of house. That's how it was done in the 1960s when it was built. There was a big room on right side on the second story, and on the left a kitchen and a small room. He stood looking at the new house. He had the old one in his heart. He was watching the new one through the old one. When he could only see the old one and not the new, he became even more dejected. Living in the cities for so many years, he had finally come to revisit his old house in the old neighborhood. یہ جو سب سے مشکل پیرا تھا, جو کافی لٹریری تھا, یہ اس کی اب ٹرانسلیشن آ رہی ہے. It is our tragedy that we are not allowed to live in the places where we are born and become ourselves, the dreams of which remain alive within us. The beginning of our sojourn on this earth is like a blue sky. Time turns it grey. Very beautiful translation. But remembrance turns that ash color into a deep smoky blue. This is the place between dreams. This is the place between dreams and reality where we keep living and dying. ਜ਼ਬਰਦਸਤ. ਅਸੀਂ ਤਾਰਿਕ ਸਾਹਿਬ ਤੁਹਾਡੇ ਤੋਂ ਹੀ ਗੱਲ ਦਾ ਆਗਾਜ਼ ਅਗਲੀ ਦਾ ਕਰ ਲੈਂਦੇ ਹਾਂ. ਮੈਂ ਜਦੋਂ ਇਹਨਾਂ ਕਹਾਣੀਆਂ ਨੂੰ ਪੜ੍ਹਿਆ, ਇਹਦੇ ਵਿੱਚ ਨੋਸਟੈਲਜੀਆ ਵੀ ਹੈ ਅਤੇ ਇੱਕ ਕੰਟੈਂਪਰਰੀ ਉਹ ਵੀ ਹੈ. ਇੱਕ ਸ਼ਦੀਦ ਵੈਕਿਊਮ ਹੈ ਸਾਡੇ ਖਾਸ ਤੌਰ 'ਤੇ ਲਿਟਰੇਚਰ, ਇੱਥੇ ਦੇ ਲਿਟਰੇਚਰ ਦਾ. ਬਹੁਤ ਘੱਟ ਤੁਹਾਨੂੰ ਲੱਭਦਾ ਜਿਹੜਾ ਕਿ ਬਾਰੋਡ ਨਹੀਂ, ਬਾਰੋਡ ਆਈਡੀਆਜ਼ ਦੇ ਉੱਤੇ ਨਹੀਂ, ਆਪਣਾ ਲੁਕਾਈ ਦਾ ਵੇ, ਸਾਡਾ ਹੈ, ਮੇਰਾ, ਤੁਹਾਡਾ. ਇਹ ਦੋਵੇਂ ਚੀਜ਼ਾਂ ਕਿਸ ਤਰ੍ਹਾਂ ਮੈਨੇਜ ਕੀਤੀਆਂ ਹੋਏਗੀਆਂ? ਤਾਂ ਕਿ ਤੁਸੀਂ ਇਹ ਫੀਲ ਕੀਤੀਆਂ ਨੇ ਜਾਂ ਸਿਰਫ ਮੈਂ ਹੀ ਕੀਤੀਆਂ ਨੇ ਕਿ ਇਹਦੇ ਵਿੱਚ ਸ਼ਦੀਦ ਨੋਸਟੈਲਜੀਆ ਵੀ ਹੈ, ਲੇਕਿਨ ਅੱਜ ਦੇ ਨਾਲ ਡਿਸਕਨੈਕਟੀਵਿਟੀ ਨਹੀਂ ਹੈ? ਦੋਵੇਂ ਚੀਜ਼ਾਂ ਤੁਸੀਂ ਐਗਰੀ ਕਰਦੇ ਹੋ? ਇਹਦੇ ਬਾਅਦ ਤੁਸੀਂ ਡੈਫੀਨੇਟਲੀ ਐਡ ਕਰ ਸਕਦੇ ਹੋ ਜੋ ਤੁਹਾਡਾ. ਮਾਈਕ ਫੜ ਕੇ ਗੱਲ ਕਰਨੀ ਪਏਗੀ ਜਾਂ ਵੈਸੇ ਵੀ ਹੋ ਸਕਦੀ? ਮੈਂ ਨਾ ਜਦੋਂ ਜ਼ੁਬੈਰ ਸਾਹਿਬ ਦੀ ਪਿਛਲੇ ਕੋਈ 3-4 ਦਿਨਾਂ ਤੋਂ ਨਾ ਤਿੰਨੋਂ ਕਿਤਾਬਾਂ ਪੜ੍ਹ ਰਿਹਾ ਵਾਂ. ਮਤਲਬ ਇੰਗਲਿਸ਼ ਵਰਜ਼ਨ ਵੀ ਪੜ੍ਹਿਆ ਅਤੇ ਪੰਜਾਬੀ ਵੀ, ਅਤੇ ਇਸ ਕਿਤਾਬ ਤੋਂ ਇਲਾਵਾ ਜਿਹੜੀਆਂ ਦੂਜੀਆਂ 2 ਕਿਤਾਬਾਂ ਨੇ. ਅਤੇ ਕੱਲ੍ਹ ਮੈਂ ਥੋੜ੍ਹਾ ਜਿਹਾ ਮੈਨੂੰ ਵੇਲ ਮਿਲਿਆ ਦਫ਼ਤਰ ਵਿੱਚ, ਆਈ ਵਾਜ਼ ਟਰਾਈਂਗ ਟੂ ਔਰਗਨਾਈਜ਼ ਮਾਈ ਥਾਟਸ ਕਿ ਮੈਂ ਕੀ ਗੱਲ ਕਰ ਸਕਦਾ ਵਾਂ ਜਾਂ ਕੀ ਪੋਸੀਬਿਲਿਟੀ. ਅਤੇ ਮੈਂ ਕਾਗਜ਼ ਪੈਨਸਲ ਫੜ ਕੇ ਨਾ, ਅਤੇ ਮੋਟਿਵ ਜਿਹਨੂੰ ਅੰਗਰੇਜ਼ੀ ਵਿੱਚ ਇੱਕ ਟਰਮ ਹੈ ਜਿਹੜਾ ਤੁਸੀਂ ਤਖਲੀਕੀ ਮੁਹਾਂਦਰਾ ਕਹਿ ਸਕਦੇ ਹੋ, ਕਿਸੇ ਵੀ ਕਲਾਕਾਰ ਦਾ ਜਿਹੜਾ ਉਹਦਾ ਕਲੀਨ ਹੈ ਜਾਂ ਗਲੀਚਾ ਹੈ ਜਾਂ ਪੇਂਟਿੰਗ ਹੈ, ਉਹਦੇ ਵਿੱਚ ਜਿਹੜੇ ਪੈਟਰਨ ਬਾਰ-ਬਾਰ ਬਣਦੇ ਨੇ, ਮੈਂ ਉਹ ਵੇਖਣ ਦੀ ਕੋਸ਼ਿਸ਼ ਕੀਤੀ. ਅਤੇ ਮੈਂ ਪਹਿਲਾ ਜਿਹੜਾ ਲਫ਼ਜ਼ ਲਿਖਿਆ ਕਾਗਜ਼ 'ਤੇ ਉਹ ਸੀ ਚੇਤਾ, ਮੈਮਰੀ. ਦੂਜਾ ਲਫ਼ਜ਼ ਜਿਹੜਾ ਮੇਰੇ ਜ਼ਿਹਨ 'ਚ ਉਹ ਆਇਆ, ਔਰ ਉਹ ਇੰਪਰੈਸ਼ਨ ਮੇਰਾ ਉਹਨਾਂ ਦੀਆਂ ਕਹਾਣੀਆਂ ਸਾਰੀਆਂ ਪੜ੍ਹਨ ਤੋਂ ਬਾਅਦ ਜੋ ਬਣਿਆ. ਦੂਜਾ ਜਿਹੜਾ ਮੈਨੂੰ ਸੈਂਟਰਲ ਥੀਮ ਲੱਗਾ ਉਹ ਸੀ ਚਿੱਤ, ਔਰ ਤੀਜਾ ਸੀ ਚਿਤਾਰਨ. ਅਤੇ ਜਦੋਂ ਮੈਂ ਲਿਖਿਆ ਨਾ, ਤਾਂ ਮੈਨੂੰ ਅੱਗੇ ਫਿਰ ਹੋਰ ਕੁਝ ਲਿਖੀਆਂ, ਤਾਂ ਕੋਈ ਸ਼ੈਵਾਂ, ਕੋਈ 5-6 ਲਾਈਨਾਂ ਦੀ ਇੱਕ ਨਜ਼ਮ ਜੀ ਬਣ ਗਈ. ਅਤੇ ਉਹ ਮੈਂ ਪੇਸ਼ ਕਰਨਾ ਵਾ. ਬੇਸਿਕਲੀ ਜ਼ੁਬੈਰ ਸਾਹਿਬ ਦੀ ਵੇਲ ਹੈ, ਉਹਨਾਂ ਦੇ ਤਖਲੀਕੀ ਜਿਹੜਾ ਪੈਨੋਰਾਮਾ ਹੈ, ਉਹਦੀ ਮੈਂ ਕੋਈ ਮੋਟਿਵ ਦੇ ਜਿਹੜੀਆਂ ਤੰਦਾਂ ਨੇ ਉਹ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ. ਚੇਤਾ, ਚਿੱਤ, ਚਿਤਾਰਨ, ਜੀਵਨ, ਸੁਫਨਾ, ਉਸਾਰਨ, ਵੇਲਾ, ਵੰਡ, ਵਿਸਾਰਨ, ਪੀੜਾਂ, ਪੈਰ ਪਸਾਰਨ, ਕਿਆ ਬਾਤ ਹੈ, ਆਸਾਂ, ਮੋਹ, ਵਿਚਾਰਨ, ਕਬੂਤਰ, ਕਥਾ, ਉਚਾਰਨ. ਇਹ ਕੋਈ 15-16 ਲਫ਼ਜ਼ ਨੇ,
ਔਰ ਇਹ ਸਾਰੇ ਜਿਹੜੇ ਨੇ ਨਾ ਇਹਨਾਂ ਦੀਆਂ ਕਹਾਣੀਆਂ ਦੇ ਵਿੱਚੋਂ ਨਿਕਲੇ ਨੇ। ਇਹਨਾਂ ਦੇ ਜੋ ਮੈਨੂੰ ਲੱਗਿਆ ਹੈ ਕਿ ਜ਼ੁਬੈਰ ਸਾਹਿਬ ਦੀ ਜਿਹੜੀ ਫਿਕਸ਼ਨ ਹੈ ਉਹ ਮੈਨੂੰ ਬਹੁਤ ਮਜ਼ੇਦਾਰ ਲੱਗੀ ਜਦੋਂ ਤੁਸੀਂ ਆਲਮੀ ਅਦਬ ਮਤਲਬ ਸਾਊਥ ਅਮਰੀਕਾ, ਲੈਟਿਨ ਅਮਰੀਕਾ, ਰਸ਼ੀਆ ਔਰ ਪੋਸਟ ਮਾਡਰਨ ਇੰਗਲਿਸ਼ ਔਰ ਫ੍ਰੈਂਚ ਲਿਟਰੇਚਰ ਔਰ ਜਿਹੜਾ ਮਤਲਬ ਫਿਕਸ਼ਨ ਸ਼ਾਰਟ ਸਟੋਰੀ ਦੁਨੀਆ ਦੇ ਵਿੱਚ ਲਿਖੀ ਜਾ ਰਹੀ ਹੈ, ਉਹਦੇ ਮੁਕਾਬਲੇ ਵਿੱਚ ਅਗਰ ਤੁਸੀਂ ਪੰਜਾਬੀ ਦੀ ਕੋਈ ਕਹਾਣੀ ਪਿਛਲੇ 20-30 ਸਾਲਾਂ ਦੇ ਵਿੱਚ ਛਪਣ ਵਾਲੇ ਕਹਾਣੀਕਾਰਾਂ ਦੀਆਂ ਕੋਈ ਕਿਤਾਬਾਂ ਦੇ ਵਿੱਚੋਂ ਕੋਈ ਇੱਕ ਚੁਣ ਸਕਦੇ ਹੋ ਤਾਂ ਮੈਂ ਸਮਝਦਾ ਹਾਂ ਕਿ ਜ਼ੁਬੈਰ ਸਾਹਿਬ ਦੀਆਂ ਕਹਾਣੀਆਂ ਨੇ। ਅੱਛਾ, ਇਹਨਾਂ ਦੀ ਕਹਾਣੀਆਂ ਦੇ ਵਿੱਚ ਨਾ ਮੈਮਰੀ ਇੱਕ ਜਿਉਂਦਾ ਜਾਗਦਾ ਕਿਰਦਾਰ ਬਣ ਕੇ ਆਉਂਦਾ ਹੈ। ਇਹਨਾਂ ਦਾ ਚੇਤਾ ਇੱਕ ਐਬਸਟਰੈਕਟ ਚੇਤਾ ਨਹੀਂ ਹੈ ਬਲਕਿ ਉਹ ਲਿਵਿੰਗ ਕਰੈਕਟਰ ਬਣ ਜਾਂਦਾ ਹੈ। ਅੱਛਾ, ਫਿਰ ਮੈਂ ਦੇਖਿਆ ਇਹਨਾਂ ਦੀ ਹਰ ਕਹਾਣੀ ਦੇ ਵਿੱਚ ਸੁਫਨਾ ਜਿਹੜਾ ਹੈ ਉਹ ਉਸ ਕਹਾਣੀ ਦਾ ਬੜਾ ਇੰਪੋਰਟੈਂਟ ਕੰਪੋਨੈਂਟ ਹੈ। ਕੋਈ ਵੀ ਕਹਾਣੀ ਉਠਾ ਲਓ ਉਹ ਕਿਧਰੇ ਨਾ ਕਿਧਰੇ ਜਾ ਕੇ ਉਹਦੇ ਵਿੱਚ ਇੱਕ ਸੁਫਨੇ ਦਾ ਪੈਚ ਜ਼ਰੂਰ ਲੱਗਦਾ ਹੈ। ਅੱਛਾ, ਔਰ ਫਿਰ ਜਿਹੜੀ ਟਾਈਮ ਹੈ ਇਹਨਾਂ ਦਾ ਟਾਈਮ ਵੀ ਬਹੁਤ ਫਲੂਇਡ ਹੈ, ਯਾਨੀ ਇੰਜ ਜਿਵੇਂ ਕਲਾਸੀਕਲ ਕਹਾਣੀ ਦੇ ਵਿੱਚ ਹੁੰਦਾ ਸੀ ਨਾ ਕਿ ਕਹਾਣੀ ਦਾ ਇੱਕ ਸ਼ੁਰੂ ਹੈ, ਇੱਕ ਵਿਚਕਾਰ ਹੈ ਤੇ ਇੱਕ ਉਹਦਾ ਅੰਜਾਮ ਹੈ, ਇੰਜ ਨਹੀਂ ਹੈ। ਇਹਨਾਂ ਦਾ ਟਾਈਮ ਪ੍ਰੈਜ਼ੈਂਟ ਪਾਸਟ ਔਰ ਫਿਊਚਰ ਗੜਬੜ ਹੋਇਆ ਹੋਇਆ ਹੈ ਔਰ ਜਿਹੜਾ ਕਿ ਮੈਂ ਸਮਝਦਾ ਹਾਂ ਕਿ ਬੜੀ ਪੋਸਟ ਮਾਡਰਨ ਸੈਂਸਿਬਿਲਿਟੀ ਹੈ। ਅੱਛਾ, ਮੈਂ ਜਦੋਂ ਟਾਈਮ ਦੀ ਟ੍ਰੀਟਮੈਂਟ ਨੂੰ ਗੌਰ ਕੀਤਾ ਤੇ ਮੈਨੂੰ ਐਵੇਂ ਨਾ ਉਹ T.S. Eliot ਦੀ ਬੜੀ ਮਸ਼ਹੂਰ ਨਜ਼ਮ ਹੈ 4 ਕੁਆਰਟੇਟ, ਜਿਹਦੇ ਵਿੱਚ ਉਹ ਬਰਨਟ ਨਾਰਟਨ ਦੀਆਂ ਓਪਨਿੰਗ ਲਾਈਨਾਂ ਨੇ ਕਿ ਉਹ ਕਹਿੰਦਾ ਹੈ ਕਿ ਟਾਈਮ ਪ੍ਰੈਜ਼ੈਂਟ ਐਂਡ ਟਾਈਮ ਪਾਸਟ are perhaps both present in time future. Time present and time past are perhaps both present in time future. Time future is contained in time past. And all time, if all time is eternally present, then all time is irredeemable या unredeemable. ਅੱਛਾ, ਇਹ ਹੁਣ 3-4 ਲਾਈਨਾਂ ਨੇ ਜਿਹੜਾ ਉਹ ਕਹਿੰਦਾ ਕਿ ਵੇਲਾ ਮਤਲਬ ਮੈਨੂੰ ਤਰਜਮਾ ਕਰਨ ਦੀ ਲੋੜ ਨਹੀਂ। ਜ਼ੁਬੈਰ ਸਾਹਿਬ ਦੇ ਹਾਂ ਵੀ ਨਾ ਇੱਕ ਕਰੈਕਟਰ ਜਿਹੜਾ ਹੈ ਉਹ ਕ੍ਰਿਸ਼ਨ ਨਗਰ ਦੀ ਗਲੀ 'ਚ ਬੈਠਾ ਹੈ, ਬਾਰਿਸ਼ ਵਹਿੰਦਾ ਪਿਆ ਹੈ, ਉਹ ਵਹਿੰਦਾ ਰੋਮ ਦੇ ਇਟਲੀ ਦੇ ਸ਼ਹਿਰ ਰੋਮ ਵਿੱਚ ਚਲਾ ਜਾਂਦਾ ਹੈ ਔਰ ਉੱਥੋਂ ਫਿਰ ਵਾਪਸ ਲਾਹੌਰ ਆਉਂਦਾ ਹੈ, ਫਿਰ ਕਦੀ ਉਹ ਬਟਾਲੇ ਚਲਾ ਜਾਂਦਾ ਹੈ ਔਰ ਫਿਰ ਉਹ ਕੁੜੀ ਜਿਹੜੀ ਗਲੀ 'ਚੋਂ 30 ਸਾਲ ਪਹਿਲਾਂ ਲੰਘੀ ਸੀ ਉਹ ਫਿਰ ਉਹ ਨਜ਼ਰ ਆਉਣ ਲੱਗ ਪੈਂਦੀ ਹੈ। ਸੋ ਇੰਨਾ ਫਲਕਸ ਹੈ ਮੈਮਰੀ ਦਾ ਔਰ ਯਾਦਾਂ ਦਾ ਔਰ ਉਹ ਸਾਰੀ। ਅੱਛਾ, ਇਹਨਾਂ ਦੇ ਹਾਂ ਜਿਹੜੀ ਮੈਮਰੀ ਹੈ ਯਾਨੀ ਜ਼ਿੰਦਗੀ ਇੱਕ ਤਾਂ ਉਹ ਹੈ ਨਾ ਜਿਹੜੀ ਤੁਸੀਂ ਫਿਨੋਮੀਨਲੀ ਜੀਂਦੇ ਹੋ, ਇੱਕ ਉਹ ਜਿਹੜੀ ਤੁਸੀਂ ਰੀਅਲੀ ਜੀਂਦੇ ਹੋ। ਇੱਕ ਜਿਹੜੀ ਹੈ ਜਿਹੜੀ ਲਾਈਨ ਇਹ ਲਾਈਨ ਮੈਂ ਆਪ ਵੀ ਅੰਡਰਲਾਈਨ ਕੀਤੀ ਸੀ, ਤੁਸੀਂ ਮੈਨੂੰ ਟੋਕ ਸਕਦੇ ਹੋ ਅਗਰ ਮੈਂ ਜ਼ਿਆਦਾ ਬੋਲ ਰਿਹਾ। ਇੱਕ ਹਾਂ, ਜਦੋਂ ਮੈਂ ਅੰਗਰੇਜ਼ੀ ਕਰ ਰਿਹਾ ਸੀ ਨਾ ਤੇ ਹੈਮਲੇਟ ਦੀ ਉਹ ਲਾਈਨ ਜਿਹੜੀ ਟੂ ਬੀ ਔਰ ਨਾਟ ਟੂ ਬੀ ਦੈਟਸ ਦ ਕੁਐਸਚਨ, ਉਹਦੇ ਬਾਰੇ ਅਸੀਂ ਕੁਝ ਐਵੇਂ ਪੜ੍ਹ ਰਹੇ ਸਾਂ ਤੇ ਇੱਕ ਗੋਰੇ ਕ੍ਰਿਟਿਕ ਦੀ ਇੱਕ ਲਾਈਨ ਮੈਨੂੰ ਅੱਜ ਵੀ ਯਾਦ ਹੈ। ਉਹਨੇ ਲਿਖਿਆ ਸੀ ਕਿ ਟ੍ਰੈਜੇਡੀ ਨਾ ਤੇ ਟੂ ਬੀ ਦੇ ਬਾਰੇ ਵੇ ਨਾ ਹੀ ਨਾਟ ਟੂ ਬੀ ਦੇ ਬਾਰੇ ਵੇ, ਟ੍ਰੈਜੇਡੀ ਇਹਨਾਂ ਦੋਵਾਂ ਨੂੰ ਜੋੜਨ ਵਾਲੇ ਆਰ ਦੇ ਬਾਰੇ ਵੇ। ਔਰ ਹੁਣ ਮੈਂ ਜ਼ੁਬੈਰ ਸਾਹਿਬ ਦੀ ਇੱਕ ਲਾਈਨ ਤੁਹਾਨੂੰ ਪੜ੍ਹ ਕੇ ਸੁਣਾਉਣਾ ਵਾ ਇਸੇ ਕਹਾਣੀ 'ਚੋਂ। ਸੁਫਨੇ ਤੇ ਅਸਲ ਵਿਚਕਾਰ, ਸੁਫਨੇ ਤੇ ਅਸਲ ਵਿਚਕਾਰ ਕੋਈ ਹੋਰ ਮਕਾਮ ਹੈ ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ। ਵਾਹ, ਯਾਨੀ ਰਿਐਲਿਟੀ ਔਰ ਡ੍ਰੀਮ ਦੇ ਵਿਚਲੇ ਸਨ ਕੋਈ ਥਾਂ ਹੈ ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ। ਤੇ ਇਹ ਮੈਨੂੰ ਬਹੁਤ ਹੀ ਇਨਸਪਾਇਰਿੰਗ ਔਰ ਮੂਵਿੰਗ ਲੱਗਾ ਕਿ ਬੇਸ਼ੱਕ ਵਕਤ ਤੁਸੀਂ ਯਾਨੀ ਤੁਹਾਡੀ ਹੋਂਦ ਜਿਹੜੀ ਹੈ ਉਹ ਅਸਲ ਕਿਹੜੀ ਹੈ, ਸੁਫਨਾ ਅਸਲ ਹੈ ਜਾਂ ਹਕੀਕਤ ਜਿਹਨੂੰ ਸਮਝਦੇ ਹਾਂ ਅਸੀਂ ਉਹ ਅਸਲ ਹੈ ਜਾਂ ਇਹਨਾਂ ਦੋਵਾਂ ਦੇ ਵਿਚਕਾਰ ਵੀ ਕੋਈ ਥਾਂ ਹੈ। ਤੇ ਮੇਰਾ ਖਿਆਲ ਹੈ ਜਿਹੜਾ ਫਿਕਸ਼ਨ ਰਾਈਟਰ ਹੈ ਨਾ ਉਹਦਾ ਕੰਮ ਉਸ ਵਿਚਕਾਰਲੀ ਥਾਂ ਨੂੰ ਲੱਭਣਾ ਹੈ। ਤੇ ਮੇਰਾ ਖਿਆਲ ਹੈ ਜ਼ੁਬੈਰ ਸਾਹਿਬ ਨੇ ਬੜੀ ਕਾਮਯਾਬੀ ਨਾਲ ਲੱਭੀ ਹੈ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਸੀਂ ਅੱਗੇ ਵਧਾਂਗੇ ਅਰਸ਼ਦ ਵਹੀਦ ਸਾਹਿਬ ਵੱਲ। ਗੱਲ ਹੋ ਗਈ ਜੀ ਕਿ ਇਹ ਯੋਨਰਾ ਜਿਹੜਾ ਹੈ ਉਹ ਕਹਾ ਜਾ ਸਕਦਾ ਹੈ ਜੀ ਟ੍ਰੈਜੇਡੀ ਹੈ, ਟ੍ਰੀਟਮੈਂਟ ਟਾਈਮ ਐਂਡ ਸਪੇਸ ਦੀ ਬੜੀ ਬਲਰਡ ਹੈ। ਅਤੇ ਤੁਹਾਡਾ ਇਹਦੇ ਬਾਰੇ 'ਚ ਕੀ ਆਖਣਾ ਹੈ ਕਿ ਟਾਈਮ ਐਂਡ ਸਪੇਸ ਦੀ ਟ੍ਰੀਟਮੈਂਟ ਦੇ ਨਾਲ ਓਂਟੋਲੋਜੀਕਲੀ ਖੇਡਿਆ ਗਿਆ ਹੈ, ਉਹਨੂੰ ਕੀ ਐਜ਼ ਅ ਟੂਲ ਇਸਤੇਮਾਲ ਕਰਕੇ ਪੂਰਾ ਨੈਰੇਟਿਵ ਉਹਦੇ ਉੱਤੇ ਕੰਸਟਰਕਟ ਕੀਤਾ ਗਿਆ ਹੈ ਜਾਂ ਅਤੇ ਫਿਰ ਤੇ ਇਹਦਾ ਮਤਲਬ ਹੈ ਕਿ ਇਹ ਬਹੁਤ ਮਾਡਰਨ ਲਿਖਾ ਹੋਇਆ ਨਾਵਲ ਹੈ। ਆਈ ਮੀਨ ਸਾਡਾ ਕਹਾਣੀ ਹੈ ਐਸਾ, ਇਹ ਕਹਾਣੀਆਂ ਨੇ ਇਹ ਕਲਾਸੀਕਲ ਐਸ ਸੱਚ ਉਸ ਤਰ੍ਹਾਂ ਦੀਆਂ ਨਹੀਂ। ਇਹਦੇ ਬਾਰੇ ਤੁਸੀਂ ਕੀ ਆਖੋਗੇ, ਕੀ ਐਡ ਕਰੋਗੇ? ਵੈਸੇ ਮੈਂ ਅਦਰਵਾਈਜ਼ ਵੀ ਇਸੇ 'ਤੇ ਗੱਲ ਕਰਨੀ ਸੀ, ਮੈਂ ਜਿਹੜੇ ਨੋਟਸ ਬਣਾਏ ਸਨ ਕਿ ਇਸ 'ਤੇ ਵਕਤ ਔਰ ਮਕਾਮ ਬਹੈਸੀਅਤ ਕਿਰਦਾਰ ਜੋ ਹੈ ਨਾ ਇਸ में ਆਏ। ਲੇਕਿਨ ਇਸ ਤੋਂ ਪਹਿਲੇ ਮੈਂ ਉਰਦੂ ਪੰਜਾਬੀ ਜ਼ਰਾ ਮਿਕਸ ਕਰ ਲਾਂਗਾ। ਬਿਲਕੁਲ। ਇਸ ਤੋਂ ਪਹਿਲੇ ਜਿਹੜਾ ਨਾ ਨੋਸਟੈਲਜੀਆ ਦੀ ਗੱਲ 'ਤੇ ਮੈਂ ਥੋੜ੍ਹਾ ਜਿਹਾ ਇੱਕ ਕਮੈਂਟ ਕਰਨਾ ਚਾਹਾਂਗਾ ਕਿ ਇਹ ਕਹਾਣੀਆਂ ਮਤਲਬ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਇੱਕ ਨੋਸਟੈਲਜੀਆ ਦੀ ਫੀਲਿੰਗ ਆਉਂਦੀ ਹੈ ਕਿਉਂਕਿ ਬਹੁਤ ਵਿਜ਼ੀਬਲ ਹੈ ਲੇਕਿਨ ਦੇਰ ਇਜ਼ ਅ ਲੋਟ ਅੰਡਰਨੀਥ ਇਟ ਨਾ।
ਔਰ ਮੈਂ ਇਹਨੂੰ ਜੋੜਨਾ ਕੁੰਡੇਰਾ ਦੀ ਇੱਕ ਬੜੀ ਮਸ਼ਹੂਰ ਜੀ ਸੇਇੰਗ ਹੈ, ਮਤਲਬ ਐਗਜ਼ੈਕਟਲੀ ਮੈਨੂੰ ਯਾਦ ਨਹੀਂ, ਕਿ ਮੈਮਰੀ ਇਜ਼ ਅ ਸਟਰਗਲ ਅਗੇਂਸਟ ਪਾਵਰ, ਸਮਥਿੰਗ ਲਾਈਕ ਦੈਟ। ਮੈਨੂੰ ਯਾਦ ਹੈ ਤੁਸੀਂ ਸੁਣਾ ਦਿਓ। ਉਹਨੇ ਕਿਹਾ ਕਿ the struggle of memory against forgetting is the struggle against power. ਵਾਹ, ਕਿਉਂਕਿ ਉਹਦਾ ਬੜਾ ਥੀਸਿਸ ਹੈ ਕਿ ਜਿਹੜਾ ਆਪਣੇ ਖਾਸ ਤੌਰ 'ਤੇ ਮੈਂ ਥੋੜ੍ਹਾ ਜਿਹਾ ਮੁਖਤਸਰ ਕਰ ਲਾਂਗਾ, ਲੇਕਿਨ ਇਹ ਗੱਲ ਜ਼ਰਾ ਮੈਨੂੰ ਕਰਨ ਦੇਣਾ। ਨਹੀਂ ਜ਼ਰੂਰ ਜ਼ਰੂਰ। ਫਿਕਸ਼ਨ ਦੇ ਬਾਰੇ 'ਚ ਜਾਂ ਲਿਟਰੇਚਰ ਦੇ ਬਾਰੇ 'ਚ ਜੋ ਕੁਝ ਚੇਂਜ ਹੋ ਰਿਹਾ ਨਾ ਉਹਦੇ ਬਾਰੇ 'ਚ, ਲਿਟਰੇਚਰ ਦੇ ਬਾਰੇ 'ਚ ਉਹਦਾ ਖਿਆਲ ਸੀ ਕਿ ਜਿਹੜਾ ਫਿਕਸ਼ਨ ਹੈ ਨਾ ਇਨਸਾਨ ਦੀ ਅੰਦਰੂਨੀ ਜ਼ਿੰਦਗੀ ਦੀ ਐਕਸਪਲੋਰੇਸ਼ਨ ਹੈ, ਅਤੇ ਜਿਹੜਾ ਕਰੰਟ ਫਿਕਸ਼ਨ ਆ ਰਿਹਾ ਨਾ ਉਹ ਇਸ ਤਰ੍ਹਾਂ ਦਾ ਨਹੀਂ ਰਹਿ ਰਿਹਾ ਹੁਣ, ਇਹ ਹੋਰ ਹੋ ਗਿਆ, ਬੜਾ ਸਟਾਈਲਾਈਜ਼ਡ ਹੋ ਗਿਆ, ਇਹਦੇ ਬਹੁਤ ਸਾਰੇ ਇਹਦੇ ਮਕਾਸਿਦ ਹੋ ਗਏ ਨੇ, ਕਾਰਪੋਰੇਟ ਉਹਦਾ ਸਿਸਟਮ ਵਗੈਰਾ ਵਗੈਰਾ। ਉਹ ਕਹਿੰਦੇ ਲਿਖਣ ਵਾਲੇ ਤਾਂ ਬਹੁਤ ਨੇ, ਲੇਕਿਨ ਜਿਹੜਾ ਫਿਕਸ਼ਨ ਦਾ ਅਸਲ ਮਤਲਬ ਹੈ ਕਿ ਰਿਐਲਿਟੀ ਨੂੰ ਇਲੂਮੀਨੇਟ ਕਰੇ ਥਰੂ ਈਵੈਂਟਸ ਐਂਡ ਇਨਡਾਇਰੈਕਟ ਤਰੀਕੇ ਦੇ ਨਾਲ। ਪਰ ਆਖਿਰ 'ਚ ਉਹ ਇਹ ਕਹਿੰਦਾ ਹੈ ਕਿ ਮਤਲਬ ਇਹ ਕਿ ਕਿਆ ਹੁਣ ਅਸੀਂ ਲਿਖਣਾ ਛੱਡ ਦਈਏ, ਮਤਲਬ ਅਗਰ, ਕਿਉਂਕਿ ਫਿਊਚਰ ਤਾਂ ਹਮੇਸ਼ਾ ਪਾਵਰ ਹੋਏਗੀ ਨਾ, ਮੋਰ ਪਾਵਰਫੁਲ ਹੋਏਗਾ। ਆਉਣੇ ਵਾਲਾ ਵੇਲਾ ਜਿਹੜਾ ਹੈ ਨਾ ਅੱਜ ਤੋਂ ਜ਼ਿਆਦਾ ਪਾਵਰਫੁਲ ਹੋਏਗਾ, ਤਾਂ ਉਹ ਆਪਣੀ ਹਿਸਾਬ ਨਾਲ ਸਾਨੂੰ ਜੱਜ ਕਰੇਗਾ ਨਾ, ਐਂਡ ਵਿਲ ਸਟੈਂਡ ਨੋਵੇਅਰ। ਪਰ ਫਿਰ ਵੀ ਉਹ ਕਹਿੰਦਾ ਹੈ ਕਿ ਇਸ ਦੇ ਬਾਵਜੂਦ ਵੀ ਮੈਂ ਆਪਣੇ ਆਪ ਨੂੰ ਇਸੀ ਫਿਕਸ਼ਨ ਦੀ ਜਿਹੜੀ ਘੱਟ ਹੁੰਦੀ ਹੋਈ ਲੈਗੇਸੀ ਉਹਦੇ ਨਾਲ ਹੀ ਜੋੜਨਾ ਚਾਹਾਂਗਾ। ਅਤੇ ਇਹਦੀ ਕਹਾਣੀਆਂ ਵੀ ਜਿਹੜੀਆਂ ਨੇ ਸਿਰਫ ਨੋਸਟੈਲਜੀਆ ਨਹੀਂ ਹੈ, ਇਹ ਇੱਕ ਕੰਪੈਰੀਜ਼ਨ ਹੈ। ਇਸ ਦੇ ਪੂਰੀ ਅਗਰ ਤੁਸੀਂ ਵੇਖੋ ਨਾ ਵੇਲੇ ਦੀ ਜਿਹੜੀ ਹੌਰੀਜ਼ੈਂਟਲ ਜਾਂ ਦਾਏਂ ਬਾਏਂ ਉਸਦੀ ਮੂਵਮੈਂਟ ਦੇ ਬਾਵਜੂਦ ਇੱਥੇ ਜਿਹੜਾ ਨਾ ਵਕਤ ਅਤੇ ਮਕਾਮ, ਟਾਈਮ ਐਂਡ ਸਪੇਸ ਬੋਥ ਜਿਹੜੇ ਨੇ ਇੱਕ ਕਰੈਕਟਰ ਦੇ ਤੌਰ 'ਤੇ ਆਏ ਨੇ। ਅੱਛਾ ਹੁਣ ਔਰ ਉਹਦੇ ਵਿੱਚ ਜਿਹੜੀ ਤਬਦੀਲੀਆਂ ਨੇ ਉਹ ਯਾਨੀ ਇੱਕ ਤਾਂ ਪੂਰੀ ਕਹਾਣੀਆਂ 'ਚ ਨਾ ਇੱਕ ਤਾਂ ਖਾਰਜੀ ਜ਼ਿੰਦਗੀ ਨਜ਼ਰ ਆਉਂਦੀ ਹੈ ਨਾ, ਕਿ ਟਾਈਮ ਜਿਹੜਾ ਹੈ ਅਗਰ ਉਹ ਦੋ ਤਰੀਕੇ ਦੇ ਨਾਲ ਇਸਤੇਮਾਲ ਹੋਇਆ। ਇੱਕ ਤਾਂ ਕੈਲੰਡਰ ਟਾਈਮ ਹੈ ਨਾ, ਕਿ ਦਿਨ, ਮਹੀਨੇ, ਸਾਲ, ਠੀਕ ਹੈ ਨਾ, ਉਸ ਤਰ੍ਹਾਂ ਗੁਜ਼ਰ ਰਿਹਾ ਹੈ, ਅਤੇ ਉਹ ਹਿਸਟੋਰੀਕਲ ਇਵੈਂਟਸ ਵੀ ਹੋ ਰਹੇ ਨੇ। ਉਹ ਜਿਹੜੀਆਂ ਗਲੀਆਂ ਸਨ, ਜਿਹੜੇ ਬਨੇਰੇ ਸਨ, ਛੱਤਾਂ ਦੇ ਨਾਲ ਮਿਲੇ ਲੋਕੀ ਸਨ, ਉਹ ਪਲਾਜ਼ਿਆਂ 'ਚ ਬਦਲ ਰਹੇ ਨੇ। ਇਹ ਲੋਕ ਮਾਈਗਰੇਟ ਹੋ ਰਹੇ ਨੇ, ਦੂਜੇ ਮੁਲਕਾਂ 'ਚ ਵੀ ਜਾ ਰਹੇ ਨੇ, ਜਾਂ ਉੱਥੇ ਰਹਿੰਦੇ ਹੋਏ ਵੀ ਜਿਹੜਾ ਨਾ ਆਈਸੋਲੇਟ ਜਾਂ ਆਪਣੇ ਵੇਲੇ ਦੇ ਵਿੱਚ ਵੀ ਅਜਨਬੀ ਹੋ ਗਏ ਨੇ, ਯਾਨੀ ਆਪਣੇ ਟਾਈਮ ਵਿੱਚ ਅਜਨਬੀ ਹੋ ਗਏ, ਜਾਂ ਲੋਕਾਂ ਨੇ ਉਹਨਾਂ ਨੂੰ ਡਿਸਓਨ ਕਰ ਦਿੱਤਾ, ਭਾਵੇਂ ਉਹ ਗਰੀਬ ਹੋ ਗਏ, ਭਾਵੇਂ ਉਹ ਪੁਰਾਣੇ ਕੋਈ ਮੁਕੱਦਮੇ ਚੱਲਦੇ ਸਨ ਜਿਨ੍ਹਾਂ ਦੀਆਂ ਮਕਾਨਾਂ ਦੇ ਉੱਤੇ ਉਹ ਹਾਰ ਗਏ ਤਾਂ ਉਹਨਾਂ ਨੂੰ ਛੱਡਣਾ ਪਿਆ। ਇਹ ਸਾਰੀ ਕੁਝ ਵੀ ਹੈ, ਲੇਕਿਨ ਇਹ ਰਿਫਲੈਕਟ ਕਰ ਰਿਹਾ ਕਿ ਲੋਕੀ ਕਿਵੇਂ ਬਦਲ ਰਹੇ ਨੇ। ਯਾਨੀ ਟਾਈਮ ਇੱਕ ਤਾਂ ਓਬਜੈਕਟਿਵਲੀ ਗੁਜ਼ਰ ਰਿਹਾ ਔਰ ਦੂਸਰਾ ਲੋਕਾਂ ਦੇ ਅੰਦਰ ਗੁਜ਼ਰ ਰਿਹਾ। ਉਸ ਵਿੱਚ ਲੋਕੀ ਜਿਹੜੇ ਉਸ ਟਾਈਮ ਨੂੰ ਗੁਜ਼ਰ ਰਹੇ ਨੇ ਉਹਦੇ 'ਚ ਤਬਦੀਲ ਹੋ ਰਹੇ ਨੇ, ਐਲੀਨੇਟ ਹੋ ਰਹੇ ਨੇ। ਜਿਹੜੇ ਬੱਚੇ ਆਪਸ ਵਿੱਚ ਗਲੀਆਂ 'ਚ ਖੇਡਦੇ ਸਨ ਉਹ ਫਿਰ ਕਦੀ ਮਿਲ ਨਹੀਂ ਪਾਉਂਦੇ, ਮਿਲਣ ਦੀ ਖਵਾਹਿਸ਼ ਵੀ ਸ਼ਾਇਦ ਨਹੀਂ ਰਹਿੰਦੀ, ਜਾਂ ਓਲਾ ਕਰਨ ਨੂੰ ਦਿਲ ਕਰਦਾ ਕਿ ਹੁਣ ਅਸੀਂ ਇਹਨਾਂ ਨੂੰ ਨਾ ਮਿਲੀਏ। ਅਤੇ ਜਿਹੜਾ ਇੱਥੇ ਜਿਹੜਾ ਵਕਤ ਜਿਹੜਾ ਹੈ ਨਾ ਇਹ ਦੋ ਤਰੀਕੇ ਨਾਲ ਹੋਇਆ ਹੈ, ਕਿ ਇੱਕ ਤਾਂ ਕਿ ਹਿਸਟੋਰੀਕਲ ਟਾਈਮ ਹੈ, ਕੈਲੰਡਰ ਟਾਈਮ ਹੈ, ਔਰ ਦੂਸਰਾ ਵਾਟਸ ਹੈਪਨਿੰਗ ਔਨ ਦਾ ਪੀਪਲ ਓਵਰ ਦਿਸ ਪੀਰੀਅਡ ਆਫ ਟਾਈਮ। ਤੀਸਰਾ ਜਿਹੜਾ ਸਪੇਸ ਹੈ ਨਾ, ਇੱਕ ਸ਼ਹਿਰ ਦਾ ਜਿਹੜਾ ਬੜਾ ਜ਼ਬਰਦਸਤ ਮੈਟਾਫਰ ਇੱਥੇ, ਯਾਨੀ ਲਾਹੌਰ ਤਾਂ ਐਕਚੁਅਲ ਹੈ, ਮੈਟਾਫਰ ਤਾਂ ਨਹੀਂ ਹੈ, ਲੇਕਿਨ ਇਹ ਮੈਟਾਫਰ ਇਨ ਮਾਨਿਆ 'ਚ ਹੈ ਕਿ ਇੱਕ ਤਹਿਜ਼ੀਬ ਦੀ ਤਬਦੀਲੀ ਨੂੰ ਵੀ ਇਹ ਦੱਸਦਾ ਹੈ। ਸ਼ਹਿਰਾਂ ਦੇ ਉੱਤੇ ਲੋਕ ਜਿਵੇਂ ਦਿੱਲੀ ਦੇ ਬਾਰੇ 'ਚ ਮੀਰ ਦੇ ਬੜੇ ਸ਼ੇਰ ਗਾਲਿਬ ਨੇ ਬਹੁਤ ਕੁਛ ਲਿਖਿਆ, ਠੀਕ ਹੈ ਨਾ। ਉਸੇ ਤਰ੍ਹਾਂ ਲਾਹੌਰ ਦਾ ਵੀ ਇੱਕ ਬੜਾ ਲੋਕੀ ਮਤਲਬ ਕੀ ਹੈ, ਕਿੰਨੇ ਬੂਹੇ ਤੇ ਕਿੰਨੇ ਬਾਰੀਆਂ ਨੇ। ਜਾਂ ਨਾਸਿਰ ਕਾਜ਼ਮੀ ਜੋ ਇਮੀਗ੍ਰੇਟ ਹੋ ਕੇ ਆਇਆ, उसने जो लिखा कि शहर लाहौर तेरी गलियां दाएम हैं, इन्हीं गलियों की हवा खींच के लाई है मुझे। और इस पर बहुत लोगों ने लिखा है, चाहे इसका नाम ना भी लिया हो। जब फैज़ साहब कहते हैं कि आज की शब जब दिए जलाएं ऊंची रखें लो, तो लाहौर के ऊपर ही सारा है। तो इसमें इन्होंने उस लाहौर की जो तब्दीली है, बुनियादी तौर पर लिटरेचर का काम हिस्ट्री लिखना नहीं है, मतलब हिस्ट्री एक डिवाइस के तौर पर तो है, ठीक है ना, लेकिन हिस्ट्री तो हिस्टोरियंस लिखें। तो जो नावल में जब हिस्ट्री आती है तो दरअसल वो इंसानों के बारे में है। नावल जो है किसी भी सोशल साइंस को ह्यूमनाइज कर रहा होता है। तो ये इस लिहाज से टाइम और स्पेस का इस लिहाज से बड़ा गहरा ताल्लुक़ है कि इन्होंने उसको जो शहर को या जो लाहौर को इस्तेमाल किया है, उसमें उसने ये बताया है और उसके इर्द गिर्द पूरी जो हिस्ट्री की कहानी है
مطلب پولیٹیکل اسٹرگل کا ذکر ہے, لائرز موومنٹ کا ذکر ہے, اس میں لوگ, اچھا یہ بھی ہے کہ لوگ ملتے ہیں اور پرانے بچھڑے ہوئے لوگ ملتے ہیں. شہر لاہور کو میں تھوڑا سا زبیر صاحب کی طرح ہی اتنا ہی جانتا ہوں, یہ مجھ سے زیادہ جانتے ہیں, لیکن جو لاہور ہم نے دیکھا اس میں شام کے یعنی 3 رات کے 3 4 بجے تک کیفیز تھے, چائے خانے تھے, تھڑوں پہ لوگ بیٹھے ہوتے تھے, باتیں ہو رہی تھی, دنیا جہان کے فلسفے, دنیا جہان کا آرٹ, سیاسی باتیں ہو رہی تھیں. وہ آہستہ آہستہ مطلب شہر جو ہے اپنے مکینوں سے اجنبی ہو گیا. تو یہ ساری کہانی کچھ اس طرح اس میں آئی ہے. لیکن میں تھوڑی سی ایک اور بات آخری ایڈ کر دوں, میں نے زیادہ ٹائم لے لیا, کہ اگر ہم دیکھیں یہ شہر کی کہانی اور ٹائم اینڈ اسپیس کی کہانی, تو ایسی تو بہت سی کہانی ہیں دنیا. تو زبیر صاحب نے کیا کنٹریبیوٹ کیا, کیا ویلیو ایڈیشن کی نا, مطلب تو میں اس میں 2 چیزوں کو میں نے بہت زیادہ اس میں اس کو نوٹ کیا تھا, کہ ایک تو انہوں نے انتہائی سادگی سے لکھا ہے. اچھا سادگی سے لکھنا اتنا آسان نہیں ہے, مطلب سادگی سے انہوں نے لکھتے ہوئے انتہائی کمپلیکس فنومینا جو زندگی ہیں وہ اس میں سموئے ہیں. جیسے ہم کہتے ہیں میر کا شعر بڑا سادہ ہے لیکن اس میں بڑی پیچیدگی ہے, تو ان کا سٹائل بہت سادہ ہے. اس کی کہانی اگر دیکھیں تو ایک خاص جس طرح دلچسپی کریٹ کرنے کے لیے کوئی سسپینس کرنا یا پلاٹ کو بڑا ڈفرینٹلی استعمال کرنا یا بڑی گنجلک کنسٹرکشن آف سینٹینسز ہو, ایسا نہیں ہے. لیکن یہ اتنا خوبصورت ہے کہ, اور یہی اس کی جو ہے نا خوبی بھی ہے سب سے زیادہ, کہ ایونٹس تو ایک جیسے مل جاتے ہیں. ان سادہ سی کہانیوں کو پڑھ کے جو آخری آپ کے ذہن میں وہ تاثر ہے, مطلب امپریشنز آپ کے ذہن میں رہ جاتے ہیں. ایک جیسے شاعری کا ایک بہت اچھا شعر سن کر آپ ایک تاثر اس پہ رہتے ہیں, تو وہ ایک آپ کی پوری ایگزسٹینشیل فیلنگ کے ساتھ وہ وابستہ ہو جاتا ہے. تو میں سمجھتا ہوں کہ میں باقی باتیں بھی ہوں گی تو میں ابھی یہاں بہت شکریہ, بہت شکریہ. 2 باتیں جو ہیں ان سے, آپ کی باتوں سے میں بہت پوری طرح سے اتفاق کرتی ہوں. ایک تو یہ آپ نے جو کہا کہ جو اچھا ایستھیٹک ایکسپیرینس ہے وہ اس کے اندر ریٹینیبلٹی ہوتی ہے, وہ ریٹین کر جاتا ہے, شاید اسے اسی لیے انہوں اچھا ایستھیٹک ایکسپیرینس آندے نے. ਜਿਹੜਾ ਗੁੱਡ ਤੇ ਬੈਡ ਐਸਥੈਟਿਕ ਵਿੱਚ ਅਸੀਂ ਨਹੀਂ ਪੈਂਦੇ ਕਿ ਚੀਜ਼ ਖੂਬਸੂਰਤ ਹੈ ਤੇ ਐਸਥੈਟਿਕ ਹੈ, ਅਗਲੀ ਹੈ ਤੇ ਐਸਥੈਟਿਕ ਹੈ, ਦੋਵਾਂ 'ਚ ਹੋ ਸਕਦਾ. ਉਹਦੀ ਇਹਦੇ ਇਲਾਵਾ ਜਿਹੜੀ ਤੁਸੀਂ ਇੱਕ ਬਹੁਤ ਮਜ਼ੇਦਾਰ ਗੱਲ ਹੋਰ ਕੀਤੀ ਕਿ ਜਿਹੜੇ ਹਿਸਟੋਰੀਅਨਸ ਨੇ ਉਹ ਹਮੇਸ਼ਾ ਹਿਸਟਰੀ ਨੂੰ ਉਸ ਵਕਤ ਲਿਖਦੇ ਵੀ ਡਿਸਟੋਰਟ ਕਰ ਜਾਂਦੇ ਨੇ, ਕਿਉਂਕਿ ਉਹ ਹਿਸਟਰੀ ਲਿਖ ਰਹੇ ਹੁੰਦੇ ਨੇ. ਔਰ ਬਹੁਤ ਜ਼ਿਆਦਾ ਦਫਾ ਐਸਾ ਹਿਸਟਰੀ ਵਿੱਚ ਵੀ ਹੋਇਆ ਹੈ ਕਿ ਫੰਡਡ ਹੁੰਦੇ ਨੇ, ਪੇਡ ਹੁੰਦੇ ਨੇ, ਜਾਂ ਕੋਈ ਨਾ ਕੋਈ ਉਹਨਾਂ ਦੇ ਆਪਣੇ ਅਲਟੀਰੀਅਰ ਮੋਟਿਵਸ ਹੁੰਦੇ ਨੇ. ਹਿਸਟਰੀ ਅਗਰ ਤੁਹਾਨੂੰ ਜਾਂ ਸਾਨੂੰ ਕਦੀ ਵੀ ਕਿਤੇ ਮਿਲੀ ਹੈ ਤੇ ਉਹ ਫਿਕਸ਼ਨ 'ਚ ਮਿਲੀ ਹੈ, ਜਿਹੜੀ ਰੀਅਲ ਹਿਸਟਰੀ ਹੁੰਦੀ ਹੈ. ਤੇ ਉਹ ਫਿਕਸ਼ਨ ਰਾਈਟਰ ਉਹਨੂੰ ਜਿਸ ਤਰ੍ਹਾਂ ਡਾਕੂਮੈਂਟ ਕਰ ਜਾਂਦਾ ਹੈ, ਬਾਅਦ ਵਿੱਚ ਲੱਭਣ ਵਾਲੇ ਉਹਦੇ ਵਿੱਚੋਂ ਲੱਭ ਲੈਂਦੇ ਨੇ. ਉਹਦੇ ਵਿੱਚ ਬਹੁਤ ਐਸਾ ਕੁਝ ਤੁਹਾਨੂੰ ਲੱਭ ਜਾਂਦਾ ਹੈ ਜਿਹੜਾ ਕਿ ਉਹਨੇ ਪਰਪਸਲੀ ਡਿਸਟੋਰਟ ਨਹੀਂ ਕੀਤਾ ਹੁੰਦਾ ਨਾ, کہ ਇਹਦਾ ਕੀ ਹੋਵੇ. ڈاکٹر صاحب کی طرف آنے کے لیے میرے ذہن میں تو ایک ہی سوال ہے جو وہ رہ نہ جائے ڈاکٹر صاحب, کہ اس کی ٹرانسلیشن جو ہے اگر ہو تو کیا اس کا ایسنس رہ جاتا ہے, اور پھر ٹرانسلیشن کتنی ٹائپ کی ہوتی ہے, اور کیا ٹرانسلیٹڈ جو خاص طور پہ فکشن ہے وہ اپنا ایسنس رکھ پاتی ہے یا کہیں نہ کہیں اس کو چھوڑ جاتی ہے, اور یہ کتنا ٹرو ہے کہ آپ کو پڑھنے کے لیے, اس کو سمجھنے کے لیے اوریجنل ہی پڑھنا ہے. آئی مین ہم ٹرانسلیشن ورنہ ہم سے رہ جائے گا. تو آپ سے بہتر جو ہے وہ کوئی اور نہیں ہو سکتا جو اس پہ بات کرے کہ کیا آپ ایک تو یہ ٹرانسلیشن کیسی ہے, اور ان جنرل ٹرانسلیشن کیا جسٹیفائی کرتی ہے ایسنس کو. یہ جب آپ آئی نا تو آپ نے نیر صاحب کو کہا اردو اور پنجابی کے حوالے سے, جی تو یہ پرابلم ہمارے ہاں اس لیے پیدا ہوا کہ پنجابی کا جو فن پارہ ہے وہ انگریزی میں ٹرانسلیٹ ہوا ہے. جب ہم انگریزی کی کتاب سامنے رکھتے ہیں کسی سٹیج کے اوپر تو اس پہ بات پھر اردو میں ہوتی ہے, کیونکہ ہمارے ہاں جو لینگویجز ہیں وہ بھی کلاسیفائڈ ہیں, بالکل کلاس اورینٹڈ ہیں. تو یہ پرابلم ہے بہت بڑا. اچھا, اب ایک تو یہ ہے کہ ایک ہی کلچر میں رہتے ہوئے 3 جو مختلف
کلاسز ہیں یا آپ اس کی مزید سب ڈویژنس کر سکتے ہیں، وہ کس طریقے سے مختلف زبانوں کے ساتھ ایک کلچر کے اندر پلے کر رہی ہوتی ہیں یا اس کو اپنا ریپرزنٹیٹیو بنا رہی ہوتی ہیں. یہ تو ایک ریتل کے اندر ساری بات ہے. لیٹ می اسپیک ان پنجابی. جی جی. تے ਦੂਜੀ ਗੱਲ ਹੈਗੀ ਹੈ ਇਹਨੂੰ ਕਿਸੇ ਵਿਦੇਸ਼ੀ ਜ਼ੁਬਾਨ ਦੇ ਵਿੱਚ ਤਰਜਮਾ ਕਰਨਾ. ਅੱਛਾ, ਹੁਣ ਇਹਦੇ ਉੱਤੇ ਬਹੁਤ ਐਕੈਡੈਮਿਕ ਬਹਿਸਾਂ, ਬਹੁਤ ਜ਼ਿਆਦਾ, ਬਹੁਤ, ਤੇ ਕਿਤਾਬਾਂ ਵੀ ਲਿਖੀਆਂ ਗਈਆਂ, ਐਮਫਿਲ PhD 'ਚ ਪੜ੍ਹਾਇਆ ਵੀ ਜਾਂਦਾ ਹੈ. ਤੇ ਮੈਂ ਸਮਝਦਾ ਕਿ ਲਿਟਰੇਚਰ ਜਿਹੜਾ ਨਾ ਉਹ ਟਰਾਂਸਲੇਟ ਨਹੀਂ ਹੋ ਸਕਦਾ. ਆਖਰੀ ਬਹਿਸ ਜਿਹੜੀ ਬਣਦੀ ਹੈ ਨਾ ਉਹ ਇਹੀ ਬਣਦੀ ਹੈ ਕਿਉਂਕਿ ਰਹਿਤਲ ਟਰਾਂਸਲੇਟ ਨਹੀਂ ਹੋ ਸਕਦੀ. ਤੁਹਾਨੂੰ ਯਾਦ ਹੈ ਕਿ ਇੱਕ ਦੌਰ ਦੇ ਵਿੱਚ ਜਦੋਂ ਨਵੀਂ ਨਵੀਂ ਅੰਗਰੇਜ਼ੀ ਆਈ ਜਾਂ ਨਵੇਂ ਜਿਹੜੀ ਲੋਅਰ ਕਲਾਸ ਹੈ ਉਹ ਨਿਚਲੀ ਮਿਡਲ ਵਿੱਚ ਗਈ ਜਾਂ ਨਿਚਲੀ ਮਿਡਲ ਵਾਲੀ ਅਪਰ ਮਿਡਲ 'ਚ ਗਈ ਅਤੇ ਉਹ ਰੋਟੀ ਨੂੰ ਬ੍ਰੈਡ ਕਹਿੰਦੀ ਹੁੰਦੀ ਸੀ. ਠੀਕ ਹੈ, ਅਤੇ ਉਹ ਬਾਅਦ 'ਚ ਉਹਨੂੰ ਪਤਾ ਚੱਲਿਆ ਕਿ ਰੋਟੀ ਤਾਂ ਰੋਟੀ ਹੁੰਦੀ ਹੈ, ਬ੍ਰੈਡ ਹੁੰਦੀ ਹੈ. ਅਤੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਇਸ ਤਰ੍ਹਾਂ ਹੀ ਟਰਾਂਸਲੇਟ ਇੱਕ ਕਲਚਰ ਤੋਂ ਦੂਸਰੇ ਕਲਚਰ 'ਚ ਹੋ ਹੀ ਨਹੀਂ ਸਕਦੀਆਂ. ਅੱਛਾ, ਇਹਦਾ ਤਾਲੁਕ ਤਾਂ ਚਲੋ ਚੀਜ਼ਾਂ ਦੇ ਨਾਲ ਹੈ ਨਾ, ਲੇਕਿਨ ਕੁਛ ਜਜ਼ਬੇ ਜਿਹੜੇ ਨੇ ਉਹ ਟਰਾਂਸਲੇਟ ਨਹੀਂ ਹੋ ਸਕਦੇ. ਜਿਹੜਾ ਆਹੰਗ ਹੈ ਕਹਾਣੀ ਦੇ ਵਿੱਚ ਚੱਲ ਰਿਹਾ ਜਾਂ ਸ਼ਾਇਰੀ ਦੇ ਵਿੱਚ ਜਿਹੜੀ ਬਹਿਰ ਚੱਲ ਰਹੀ ਹੈ ਜਾਂ ਉਹਦੇ ਵਿੱਚ ਜਿਹੜਾ ਮਿਊਜ਼ਿਕ ਚੱਲ ਰਿਹਾ ਹੈ ਜਾਂ ਉਹਦਾ ਰਦੀਫ ਕਾਫੀਆ ਜਿਹੜਾ ਚੱਲ ਰਿਹਾ ਜਾਂ ਸੈਂਟੈਂਸ ਦੀ ਜਿਹੜੀ ਆਪਣੀ ਕੈਮਿਸਟਰੀ ਹੈ ਉਹ ਟਰਾਂਸਲੇਟ ਨਹੀਂ ਹੋ ਸਕਦੀ, ਮੁਮਕਿਨ ਨਹੀਂ ਗਾ. ਹਾਂ, ਇਹ ਹੋ ਸਕਦਾ ਹੈ ਕਿ ਕੋਈ ਬੰਦਾ ਉਹਨੂੰ ਜਸਟ ਇੱਕ ਸਮੈਲ ਕਰੇ ਔਰ ਆਪਣੇ ਇੱਕ ਇਮੈਜੀਨੇਸ਼ਨ ਦੇ ਨਾਲ ਉਹਨੂੰ ਪਰਸੀਵ ਕਰੇ. ਮਸਲਨ ਮੈਂ ਜਦ ਤਾਈਂ ਅਮਰਾਓ ਜਾਨ ਨਹੀਂ ਵੇਖੀ ਸੀ ਅਤੇ ਮੈਂ ਅਮਰਾਓ ਜਾਨ ਅਦਾ ਨੂੰ ਪੰਜਾਬੀ ਕਲਚਰ ਦੇ ਥਰੂ ਦੇਖਦਾ, ਉਸ ਲੈਂਸ ਦੇ ਨਾਲ. ਹਾਂ, ਉਸ ਲੈਂਸ ਨਾਲ ਹੀ ਦੇਖਿਆ ਉਹਨੂੰ. ਅਤੇ ਇਹਦਾ ਕੀ ਮਤਲਬ ਹੈ ਕਿ ਜਦ ਤੱਕ ਮੈਨੂੰ ਉਹਦੇ ਕਿਸੇ ਦੂਸਰੇ ਕਲਚਰ ਦੇ ਐਲੀਮੈਂਟਸ ਮੇਰੇ ਤੱਕ ਨਹੀਂ ਪਹੁੰਚਦੇ, ਮੈਂ ਉਹਦੀ ਟਰਾਂਸਲੇਸ਼ਨ ਜਿਹੜੀ ਹੈ ਉਹਦੇ ਤੱਕ ਪਹੁੰਚ ਨਹੀਂ ਸਕਦਾ. ਉਹ ਟਰਾਂਸਲੇਸ਼ਨ ਮੈਨੂੰ ਉਹਦੇ ਕਲਚਰ ਤੱਕ ਪਹੁੰਚਾ ਨਹੀਂ ਸਕਦੀ. ਡਾਕਟਰ ਸਾਹਿਬ, ਤੁਹਾਡੀ ਗੱਲ ਮੈਂ ਕੱਟਣ ਲਈ ਮਾਜ਼ਰਤ ਚਾਹੁੰਦੀ ਹਾਂ ਕਿ ਅਗਰ ਅਸੀਂ ਕੰਟੈਕਸਚੁਅਲ ਰੈਲੇਵੈਂਸ ਪੈਦਾ ਵੀ ਕਰ ਲਈਏ ਅਤੇ ਫਿਰ ਕੀ ਅੰਡਰਸਟੈਂਡਿੰਗ ਅਸੀਂ ਉਸ ਕਲਚਰ ਦੀ ਕਰ ਲਈਏ. ਇਹ ਬਹੁਤ ਡਿਬੇਟ ਹੁੰਦੀ ਹੈ ਫਰੈਂਚ ਅਤੇ ਰਸ਼ੀਅਨ ਲਿਟਰੇਚਰ ਦੇ ਕਿ ਤੁਸੀਂ ਟੋਲਸਟਾਏ ਨਹੀਂ ਪੜ੍ਹੀ ਹੈ ਅਗਰ ਤੁਸੀਂ ਉਹਨੂੰ ਅੰਗਰੇਜ਼ੀ 'ਚ ਪੜ੍ਹੀ ਹੈ, ਅਤੇ ਤੁਸੀਂ ਆਰਤਰ ਨਹੀਂ ਪੜ੍ਹੀ ਆ ਅਗਰ ਤੁਸੀਂ ਉਹਨੂੰ ਫਰੈਂਚ ਵਿੱਚ ਨਹੀਂ ਪੜ੍ਹੀ ਆ. ਇਹ ਬਹੁਤ ਬਹਿਸ ਹੁੰਦੀ ਹੈ. ਤੁਸੀਂ ਹੁਣੇ ਕਿਹਾ ਕਿ ਪੂਰੀ ਕੰਟੈਕਸਚੁਅਲ ਰੈਲੇਵੈਂਸ ਪੈਦਾ ਕਰਕੇ ਵੀ ਤੁਸੀਂ ਉਹ ਐਸੈਂਸ ਨਹੀਂ ਲਿਆ ਸਕਦੇ ਕਿ ਉਹ ਫਿਰ ਵੀ ਰਹਿ ਜਾਂਦਾ ਹੈ ਕਿਰੇ ਨਾ ਕਿਰੇ, ਕਿ ਲਫ਼ਜ਼ ਇੰਨੇ ਕੁ ਧਰਤੀ ਨਾਲ ਜੁੜੇ ਹੁੰਦੇ ਨੇ. ਮੈਂ ਸੋਚ ਰਿਹਾ ਕਿ ਉਹ ਕਿੰਨੀ ਕੁ ਹਾਂ ਯੈਸ, ਹੁਣ ਤਾਂ ਕਹਿੰਦੇ ਨੇ ਨਾ ਕਿ ਲੈਂਗੁਏਜ ਇਜ਼ ਅ ਕਲਚਰ. ਤੁਸੀਂ ਲੈਂਗੁਏਜ ਬੋਲਦੇ ਹੋ ਅਤੇ ਐਕਚੁਅਲੀ ਤੁਸੀਂ ਕਲਚਰ ਲਿਵ ਕਰ ਰਹੇ ਹੋ. ਤੁਹਾਡੇ ਕੋਲੋਂ ਜ਼ੁਬਾਨ ਲੈ ਲਈ ਜਾਵੇ ਜਿੱਦਾਂ ਕਿ ਪੰਜਾਬੀਆਂ ਨਾਲ ਹੋਇਆ ਅਤੇ ਤੁਹਾਡਾ ਕਲਚਰ ਸਾਰਾ ਖਤਮ ਹੋ ਜਾਂਦਾ, ਮੁੱਕ ਜਾਂਦਾ. ਠੀਕ ਹੈ ਨਾ. ਉਹ ਹੁਣ ਇਹ ਹੈ ਕਿ ਜਦੋਂ ਕੀ ਕਹਿੰਦੇ ਨੇ ਉੱਥੇ ਲਿਖਿਆ ਹੋਏਗਾ ਕਿ ਰੋਟੀ ਉਹਨੇ ਅੱਧੀ ਰੋਟੀ ਤੋੜ ਕੇ ਅਤੇ ਉਹਦੀ ਬੁਰਕੀ ਬਣਾਈ, ਫਰਜ਼ ਕਰੋ, ਅਤੇ ਜਿਹਨੂੰ ਰੋਟੀ ਦਾ ਪਤਾ ਹੀ ਨਹੀਂ, ਉਹਨੇ ਦੇਖੀ ਨਹੀਂ ਗੀ, ਅਤੇ ਉਹ ਤਾਂ ਆਪਣੇ ਜ਼ੇਨ ਵਿੱਚ ਤਾਂ ਬ੍ਰੈਡ ਹੀ ਤੋੜ ਰਿਹਾ ਨਾ, ਟੋਸਟ ਤੋੜ ਰਿਹਾ, ਅਤੇ ਗੱਲ ਤਾਂ ਫਿਰ ਅੱਗੇ ਨਹੀਂ ਜਾ ਸਕਦੀ. ਅਤੇ ਮੇਰਾ ਖਿਆਲ ਇਹ ਹੈ ਇਹ ਬਹੁਤ ਪੇਚੀਦਾ ਮਸਲਾ ਹੈ. ਹੁਣ ਇਸ ਤਰ੍ਹਾਂ ਇਸ ਵਾਸਤੇ ਨਹੀਂ ਰਿਹਾ ਕਿ ਹੁਣ ਸੋਸ਼ਲ ਮੀਡੀਆ ਬਾਕੀ ਜਿਹੜੇ ਮੀਨਸ ਹੈਗੇ ਨੇ ਦੂਜੇ ਕਲਚਰ ਤੱਕ ਪਹੁੰਚਣ ਦੇ, ਉਹਨੇ ਚੀਜ਼ਾਂ ਨੂੰ ਇੰਟਰਲਿੰਕ ਕਰ ਦਿੱਤਾ. ਅਤੇ ਕਮ ਸੇ ਕਮ ਸ਼ਹਿਰੀ ਜ਼ਿੰਦਗੀਆਂ ਦੇ ਜਿਹੜੇ ਮੇਜਰ ਹੈਗੇ ਨੇ ਸਟਰਕਚਰਸ ਉਹ ਇੱਕੋ ਜਿਹੇ ਹੋ ਗਏ ਨੇ. ਅੱਛਾ, ਹੁਣ ਜਿਹੜੇ ਸ਼ਹਿਰੀ ਪਾਕਟਸ ਹੈਗੀਆਂ ਨੇ, ਅਰਬਨ ਪਾਕਟਸ ਕਿਸੇ ਵੀ ਮੁਲਕ ਦੀਆਂ, ਉਹ ਦਰਅਸਲ ਐਂਟਾਈ ਕਲਚਰ ਨੇ, ਉਹ ਕਲਚਰ ਦਾ ਹਿੱਸਾ ਨਹੀਂ ਗੇ. ਉਹ ਇੱਕ ਜਿਹੜਾ ਇੱਕ ਆਲਮੀ ਗਲੋਬਲ ਇੱਕ ਕਲਚਰ ਡਿਵੈਲਪ ਹੋ ਰਿਹਾ ਜਿਹਨੂੰ ਇੱਕ ਕਹਿ ਲਓ ਕਿ ਇੱਕ ਕੈਪੀਟਲਿਸਟ ਕਮਰਸ਼ੀਅਲਿਜ਼ਮ ਪੈਦਾ ਕਰ ਰਿਹਾ. ਉਹਦੇ ਵਿੱਚ ਇੱਕੋ ਜਿਹੇ ਬੂਟ, ਇੱਕੋ ਜਿਹੀਆਂ ਪੈਂਟਾਂ, ਇੱਕੋ ਜਿਹੀਆਂ ਜਨਾਬੀ ਤਾਲੀਮ, ਇੱਕੋ ਜਿਹੇ ਜਨਾਬੀ ਡਰਾਮੇ, ਇੱਕੋ ਜਿਹਾ ਮਿਊਜ਼ਿਕ ਵੀ ਇੱਕੋ ਜਿਹਾ, ਭਾਵੇਂ ਕੋਲੋਨਾਈਜੇਸ਼ਨ ਹੋਵੇ ਭਾਵੇਂ ਕੋਲਾਨਾਈਜੇਸ਼ਨ ਹੋਵੇ, ਇੱਕੋ ਜਿਹਾ ਚੱਲ ਰਿਹਾ. ਅਤੇ ਇਸ ਵਾਸਤੇ ਉਹਦੇ ਜ਼ਰੀਏ ਤੇ ਅਸੀਂ ਕੁਛ ਨਾ ਕੁਛ ਪਰਸੀਵ ਕਰ ਸਕਦੇ ਹਾਂ. ਲੇਕਿਨ ਇਹ ਹੈ ਕਿ ਬਾਹਰ ਜਿਹੜੀ ਟਰਾਂਸਲੇਸ਼ਨ ਹੈ ਇਹ ਮੁਸ਼ਕਿਲ ਪੈਦਾ ਕਰਦੀ ਹੈ. ਆਈ ਮੀਨ ਪੂਰੀ ਤਰ੍ਹਾਂ ਹੋ ਨਹੀਂ ਸਕਦੀ. ਮੈਂ ਇਹਨਾਂ ਦੀਆਂ 2 ਕਹਾਣੀਆਂ ਪੜ੍ਹੀਆਂ ਵਾ, ਉਸ ਤੋਂ ਬਾਅਦ ਮੈਂ ਕਿਹਾ ਜੀ PDF ਭੇਜੋ, ਅਤੇ ਮੈਂ ਇਹਨਾਂ ਦੀ ਪੰਜਾਬੀ ਚੀਜ਼ਾਂ
ਪੜ੍ਹੀਆਂ। ਤੇ ਟ੍ਰਾਂਸਲੇਸ਼ਨ ਐਨ ਮਰਫੀ ਨੇ ਕਿੰਨਾ ਜਸਟੀਫਾਈ ਕੀਤਾ? ਕੋਈ ਰਿਸਪਾਂਸ ਤੁਹਾਡਾ ਇਹਦੇ ਬਾਅਦ ਫਿਰ ਅਸੀਂ ਅੱਗੇ ਨਹੀਂ, ਉਹ ਤਾਂ ਠੀਕ ਹੈ ਕਿਉਂਕਿ ਐਨ ਮਰਫੀ ਨੇ ਕੀਤਾ ਜੀ। ਤੇ ਜੇ ਅਗਰ ਇਹਦੇ ਹੀ ਖੁਦ ਜ਼ੁਬੈਰ ਸਾਹਿਬ ਕਰਦੇ ਜਾਂ ਭੱਟੀ ਸਾਹਿਬ ਕਰਦੇ ਤਾਂ ਗੱਲ ਹੋਰ ਹੋ ਜਾਣੀ ਸੀ। ਅੱਛਾ, ਉਹ ਕਿਵੇਂ ਹੋਣੀ ਸੀ? ਮੇਰਾ ਖਿਆਲ ਹੈ ਕਿ ਉਹਦੇ ਵਿੱਚ ਐਸੈਂਸ ਔਰ ਫੀਲਿੰਗਸ ਦੀ ਜਿਹੜੀ ਹੈਗੀ ਨਾ, ਉਹਦੇ ਵਿੱਚ ਦੇਖੋ ਇੱਕ ਚੀਜ਼ ਹੋਰ ਹੈ, ਬਹੁਤ ਵੱਡੀ ਬਹਿਸ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਟਰਾਂਸਲੇਟ ਕਰ ਰਹੇ ਹੋ ਇੱਕ ਸੈਂਟੈਂਸ ਨੂੰ, ਤੇ ਉਹਦੇ ਵਿੱਚ ਫੀਲਿੰਗਸ ਲਿਆਉਣ ਲਈ ਉਹਨੂੰ ਜ਼ਿਆਦਾ ਰੈਪਰੈਜ਼ੈਂਟੇਟਿਵ ਬਣਾਉਣ ਵਾਸਤੇ ਅਸੀਂ ਉਹਦੀ 10 ਜੁਮਲੇ ਲਿਖਦੇ ਹਾਂ ਫਿਰ ਅੱਗੇ, ਠੀਕ ਹੈ ਨਾ। ਤੇ ਜਿਹੜੀ ਟਰਾਂਸਲੇਸ਼ਨ ਹੈ ਉਹ ਖੁਦ ਜਨਾਬ ਜੀ ਉਹਦਾ ਟੈਕਸਟ ਵੱਧ ਜਾਂਦਾ ਹੈ, ਐਕਸਪਲੇਨੇਟਰੀ ਹੋ ਜਾਂਦੀ ਹੈ। ਤੇ ਕੁਛ ਇਹ ਵੀ ਮਾਮਲਾਤ ਹੈ ਤੇ ਕੁਛ ਜਗ੍ਹਾ ਤੇ ਉਹ ਟੈਕਸਟ ਜਿਹੜਾ ਸੁੱਕ ਜਾਂਦਾ, ਠੀਕ ਹੈ ਨਾ। ਔਰ ਅੱਛਾ ਦੇ ਲਫ਼ਜ਼ ਦੇ ਉੱਤੇ ਜਿੰਨੀਆਂ ਵੀ ਗੁਫ਼ਤਗੂਆਂ ਹੋਈਆਂ, ਅੱਛਾ ਹੈ, ਅੱਛਾ ਤੇ ਹੁਣ ਤੁਸੀਂ ਇਹਨੂੰ ਕਿੱਦਾਂ ਟ੍ਰਾਂਸਲੇਟ ਕਰੋਗੇ? ਨਹੀਂ, ਮੇਰੇ ਨਾ ਟ੍ਰਾਂਸਲੇਸ਼ਨ ਸਟੱਡੀਜ਼ ਜਦੋਂ ਮੈਂ ਕੈਨੇਡਾ ਵਿੱਚ ਐਮਫਿਲ ਕਰ ਰਹੀ ਸਾਂ ਤੇ ਉੱਥੇ ਇੱਕ ਇੰਜੀ ਬਹਿਸ ਚਲੀ ਕਿ ਕੋਈ ਐਸਾ ਫਿਕਰਾ ਲੈ ਕੇ ਆਓ ਜਿਹੜਾ ਟ੍ਰਾਂਸਲੇਟ ਨਹੀਂ ਹੋ ਸਕਦਾ, ਤੇ ਅੱਜ ਤੱਕ ਮੇਰੇ ਕੋਲ ਨਹੀਂ ਹੋ ਸਕਿਆ। ਸ਼ਾਇਦ ਕਦੀ ਹੋ ਜਾਏ ਕਿ ਕੱਲ ਦੋ ਤਰ੍ਹਾਂ ਕੇ ਹੋਤੇ ਹੈ। ਸਾਡਾ ਉਰਦੂ ਦਾ ਫਿਕਰ ਹੈ, ਕੱਲ ਦੋ ਤਰ੍ਹਾਂ ਕੇ ਹੋਤੇ ਹੈ, ਇਹਨੂੰ ਅੰਗਰੇਜ਼ੀ 'ਚ ਤੁਸੀਂ ਟ੍ਰਾਂਸਲੇਟ ਨਹੀਂ ਕਰ ਸਕਦੇ। ਬਿਲਕੁਲ ਸਹੀ, ਬਾਕੀ ਮੁਸ਼ਕਿਲ ਹੈ ਸਰ। ਦੇਖੋ ਲੇਕਿਨ ਡਾਕਟਰ ਸਾਹਿਬ ਚਾਵਲ ਦਾ ਵੀ ਕੋਈ ਸਰ ਇੱਕ ਹੋਰ ਗੱਲ ਹੈ ਕਿ ਤੁਸੀਂ ਦੇਖੋ ਕਿ ਸਾਡੇ ਐਸੈਸ ਵੀ ਨਹੀਂ ਹੋ ਸਕਦਾ ਸਰ। ਇਹ ਜਿਹੜਾ ਹੈਗਾ ਨਾ ਸਾਡੀ ਸਾਊਥ ਈਸਟ ਏਸ਼ੀਆ, ਜਿਹੜਾ ਇਹਦੇ ਵਿੱਚ ਇੱਕ ਚੀਜ਼ ਆਈ ਹੈ ਸਦੀਆਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਇਸ਼ਕ। ਔਰ ਮੁਹੱਬਤ ਔਰ ਇਸ਼ਕ ਬਹੁਤ ਵੱਡਾ ਫਰਕ ਹੈ। ਮੁਹੱਬਤ ਫਿਲਮੀ ਗਾਣਿਆਂ 'ਚ ਹੋ ਸਕਦੀ ਹੈ ਲੇਕਿਨ ਇਸ਼ਕ ਨਹੀਂ ਹੋ ਸਕਦਾ। ਇਸ਼ਕ ਜਾਂ ਸੂਫੀ ਕਰੇਗਾ ਜਾਂ ਜਨਾਬ ਜੀ ਤੁਹਾਡਾ ਕਿ ਬਹੁਤ ਹੋਰ ਜਿਹੜਾ ਅੰਦਰੋਂ ਨਿਕਲਦਾ ਹੋਇਆ ਇਸ਼ਕ ਹੈ, ਅੱਗ ਹੈ, ਉਹ ਹੋਏਗੀ। ਅੰਗਰੇਜ਼ੀ ਵਿੱਚ ਤੇ ਇਹਦੇ ਵਾਸਤੇ ਕੋਈ ਲਫ਼ਜ਼ ਨਹੀਂ, ਉਹ ਲਵ ਹੈ। ਤੇ ਹੁਣ ਤੇ ਲਵ ਮੇਕਿੰਗ ਵੀ ਹੁੰਦੀ ਹੈ, ਬਿਲਕੁਲ ਜਦੋਂ ਮਰਜ਼ੀ ਬਣਾ ਲਓ ਜੀ, ਬਿਲਕੁਲ। ਤੇ ਹੁਣ ਇਸ਼ਕ ਮੇਕਿੰਗ ਨਹੀਂ ਹੋ ਸਕਦੀ, ਇਸ਼ਕ ਮੇਕਿੰਗ ਨਹੀਂ ਹੋ ਸਕਦੀ। ਉਹਦਾ ਇਸ਼ਕ ਦੀਆਂ ਮੰਜ਼ਿਲਾਂ ਹੋਣਗੀਆਂ ਔਰ ਉਹ ਕਿਤਨਾ ਵਾਸਟ ਹੈ, ਕਿਤਨਾ ਗਹਿਰਾ ਹੈ। ਔਰ ਉਹਦੇ ਪਿੱਛੇ ਤੁਸੀਂ ਕਹਿ ਲਓ ਕਿ ਪੂਰਾ ਮੈਡੀਕਲ ਏਜਿਸ ਦਾ ਜਿਹੜਾ ਲਿਟਰੇਚਰ ਹੈ ਔਰ ਪ੍ਰੀ ਮੈਡੀਕਲ ਏਜਿਸ ਦਾ ਵੀ, ਚਾਹੇ ਤੁਸੀਂ ਵੇਦਾਂ ਵਿੱਚ ਦੇਖ ਲਓ, ਤੇ ਉਹ ਸਾਰੇ ਦਾ ਸਾਰਾ ਉਹਦਾ ਤਸੱਵੁਰ ਹੀ ਕੁਛ ਹੋਰ ਹੈ। ਮੈਂ ਤੈਨੂੰ ਇੰਜ ਦੇਖਦਾ। ਤੇ ਐਨ ਮਰਫੀ ਨੇ ਕੈਸੀ ਟ੍ਰਾਂਸਲੇਸ਼ਨ ਕੀਤੀ? ਕੋਈ ਹੋਰ ਅਗਰ ਜੀ ਪਲੀਜ਼ ਤੁਸੀਂ ਗੱਲ ਇਹ ਬਹਿਸ ਤੇ ਬਹੁਤ ਲੰਬੀ ਹੋ ਜਾਏਗੀ ਤੇ ਇੰਟਰਸਟਿੰਗ ਵੀ ਇੰਨੀ ਹੈ ਕਿ ਸਾਨੂੰ ਇੱਥੋਂ ਚੁੱਕ ਕੇ ਬਾਹਰ ਜਿਹੜਾ ਨਾ ਲੈ ਕੇ ਜਾਣਾ ਪਏਗਾ। ਲੇਕਿਨ ਮੈਂ ਚੂੰਕਿ ਖਾਸ ਤੌਰ ਤੇ ਜਿਹੜਾ ਨਾ ਇੱਕ ਨੋਟਸ ਵੀ ਲਏ ਸਨ, ਮੈਂ ਸਮਝਦਾ ਕਿ ਉਹਨੇ ਬਹੁਤ ਕੇਅਰਫੁਲੀ ਔਰ ਬਹੁਤ ਹੀ ਈਮਾਨਦਾਰੀ ਔਰ ਉਸ ਦੇ ਨਾਲ ਤਰਜਮਾ ਕੀਤਾ। ਅੱਛਾ, ਮੈਂ ਕਮ ਅਜ਼ ਕਮ ਜ਼ਾਤੀ ਤੌਰ 'ਤੇ ਸਮਝਦਾ ਕਿ ਤਰਜਮਾ ਜਿਹੜਾ ਹੈ ਨਾ, ਕਿਉਂਕਿ ਸਾਡੇ ਕੋਲ ਚੀਜ਼ਾਂ ਟੈਕਸਟ ਹੁੰਦਾ ਹੈ ਸਾਹਮਣੇ, ਅਸੀਂ ਆਪਣੀ ਇਮੈਜੀਨੇਸ਼ਨ ਨੂੰ ਉਹਦੀ ਇਮੈਜੀਨੇਸ਼ਨ ਨਾਲ ਨਹੀਂ ਮਿਲਾ ਸਕਦੇ, ਤਸੱਵਰ ਵੀ ਨਹੀਂ ਕਰਨਾ ਚਾਹੀਦਾ ਨਾ। ਸੋ ਵਨ ਸ਼ੁੱਡ ਬੀ ਲੋਇਲ ਟੂ ਦ ਟੈਕਸਟ, ਮੇਰਾ ਜ਼ਾਤੀ ਖਿਆਲ ਹੈ ਵੀ। ਮਤਲਬ ਉਹਦੀ ਬਹਿਸਾਂ ਹੋਰ ਨੇ, ਲੇਕਿਨ ਮੈਂ ਇਸਨੇ ਨਾ ਇਸ ਖਾਸ ਤੌਰ 'ਤੇ ਮੇਰਾ ਖਿਆਲ ਹੈ ਸ਼ੋਰੀ ਤੌਰ 'ਤੇ ਕੀਤਾ ਹੋਣਾ। ਆਈ ਮੀਨ ਉਹਨੂੰ ਪੰਜਾਬੀ ਵੀ ਜਿਤਨੀ ਉਹਨੇ ਸਿੱਖੀ ਹੈ, ਮਤਲਬ ਐਂਗਲਿਸਾਈਜ਼ਡ ਅੰਗਰੇਜ਼ੀ ਉਸ ਤਰ੍ਹਾਂ ਨਹੀਂ ਹੈ। ਮਤਲਬ ਕੋਈ ਮੁਹਾਵਰੇ ਉਸਨੇ ਐਸੇ ਕੰਪਲੈਕਸ ਇਸਤੇਮਾਲ ਨਹੀਂ ਕੀਤੇ ਜਿਹੜੇ ਅੰਗਰੇਜ਼ੀ ਰੋਜ਼ਮਰਾ ਦਾ ਹਿੱਸਾ ਹੋਣ। ਉਹਨੇ ਇਸ ਤਰ੍ਹਾਂ ਦੀ ਅੰਗਰੇਜ਼ੀ ਲਿਖੀ ਹੈ ਜਿਹੜੀ ਸਾਡੇ ਸ਼ਹਿਰਾਂ ਦੇ ਵਿੱਚ ਅਸੀਂ ਮਤਲਬ ਅਗਰ ਬੋਲਣਾ ਚਾਹੀਏ ਤਾਂ ਉਸ ਤਰ੍ਹਾਂ ਦੀ ਹੀ ਬੋਲਾਂਗੇ, ਸਿੰਪਲ। ਉਹਦੇ 'ਚ ਕੋਈ ਈਡੀਐਮ ਮੁਹਾਵਰੇ ਦਾ ਹਾਂ ਯੈਸ। ਹੁਣ ਤਾਂ ਇਹ ਵੀ ਕਹਿੰਦੇ ਨਾ ਕਿ ਅੰਗਰੇਜ਼ੀ ਹੁਣ ਸਿਰਫ ਅੰਗਰੇਜ਼ਾਂ ਦੀ ਨਹੀਂ, ਆਪਣਾ ਇੱਕ 300 years ਸਾਊਥ ਏਸ਼ੀਅਨ ਹਿਸਟਰੀ ਵੀ ਹੈ। ਮਤਲਬ ਇੰਡੀਅਨ ਇੰਗਲਿਸ਼ ਇਜ਼ ਅ ਪ੍ਰੋਪਰ ਸਟੈਂਡਰਡਾਈਜ਼ਡ ਇੰਗਲਿਸ਼। ਤੇ ਇਸ ਦੀ ਜਿਹੜੀ ਹੈ ਨਾ, ਲੇਕਿਨ ਉਹਦੇ 'ਚ ਵੀ ਬੜੇ ਮੁਹਾਵਰੇ ਸ਼ਾਵਰੇ ਉਹ ਪਾਏ ਹੁੰਦੇ ਨੇ ਸਾਰੇ। ਇਸਨੇ ਜਿਹੜਾ ਨਾ, ਆਈ ਥਿੰਕ ਸ਼ੀ ਹੈਜ਼ ਡਨ ਇਟ ਵੈਰੀ ਕੇਅਰਫੁਲੀ। ਐਂਡ ਉਸਨੇ ਜਿਸ ਤਰ੍ਹਾਂ ਦੀ ਅੰਗਰੇਜ਼ੀ ਇਸਤੇਮਾਲ ਕੀਤੀ ਹੈ, ਮੈਂ ਸੱਚੀ ਦੱਸਾਂ ਕਿ ਮੈਂ ਪਹਿਲੇ ਅੰਗਰੇਜ਼ੀ ਪੜ੍ਹ ਕੇ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਮੈਂ ਪੰਜਾਬੀ ਵੀ ਪੜ੍ਹਾਂ, ਬਟ ਨਾਟ ਬਿਕੋਜ਼ ਕਿ ਮੈਂ ਉਸਦੀ ਐਸੈਂਸ ਨੂੰ ਨਹੀਂ ਪਾ ਰਿਹਾ ਸੀ, ਕਿਉਂਕਿ ਇੱਕ ਹੋਰ ਵਜ੍ਹਾ ਵੀ ਹੈ ਕਿ ਮੈਂ ਉੱਥੇ ਰਹਿੰਦਾ ਵੀ ਹਾਂ, ਲਾਹੌਰ ਵਿੱਚ ਜਾਂ ਸ਼ਹਿਰ ਵਿੱਚ ਪੰਜਾਬ ਵਿੱਚ ਰਹਿੰਦੇ ਹਾਂ। ਅਤੇ ਜਦੋਂ ਪੜ੍ਹ ਕੇ ਇੱਕਦਮ ਤੁਹਾਨੂੰ ਯੂ ਕੈਨ ਰਿਲੇਟ, ਹੋ ਸਕਦਾ ਅਗਰ ਮੈਂ ਨਾ ਰਹਿੰਦਾ ਹੋਇਆ ਤਾਂ ਮੈਨੂੰ ਉਸ ਤਰ੍ਹਾਂ ਫੀਲ ਨਾ ਹੁੰਦਾ। ਲੇਕਿਨ ਫਿਰ ਜ਼ੁਬੈਰ ਸਾਹਿਬ ਨੇ ਮੈਨੂੰ ਦੁਬਾਰਾ ਪੜ੍ਹਿਆ, ਜ਼ਾਹਿਰ ਹੈ ਪੰਜਾਬੀ ਦੀ ਚਸ ਹੋਰ ਹੈ। ਉਹਦੇ 'ਚ ਨਾ ਇੱਕ ਬੜੀ ਅਫਰੀਕਨ ਬਹੁਤ ਜ਼ਿਆਦਾ ਡਿਬੇਟ ਹੈ ਇਹਦੇ 'ਚ ਕਿ ਲੋਕਲ ਲੈਂਗੁਏਜਿਸ ਔਰ ਅੰਗਰੇਜ਼ੀ ਲੈਂਗੁਏਜਿਸ 'ਚ ਕਿਤਨਾ। ਉਹਦੇ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਰਾਈਟਰ ਸੀ ਜਿਸਨੇ ਥਿੰਗਸ ਫਾਲ ਅਪਾਰਟ, ਹਾਂ, ਉਹਦਾ ਬੜਾ ਅੱਛਾ ਹੈ ਕਿ ਉਹਨੇ ਕਿਹਾ ਕਿ ਕਮਿਊਨੀਕੇਸ਼ਨ ਵਾਸਤੇ ਵੀ ਮਸਟ ਐਕਸਪ੍ਰੈਸ ਆਰਸੈਲਵਸ ਇਨ ਇੰਗਲਿਸ਼,
ਬਾਕੀ ਜਿਹੜੀ ਡਿਬੇਟ ਹੈ ਕਿ ਹੋ ਸਕਦਾ ਹੈ ਨਹੀਂ ਹੋ ਸਕਦਾ, ਉਹਨੇ ਕਿਹਾ ਹੈ ਕਿ ਬਹੁਤ ਸਾਰੀ ਚੀਜ਼ਾਂ ਹੋ ਸਕਦੀਆਂ ਨੇ। ਅੱਛਾ, ਕੁਛ ਚੀਜ਼ਾਂ ਕਿ ਐਗਜ਼ੈਕਟਲੀ ਤੁਸੀਂ ਅਗਰ ਟ੍ਰਾਂਸਫਰ ਕਰ ਸਕੋ, ਉਹ ਕਹਿੰਦਾ ਹੈ ਕਿ ਯੂ ਕੈਨ ਟਰਾਈ ਬਟ ਦਿਸ ਇਜ਼ ਡਿਫਿਕਲਟ। ਸਹੀ ਸੋ ਇਹ ਪੋਸੀਬਿਲਿਟੀਜ਼ ਦੀ ਗੱਲਾਂ ਨੇ। ਤੇ ਠੀਕ ਹੋ ਗਿਆ, ਐਜ਼ ਠੀਕ ਫਾਰ ਹੋ ਦਿਸ ਗਿਆ। ਟ੍ਰਾਂਸਲੇਸ਼ਨਸ ਕਨ ਦਿਸ ਇਜ਼ ਐਕਸਲੈਂਟ ਟ੍ਰਾਂਸਲੇਸ਼ਨ। ਜ਼ਬਰਦਸਤ ਤਾਂ ਸਰ ਤੁਸੀਂ ਕੁਝ ਐਡ ਕਰਨਾ ਚਾਹ ਰਹੇ ਸੋ, ਫਿਰ ਅਸੀਂ ਡਾਕਟਰ ਸਾਹਿਬ ਨਹੀਂ, ਅਸੀਂ ਫਿਰ ਇਹਨਾਂ ਦੇ ਉੱਤੇ ਹਾਂਜੀ ਟ੍ਰਾਂਸਲੇਸ਼ਨ ਦੇ ਹਵਾਲੇ ਨਾਲ ਨਾ ਆਈ ਵੁੱਡ ਐਗਰੀ ਕਿ ਜਿਹੜਾ ਹੈ ਨਾ, ਮੈਂ ਪਹਿਲੋਂ ਇੱਕ ਜਾਣਬੁੱਝ ਕੇ ਨਾ ਅੰਗਰੇਜ਼ੀ ਕਹਾਣੀ ਪੜ੍ਹੀ, ਔਰ ਉਹ ਸੀ ਓਬੜ ਹੋਇਆ ਸ਼ਹਿਰ ਜਿਹੜਾ ਹੈ, ਮੈਂ ਉਹਦੇ ਵਿੱਚ ਪੂਰੀ ਇੰਟੈਂਸਿਟੀ ਨਾਲ ਓਵਰਵੈਲਮਡ ਹੋਇਆ ਉਹਦੀ ਟ੍ਰਾਂਸਲੇਸ਼ਨ ਦੀ। ਮੈਂ ਸਮਝਦਾ ਵਾਂ ਕਿ ਇਟ ਕੈਨੋਟ ਬੀ ਬੈਟਰ ਦੈਨ ਦੈਟ। ਮੈਂ ਇਹਨੂੰ ਇਸ ਤਰ੍ਹਾਂ ਵੀ ਦੇਖਣਾ ਵਾਂ ਕਿ ਮੈਂ ਕਾਲਜ ਲਾਈਫ ਵਿੱਚ ਇੱਕ ਆਪ ਵੀ ਤਰਜਮੇ ਦੀ ਇੱਕ ਐਫਰਟ ਕੀਤੀ। ਐਨੀਮਲ ਫਾਰਮ ਜਾਰਜ ਆਰਵਲ ਦਾ ਮਸ਼ਹੂਰ ਨਾਵਲ ਹੈ, ਉਹਦਾ ਮੈਂ ਵਾੜਾ ਦੇ ਨਾਂ ਤੋਂ ਤਰਜਮਾ ਕੀਤਾ। ਮੈਂ ਹੁਣ ਰਿਲੇਟ ਕਰ ਰਿਹਾ ਸਾਂ ਕਿ ਮੇਰੀ ਜਿਹੜੀ ਜ਼ੁਬਾਨ ਤੋਂ ਮੈਂ ਤਰਜਮਾ ਕਰ ਰਿਹਾ ਸਾਂ ਉਹ ਮੇਰੀ ਮਦਰ ਟੰਗ ਸੀ, ਜਿਹੜੀ ਵਿੱਚ ਕਰ ਰਿਹਾ ਸਾਂ ਉਹ ਮੇਰੀ ਸੈਕੰਡ ਜ਼ੁਬਾਨ ਸੀ। ਅੱਛਾ, ਇਸ ਮਾਈ ਦੀ ਸੂਰਤ ਵਿੱਚ ਡਿਫਰੈਂਟ ਕਹਾਣੀ ਹੈ ਇਹ, ਯਾਨੀ ਇਹਦੀ ਜਿਹੜੀ ਜ਼ੁਬਾਨ ਤੋਂ ਕਰ ਰਹੀ ਹੈ ਉਹ ਵੀ ਸੈਕਿੰਡ ਹੈ ਤੇ ਜਿਹਦੇ ਵਿੱਚ ਕਰ ਰਹੀ ਹੈ ਉਹਦੀ ਫਸਟ ਹੈ। ਸੋ ਇਟਸ ਅ ਡਿਫਰੈਂਟ ਥਿੰਗ। ਲੇਕਿਨ ਜਿਹੜੀ ਰਵਿਸ਼ ਸਾਹਿਬ ਨੇ ਗੱਲ ਕੀਤੀ ਹੈ ਪ੍ਰਿੰਸੀਪਲੀ ਔਰ ਯਾਨੀ ਟੋਟੈਲਿਟੀ ਦੇ ਵਿੱਚ, ਤੇ ਇਹ ਗੱਲ ਠੀਕ ਹੈ ਕਿ ਕੋਈ ਸ਼ੈ ਉਸ ਤਰ੍ਹਾਂ ਟਰਾਂਸਲੇਟ ਨਹੀਂ ਹੁੰਦੀ। ਲੇਕਿਨ ਮੇਰਾ ਖਿਆਲ ਹੈ ਕਿ ਅਗਰ ਅਸੀਂ ਇਹ ਕਹੀਏ ਕਿ ਟਰਾਂਸਲੇਟ ਨਹੀਂ ਹੋ ਸਕਦੀ ਤਾਂ ਇਹ ਥੋੜ੍ਹੀ ਓਵਰ ਸਟੇਟਮੈਂਟ ਹੈ ਔਰ ਥੋੜ੍ਹੀ ਜ਼ਿਆਦਾ ਸਵੀਪਿੰਗ ਸਟੇਟਮੈਂਟ। ਉਹਦੀ ਵਜ੍ਹਾ ਹੈ ਕਿ ਪਿਛਲੇ 1000 ਸਾਲ ਦੀ ਤਾਰੀਖ ਦੇ ਵਿੱਚ ਜਿੰਨਾ ਇੰਟਰ ਸਿਵਲਾਈਜੇਸ਼ਨਲ ਲਿਟਰੇਚਰ ਟਰਾਂਸਫਰ ਹੋਇਆ ਹੈ ਉਹ ਥਰੂ ਟਰਾਂਸਲੇਸ਼ਨ ਹੀ ਹੋਇਆ ਹੈ। ਸਾਰੇ ਦਾ ਸਾਰਾ ਰੂਸੀ ਅਦਬ ਸਾਡੇ ਪਾਕਿਸਤਾਨ ਹੈ ਜਿਹੜਾ ਆਇਆ ਉਹ ਟਰਾਂਸਲੇਸ਼ਨ ਦੇ ਜ਼ਰੀਏ ਆਇਆ। ਸਾਰੇ ਫਲਸਫੇ ਦੀਆਂ ਬਹਿਸਾਂ ਜਿਹੜੀਆਂ ਸਾਡੇ ਕੋਲ ਆਈਆਂ ਅਲੀ ਅਬਾਸ ਜਲਾਲਪੁਰੀ ਤੋਂ ਲੈ ਕੇ ਤੇ ਬਾਕੀ, ਉਹ ਸਾਰੀਆਂ ਟਰਾਂਸਲੇਸ਼ਨ ਦੇ ਜ਼ਰੀਏ ਆਈਆਂ। ਔਰ ਦੂਜੀ ਗੱਲ ਇਹ ਵੇ ਕਿ ਮੈਂ ਸਮਝਦਾ ਵਾਂ ਦੋ ਕਹਾਣੀਆਂ ਐਗਜ਼ਾਮਪਲ, ਇੱਕ ਤਾਂ ਜਿਹੜੀ ਕਹਾਣੀ ਜ਼ੁਬੈਰ ਸਾਹਿਬ ਨੇ ਜਿਹੜਾ ਪੈਸੇਜ ਪੜ੍ਹਿਆ ਔਰ ਉਹਦੀ ਮੈਂ ਅੰਗਰੇਜ਼ੀ ਪੜ੍ਹੀ ਹੈ, ਇਟ ਇਜ਼ ਬਿਊਟੀਫੁਲੀ ਟਰਾਂਸਲੇਟਡ। ਔਰ ਜਿਹੜੀ ਯਾਨੀ ਤੁਸੀਂ ਦੇਖੋ ਨਾ, ਮੁਰਦਾ ਤਾਰੀ ਇੱਕ ਬੜੀ ਹੀ ਔਖੀ ਟਰਮ ਹੈ, ਆਮ ਤੌਰ ਤੇ ਤੁਸੀਂ ਇਹਦਾ ਉਰਦੂ 'ਚ ਵੀ ਸ਼ਾਇਦ, ਲੇਕਿਨ ਉਹਨੂੰ ਡੈਡ ਮੈਨਸ ਅਫਲੋਟ ਬਹੁਤ ਖੂਬਸੂਰਤ ਤਰਜਮਾ ਹੈ ਕਹਾਣੀ ਦਾ ਟਾਈਟਲ, ਔਰ ਵਿੱਚ ਜਿਹੜਾ ਇੱਕ ਬਹੁਤ ਮੁਸ਼ਕਿਲ ਪੈਰਾ ਸੀ ਉਹਦੀ ਉਹਨੇ ਬਹੁਤ ਸੋਹਣੀ। ਸੋ ਮੈਂ ਸਮਝਦਾ ਵਾਂ ਕਿ 10 ਆਊਟ ਆਫ 10 ਟ੍ਰਾਂਸਲੇਸ਼ਨ ਹੋ ਗਿਆ। ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਦੁਬਾਰਾ ਆਉਂਦੇ ਹਾਂ ਤੇ ਹੁਣ ਕਹਾਣੀਆਂ ਦੇ ਬਾਰੇ ਦੱਸੋ ਕਿ ਤੁਹਾਨੂੰ ਕੈਸੀਆਂ। ਬਹੁਤ ਸ਼ੁਕਰੀਆ। ਇੱਕ ਤੇ ਸਿਰਫ ਮੈਂ ਐਡ ਕਰਨਾ ਚਾਹਾਂਗਾ ਕਿ ਜਿਹੜਾ ਤਖਲੀਕੀ ਅਦਬ ਹੈ ਨਾ, ਉਹਦੇ ਉੱਤੇ ਉਹਦੀ ਗੱਲ ਹੋਰ ਹੈ, ਤੇ ਜਿਹੜਾ ਹੈਗਾ ਤਨਕੀਦ, ਤਾਰੀਖ, ਅਲੀ ਅਬਾਸ ਜਲਾਲਪੁਰੀ ਹੈ, ਤੇ ਉਹ ਬਿਲਕੁਲ ਹੋਰ ਚੀਜ਼ ਹੈ, ਫਰਕ ਪੈ ਜਾਂਦਾ ਨਾ। ਖੈਰ, ਮੈਂ ਜ਼ੁਬੈਰ ਸਾਹਿਬ ਦੀਆਂ ਕਹਾਣੀਆਂ ਵੱਲ, ਇੱਕ ਤੇ ਜਿਹੜੀ ਜਿਸ ਕਿਤਾਬ ਦੀ ਲਾਂਚਿੰਗ ਅੱਜ ਹੋ ਰਹੀ ਹੈ ਨਾ, ਉਹ ਹੈਗੀ ਹੈ ਗ੍ਰੀਵਿੰਗ ਫॉर ਪਿਜਨਸ ਜੀ, ਤੇ ਉੱਤੇ ਦੇ ਇੱਕ ਸ਼ਾਰਟ ਲਾਈਨ ਹੋਰ ਵੀ ਹੈ, 12 ਸਟੋਰੀਜ਼ ਆਫ ਲਾਹੌਰ। ਤੇ ਕਿਤਾਬ ਡਿਸਕਸ ਤੇ ਹੈ ਜੀ, ਬਿਲਕੁਲ ਸਿੱਧੀ ਗੱਲ, ਤੇ ਉਹਦੇ ਥਰੂ ਅਸੀਂ ਫਿਰ ਜ਼ੁਬੈਰ ਸਾਹਿਬ ਤੱਕ ਪਹੁੰਚਾਂਗੇ। ਤੇ ਇਹਦੇ ਵਿੱਚ ਹੁਣ 4 ਚੀਜ਼ਾਂ ਬਣਦੀਆਂ। ਇੱਕ ਖੁਦ ਜ਼ੁਬੈਰ ਸਾਹਿਬ ਦੀ ਕਹਾਣੀ ਬਣਦੀ ਹੈ, ਟਰਾਂਸਲੇਸ਼ਨ ਦਾ ਮਸਲਾ ਬਣਦਾ ਹੈ, ਪੰਜਾਬੀ ਖੁਦ ਇੱਕ ਉਹ ਚੀਜ਼ ਬਣਦੀ ਹੈ, ਤੇ ਉਸ ਤੋਂ ਬਾਅਦ ਲਾਹੌਰ। ਇਹ 4 ਚੀਜ਼ਾਂ ਜਿਹੜੀਆਂ ਨਾ, ਉਹਨੇ ਇਹਨੂੰ ਕਿਤਾਬ ਨੂੰ ਬਣਾਇਆ। ਤੇ ਉਹਦੇ ਨਾਲ ਖੁਦ ਪਿਜਨ ਬਤੌਰ ਅਲਾਮਤ ਤੇ ਬਤੌਰ ਟਾਈਟਲ ਤੇ ਇਹ ਬੜਾ ਇੰਪੋਰਟੈਂਟ ਹੈ, ਇਹਨੂੰ ਵੀ ਡਿਸਕਸ ਹੋਣਾ ਚਾਹੀਦਾ। ਅੱਛਾ, ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਮੈਂ ਦੇਖੀ ਹੈ ਇਹਨਾਂ ਦੀ ਪੰਜਾਬੀ ਪੜ੍ਹਦੇ ਹੋਏ ਇਹੀ ਕਹਾਣੀਆਂ ਨੂੰ, ਤੇ ਮੈਨੂੰ ਇੰਝ ਲੱਗਾ ਕਿ ਜਿਵੇਂ ਇਹ ਸ਼ਹਿਰ ਦੀ ਕਹਾਣੀ ਲਿਖੀ ਗਈ ਹੈ। ਸਾਡੇ ਇਹ ਰਵਾਇਤ ਸਾਡੇ ਪੰਜਾਬ ਦੇ ਵਿੱਚ ਕਮਜ਼ੋਰ ਹੈ। ਸਾਡਾ ਪੰਜਾਬੀ ਨੈਸ਼ਨਲਿਸਟ ਵੀ ਜਿਸ ਪੰਜਾਬ ਨੂੰ ਆਈਡਲਾਈਜ਼ ਕਰਦਾ ਉਹ ਪਿੰਡ ਦਾ ਹੈ। ਅੱਛਾ, ਉਹਦੇ ਉੱਤੇ ਜਿਹੜੀ ਸਾਡਾ ਕਲਾਸਿਕਸ ਹੈ ਜਾਂ ਨਿਓ ਕਲਾਸਿਕਸ ਪੰਜਾਬੀ ਲਿਟਰੇਚਰ ਹੈ, ਉਹਦਾ ਇੰਪੈਕਟ ਬਹੁਤ ਸ਼ਦੀਦ ਹੈ, ਕਿਉਂਕਿ ਉਹਦਾ ਤਾਲੁਕ ਵੀ ਪਿੰਡ ਹੈ। ਤੇ ਲਿਹਾਜ਼ਾ ਅਸੀਂ ਕਦੀ ਇਸਲਾਮਾਬਾਦ ਦੀ ਕਹਾਣੀ ਨਹੀਂ ਲਿਖੀ, ਅਸੀਂ ਲਾਹੌਰ ਦੀ ਗੁਲਬਰਗ ਦੀ DHA ਦੀ ਕਹਾਣੀ ਨਹੀਂ ਲਿਖੀ, ਤੇ ਇਹ ਪ੍ਰੋਬਲਮ ਹੈ ਸਾਡਾ। ਬਹੁਤ ਅੱਛਾ ਪੁਆਇੰਟ ਤੁਸੀਂ ਰੇਜ਼ ਕੀਤਾ। ਅੱਛਾ, ਉਹਦੇ ਨਾਲ ਕੀ ਹੋਇਆ ਹੈ ਕਿ ਉਹ ਕਹਾਣੀ ਨਾ ਲਿਖਣ ਦੇ ਨਾਲ ਸਾਡੀ ਜਿਹੜੀ ਪੰਜਾਬੀ ਹੈ ਉਹਦੀ ਜਿਹੜੀ ਇੱਕ ਮੂਵਮੈਂਟ ਜੀ, ਜ਼ੁਬਾਨ ਨਵੀਂ ਜ਼ੁਬਾਨ ਵੱਲ ਹੋਣੀ ਸੀ, ਨਵੀਂ ਪੰਜਾਬੀ ਵੱਲ ਹੋਣੀ ਸੀ, ਉਹ ਉਸ ਪੰਜਾਬੀ ਵੱਲ ਗਈ ਹੈ ਜਿਹਦਾ ਤਾਲੁਕ ਪੁਰਾਣੀ ਪੰਜਾਬੀ ਨਾਲ ਸੀ। ਗੋਇਆ ਉਹ ਅਰਬਨ ਪੰਜਾਬੀ ਦੀ ਜਿਹੜੀ ਉਰਦੂ ਦੇ ਨੇੜੇ ਹੋ ਗਈ, ਅੰਗਰੇਜ਼ੀ ਦੇ ਨੇੜੇ ਹੋ ਗਈ, ਉਹ ਇਗਨੋਰ ਹੋਈ,
ਔਰ ਉਹਦੀ ਜਿਹੜੀ ਪੁਰਾਣੀ ਪੰਜਾਬੀ ਸੀ ਉਸ ਵਾਸਤੇ ਫਿਰ ਡਿਕਸ਼ਨਰੀਆਂ ਲੱਭ ਕੇ ਲਫ਼ਜ਼ ਆਏ, ਨਹੀਂ, ਔਰ ਉਹ ਉਹਦੇ ਇਹ ਵਿੱਚ ਤੇ ਅਸੀਂ ਤੁਸੀਂ ਆਈਡੀਅਲਾਈਜ਼ ਕੀਤਾ ਹੈ ਉਧਰ ਦੇ ਪੰਜਾਬ ਨੂੰ। ਬਿਲਕੁਲ, ਇਹ ਤੇ ਬਹੁਤ ਲੰਬੀ ਇਹ ਇੱਕ ਬਹਿਸ ਤਰ੍ਹਾਂ ਚ ਪੈ ਵੱਡਾ ਜਾਓਗੇ। gap ਇਹ ਹੈ। ਤੇ ਅਕਸਰ ਅਸੀਂ ਕਰਨੇ ਆ ਕਿ ਅਸੀਂ ਢੂੰਢ ਕੇ ਮੁਸ਼ਕਿਲ ਲਫ਼ਜ਼ ਵਿੱਚ ਕਿਉਂ ਪੰਜਾਬੀ ਸਾਡੇ ਲਿਖਣ ਵਾਲੇ ਪਾਉਂਦੇ ਨੇ। ਜੀ ਹਾਂ। ਤੇ ਜੋ ਮੈਂ ਪੰਜਾਬੀ, ਬੇਸ਼ੱਕ ਮੇਰੀ ਪੰਜਾਬੀ ਗੁਜਰਾਤ ਦੀ ਪੰਜਾਬੀ ਹੈ, ਗੁਜਰਾਤ ਗੁਜਰਾਂਵਾਲੇ ਦੀ ਥੋੜੀ ਸੁਣਨ ਚ ਕਰੂਡ ਹੈ, ਲੇਕਿਨ ਕਾਫੀ ਦਫਾ ਇਹਦੀ ਇਸਲਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਪਰ ਮੇਰਾ ਇਹ ਹੁੰਦਾ ਹੈ ਕਿ ਜੇ ਮੈਂ ਘਰ ਪਲੇਟ ਨੂੰ ਰਕਾਬੀ ਨਹੀਂ ਆਂਦੀ ਤੇ ਮੈਂ ਤੁਹਾਡੇ ਸਾਹਮਣੇ ਪੰਜਾਬਣ ਬਣਨ ਵਾਸਤੇ ਉਹਨੂੰ ਰਕਾਬੀ ਨਹੀਂ ਆਖਣਾ। ਐਸੇ ਹੀ ਬਿਲਕੁਲ ਐਸੇ ਹੀ। ਤੇ ਪੰਜਾਬੀ ਰਾਈਟਰ ਐਸੇ ਹੈ ਨੇ ਜਿਹੜੇ ਕਿ ਖਾਸ ਤੌਰ ਤੇ ਉਸ ਸਾਈਡ ਵਾਲੀ ਸੰਸਕ੍ਰਿਤ ਦੇ ਇਨਫਲੂਐਂਸ ਨਾਲ ਜ਼ਿਆਦਾ ਉਹਦੀ ਉਹ ਜਸਟੀਫਿਕੇਸ਼ਨ ਵੀ ਇਹ ਦਿੰਦੇ ਨੇ ਕਿ ਉਹ ਪੰਜਾਬੀ ਹੀ ਹੈ ਕਿਉਂਕਿ ਇਹ ਪ੍ਰਾਕ੍ਰਿਤ ਤੋਂ ਹੈ, ਇਹ ਪ੍ਰੋਟੋ ਲੈਂਗੁਏਜ ਹੋਵੇ ਤੇ ਇਹਨੂੰ ਤੁਸੀਂ ਹਿੰਦੀ ਉਰਦੂ ਦੀ ਡਿਵੀਜ਼ਨ ਤੋਂ ਬਿਲਕੁਲ ਅਲੱਗ ਕਰ ਦਿਓ। ਇਹ ਮੁਖਤਲਿਫ ਬਹਿਸਾਂ ਨੇ ਜਿਹਦਾ ਤਾਲੁਕ ਨੈਸ਼ਨਲਿਸਟ ਆਈਡੀਓਲੋਜੀ ਦੇ ਨਾਲ ਵੀ ਹੈ। ਉਹਦੀ ਮੁਖਤਲਿਫ ਰੂਟਸ ਨੇ, ਉਹਦੀ ਮੁਖਤਲਿਫ ਕਹਿ ਲਓ ਕਿ ਐਂਗਲਸ ਨੇ ਉਹਨੂੰ ਵਰਤਣ ਦੇ। ਲੇਕਿਨ ਇਹਦੇ ਨਾਲ ਇੱਕ ਚੀਜ਼ ਤਾਂ ਹੋਈ ਹੈ ਨਾ ਕਿ ਜਿਹੜਾ 70-80 ਸਾਲ ਦਾ ਇੱਥੇ ਇਰਤਕਾ ਚੱਲਿਆ ਔਰ ਉਹਨੇ ਸ਼ਹਿਰੀ ਪੰਜਾਬੀ ਸ਼ਹਿਰ ਦਾ ਪੰਜਾਬੀ ਜਿਹੜਾ ਹੈ ਉਹਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਔਰ ਉਰਦੂ ਸਕੂਲਾਂ 'ਚ ਪੜ੍ਹਾਇਆ ਤੇ ਅੱਜ ਉਹ ਇੱਕ ਲਾਈਨ ਨਹੀਂ ਪੜ੍ਹ ਸਕਦਾ ਤੇ ਨਾ ਸੁਣ ਸਕਦਾ, ਭਾਵੇਂ ਨੂਰ ਜਹਾਂ ਦਾ ਗਾਣਾ ਹੋਵੇ ਤੇ ਭਾਵੇਂ ਜਨਾਬ ਵੀ ਕੁਛ ਵੀ ਹੋਵੇ। ਅਸੀਂ ਉਹਨੂੰ ਕੱਟ ਕਰ ਦਿੱਤਾ। ਫਿਰ ਅਸੀਂ ਆਈਡੀਓਲੋਜੀ ਵੀ ਐਸੀ ਬਣਾਈ ਕਿ ਅਸੀਂ ਅਗਰ ਇਹ ਕਹੀਏ ਅੰਗਰੇਜ਼ ਦੇ ਕਹਿਣ ਦੇ ਉੱਤੇ ਕਿ ਉਹ ਇੱਥੇ ਦੀਆਂ ਜਨਾਬ ਜੀ ਸਰਾਇਕੀ ਨੂੰ, ਇੱਥੇ ਦੇ ਪੋਠੋਹਾਰੀ ਨੂੰ, ਹਜ਼ਾਰੇ ਦੀ ਜ਼ੁਬਾਨ ਨੂੰ ਤੇ ਪੰਜਾਬੀ ਨੂੰ ਉਹ ਕਹਿੰਦਾ ਇਹ 4 ਮੁਖਤਲਿਫ ਜ਼ੁਬਾਨਾਂ ਤੇ ਅਸੀਂ ਮੰਨ ਵੀ ਲਈਏ। ਠੀਕ ਹੈ ਨਾ। ਇਹ ਕਿੱਡਾ ਵੱਡਾ ਮਸਲਾ ਹੈ ਕਿ ਜਿਹਦੀ ਵਜ੍ਹਾ ਨਾਲ ਅਸੀਂ ਇੱਕ ਕਹਿੰਦੇ ਇਹਨਾਂ ਦੇ ਹਾਂ ਜ਼ੁਬੈਰ ਸਾਹਿਬ ਦੇ ਹਾਂ ਇਹ ਹੋਇਆ ਹੈ ਕਿ ਇੱਕ ਸ਼ਹਿਰੀ ਕਹਾਣੀ ਲਿਖੀ ਗਈ ਹੈ ਔਰ ਸ਼ਹਿਰੀ ਕਹਾਣੀ ਦੇ ਲਿਖਣ ਵਾਸਤੇ ਜ਼ਾਹਿਰ ਹੈ ਕਿ ਤੁਹਾਨੂੰ ਆਪਣਾ ਇੱਕ ਸਟਾਈਲ ਔਰ ਅਸਲੂਬ ਨਵਾਂ ਦੇਣਾ ਪੈਣਾ ਸੀ, ਤੁਹਾਨੂੰ ਟੈਕਨੀਕ ਨਵੀਂ ਦੇਣੀ ਪੈਣੀ ਸੀ, ਤੁਹਾਨੂੰ ਉਹਦੇ ਜ਼ਿਮਨੀ ਮੌਜ਼ੂਆਤ ਨਵੇਂ ਦੇਣੇ ਪੈਣੇ ਸੀ, ਕਰੈਕਟਰਸ ਨਵੇਂ ਦੇਣੇ ਪੈਣੇ ਸੀ, ਉਹਦੇ ਵਿੱਚ ਜਿਹੜੇ ਮੰਜ਼ਰ ਬਣਾਉਣੇ ਸੀ ਉਹ ਨਵੇਂ ਬਣਾਉਣੇ ਪੈਣੇ ਸੀ। ਔਰ ਇਹ ਇਹਨਾਂ ਦੀ ਕਾਮਯਾਬੀ ਹੈ ਕਿ ਇਹਨਾਂ ਨੇ ਕੀਤਾ। ਬਿਲਕੁਲ ਹੈ, ਬਿਲਕੁਲ ਹੈ। ਦੂਜੀ ਗੱਲ ਇਹ ਹੈ ਜ਼ਿਆਦਾ ਜਹਿਤਾ ਨੇ ਜ਼ੁਬੈਰ ਸਾਹਿਬ ਦੇ ਲਿਖਣ 'ਚ, ਵੈਸੇ ਵੀ ਇਹ ਬਹੁਤ ਜ਼ਿਆਦਾ ਲੇਅਰਡ ਇਹਨਾਂ ਦੀ ਰਾਈਟਿੰਗ ਹੁੰਦੀ ਹੈ। ਬਿਲਕੁਲ ਐਸਾ, ਬਿਲਕੁਲ ਉਹੀ ਗੱਲ ਹੈ ਕਿ ਇੱਕ ਨਸ਼ਿਸਤ ਵਿੱਚ ਜਾਂ ਇੱਕ ਸਿਟਿੰਗ ਵਿੱਚ ਬਹਿ ਕੇ ਡਿਸਕਸ ਹੋਣ ਵਾਲੀ ਹੈ ਹੀ ਨਹੀਂ ਇਹਨਾਂ ਦੀ ਕੋਈ ਵੀ ਕਿਤਾਬ ਤੁਸੀਂ ਚੁੱਕ ਲਓ। ਉਹ ਇੰਨੀ ਡਾਇਮੈਂਸ਼ਨਲ ਹੁੰਦੀ ਹੈ ਜਿਹਦੇ ਵਿੱਚ 4-5 ਡਾਇਮੈਂਸ਼ਨ ਤੇ ਤੁਸੀਂ ਹੁਣੇ ਬਹਿ ਕੇ ਟਿਪਸ ਦੇ ਦੱਸ ਦਿੱਤੇ ਨੇ। ਇਹ ਇਸ ਤਰ੍ਹਾਂ ਜਿਹੜਾ ਕੰਟੈਂਪਰੇਰੀ ਰਾਈਟਰ ਨੇ ਅੱਜ ਕੱਲ੍ਹ ਦੇ, ਉਹ ਮੈਨੂੰ ਉਹਨਾਂ ਵਿੱਚ ਕੋਈ ਨਹੀਂ ਐਸਾ, ਕੋਈ ਨਹੀਂ। ਆਈ ਮੀਨ ਇਹ ਨਹੀਂ ਕਿ ਮੈਂ ਇੱਥੇ ਬੈਠੀ ਹਾਂ ਜਿਹੜਾ ਕਿ ਇੰਨੀ ਲੇਅਰਡ ਗੱਲ ਕਰ ਸਕਦਾ ਹੋਵੇ ਜਾਂ ਜਿਹਦੇ ਲਿਖੇ ਉੱਤੇ ਇੰਨੀ ਗੱਲ ਕੀਤੀ ਜਾ ਸਕਦੀ ਹੋਵੇ। ਇਹ ਠੀਕ ਹੈ। ਲੇਕਿਨ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਟੈਕਨੀਕ ਦਾ ਪ੍ਰੋਟੋਟਾਈਪ ਵੀ ਹੈ ਜੀ। ਉਹ ਹੈਗਾ ਮੈਂ ਤੇ ਜ਼ੁਬਾਨ ਦੇ ਉਸਤਾਦ ਰਹੇ ਨੇ ਸਾਰੀ ਜ਼ਿੰਦਗੀ। ਉਹ ਨਹੀਂ, ਟੈਕਨੀਕ ਦਾ ਪ੍ਰੋਟੋਟਾਈਪ ਮੈਂ ਕਹਿ ਰਿਹਾ ਕਿ ਉਹਦਾ ਮੇਜਰ ਸਾਖਤੀਆ ਜਿਹੜਾ ਹੈ, ਮੇਜਰ ਸਟਰਕਚਰ ਉਹ ਇੱਕ ਹੈ। ਇਹਨਾਂ ਦੀ ਟੈਕਨੀਕ ਰਵਾਇਤ 'ਚ ਨਵੀਂ ਲੇਕਿਨ ਇਹਨਾਂ ਦੇ ਵਿੱਚ ਰਹਿੰਦੇ ਹੋਏ ਇਹਨਾਂ ਦੀਆਂ ਕਹਾਣੀਆਂ 'ਚ ਇੱਕ ਹੈ। ਔਰ ਉਹ ਕੀ ਹੈ? ਮੈਂ ਤੇ ਉਹ, ਮੈਂ ਬਤੌਰ ਨਰੇਟਿਵ ਹਰ ਜਗ੍ਹਾ ਮੌਜੂਦ ਹੈ ਤੇ ਉਹ ਜਿਹੜਾ ਇੱਕ ਬੰਦਾ ਹੈ। ਤੇ ਮਸਲਾ ਹੈ ਕਿ ਉੱਥੇ ਅਗਰ ਤੁਸੀਂ 2 ਕਰੈਕਟਰ ਹੋਰ ਲਿਆਣੇ ਆ, ਤੁਸੀਂ ਉਹ ਜਾਂ O1 O2 O3 ਨਹੀਂ ਕਹਿ ਸਕਦੇ। ਲਿਹਾਜ਼ਾ ਤੁਹਾਨੂੰ ਇੱਕ ਉਹ ਲਿਆਉਣਾ ਪੈਂਦਾ, ਇੱਕ ਮੈਂ ਲਿਆਉਣਾ ਪੈਂਦਾ, ਬਾਕੀ 2 ਮਹਿਸੂਦ ਹੋ ਜਾਣ ਜਾਂ ਬਾਜਵਾ ਹੋ ਜਾਏ ਜਾਂ ਚੱਠਾ ਹੋ ਜਾਏ, ਫਿਰ ਲੈਣਾ ਪੈਂਦੇ ਨੇ। ਠੀਕ ਹੋ ਗਿਆ। ਦੂਜੀ ਜਿਹੜੀ ਗੱਲ ਹੈ ਕਿ ਇਹ ਜਿਹੜਾ ਉਹ ਹੈ ਨਾ, ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਜਿਹੜਾ ਉਹ ਹੈ ਉਹ ਨਿਚਲੀ ਮਿਡਲ ਕਲਾਸ ਹੈਗੀ ਹੈ ਸ਼ਹਿਰ ਦੀ, ਜਿਹੜੀ ਕਿਸੇ ਤਰੀਕੇ ਨਾਲ ਬਾਹਰ ਪਹੁੰਚ ਗਈ ਤੇ ਪੈਸੇ ਸ਼ੈਸੇ ਕਮਾ ਲਿਆ ਜੀ, ਤੇ ਜਾਂ ਕੋਈ CSS ਕਰ ਲਿਆ ਤੇ ਬਿਹਤਰ ਪੋਜੀਸ਼ਨ ਚਲੀ ਗਈ ਤੇ ਥੋੜੀ ਇੱਕ ਉਹਨੇ ਸਿਰਕੀ ਉੱਤੇ ਸੋਸ਼ਲ ਕਲਾਸ ਉੱਚੀ ਕਰ ਲਈ ਕਿਸੇ। ਲੇਕਿਨ ਇਹ ਹੈ ਕਿ ਉਹ ਅਸਲ 'ਚ ਉਹ ਹੀ ਹੈ। ਉਹ ਜਿਹੜਾ ਪੰਜਾਬੀ ਦੇ ਵਿੱਚ ਉਹ ਕਹਿਲਾਂਦਾ ਹੈ ਦਾ ਅਦਰ ਦੀ ਸੂਰਜ, ਗੈਰ ਦੀ ਸੂਰਜ, ਕਮੀ ਦੀ ਸੂਰਜ। ਇਹ ਉਹ ਜਿਹੜੇ ਨੇ ਇਹਨਾਂ ਦੀ ਜਗ੍ਹਾ ਜਗ੍ਹਾ ਮੈਨੂੰ ਬਤੌਰ ਅਲਾਮਤ ਵੀ ਲੱਗਦਾ ਹੈ ਤੇ ਬਤੌਰ ਕਿਰਦਾਰ ਵੀ ਲੱਗਦਾ। ਮੈਨੂੰ ਇਸ ਤਰ੍ਹਾਂ ਮੈਂ ਇਹਨੂੰ ਸਮਝਿਆ। ਦੂਜਾ ਗੱਲ ਸਾਰਿਆਂ ਨੇ ਕੀਤੀ ਕਿ ਯਾਦ ਔਰ ਜ਼ਿੰਦਗੀ ਇਹਨਾਂ ਦੇ ਬਹੁਤ ਅਹਿਮ ਹੈ, ਨੌਸਟੈਲਜੀਆ ਇਹਨਾਂ ਦੇ ਬਹੁਤ ਅਹਿਮ ਹੈ। ਅਤੇ ਹੁਣ ਇਹ ਹੈ ਕਿ ਉਹ ਜਿਹੜੀ ਇਹਨਾਂ ਦੀ ਯਾਦ ਹੈ ਔਰ ਇਹਨਾਂ ਦਾ ਨੌਸਟੈਲਜੀਆ ਹੈ, ਉਹ 2 ਤਰ੍ਹਾਂ ਸਫ਼ਰ ਕਰਦਾ। ਇੱਕ ਤਾਂ ਉਹ ਬਾਹਰ ਦੇ ਮੁਲਕੋਂ, ਭਾਵੇਂ ਰੂਮ ਹੋਵੇ ਭਾਵੇਂ ਡਬਲਨ ਹੋਵੇ, ਉੱਥੋਂ ਸਫ਼ਰ ਕਰਦਾ ਹੈ, ਜਾਂ ਗੁਰਦਾਸਪੁਰ ਜਾਂਦਾ ਹੈ ਤੇ ਜਾਂ ਕ੍ਰਿਸ਼ਨ ਨਗਰ ਜਾਂਦਾ ਹੈ।
ਅੱਛਾ, ਇਹ ਜਿਹੜਾ ਵਾ ਇਹ ਉਹਦਾ ਸਪੈਸ਼ਲ ਹੈ ਸਪੇਸ ਦੇ ਜ਼ਰੀਏ। ਇੱਕ ਹੈਗਾ ਟਾਈਮ ਦਾ, ਕਿ ਇਹ ਫਿਰ ਆਪਣੀ ਉਧੇੜਪਨੇ ਤੋਂ ਜਾਂਦੇ ਨੇ ਆਪਣੇ ਲੜਕਪਨ ਨਾਲ, ਆਪਣੇ ਨੌਜਵਾਨੀ ਵੱਲ, ਅਤੇ ਉਹਦੇ ਕੰਟਰਾਸਟ ਨਾਲ ਇਹ ਕਹਾਣੀ ਬਣਾਉਂਦੇ ਨੇ, ਬਾਰ-ਬਾਰ ਆਉਂਦੇ ਨੇ ਜਾਂਦੇ ਨੇ, ਔਰ ਇਹ ਆਉਣਾ ਜਾਣਾ ਟਾਈਮ ਔਰ ਸਪੇਸ ਦੋਨਾਂ ਦੇ ਨਾਲ ਹੈ। ਔਰ ਯਾਦ ਦੇ ਵਿੱਚੋਂ ਕਹਾਣੀ ਕੱਢਣਾ ਜ਼ਰਾ ਮੁਸ਼ਕਿਲ ਕੰਮ ਹੁੰਦਾ ਹੈ। ਮਤਲਬ ਮੈਂ ਦੇਖਦਾ ਕਿ ਸਾਡਾ ਸਾਰਾ ਫਿਕਸ਼ਨ, ਪੂਰੀ ਦੁਨੀਆ ਦਾ ਫਿਕਸ਼ਨ ਜਿਹੜਾ ਨਾ, ਉਹ ਯਾਦ ਹੀ ਹੈ। ਉਹ ਇੱਕ ਗ੍ਰੇਟਰ ਨੌਸਟੈਲਜੀਆ ਹੈ। ਉਹ ਥਾ ਦੇ ਜੁਮਲੇ ਤੋਂ ਬਗੈਰ ਨਹੀਂ ਨਿਕਲਦਾ, ਉਹ ਮੁਕੰਮਲ ਹੀ ਨਹੀਂ ਹੁੰਦਾ। ਅਤੇ ਜਦੋਂ ਸਾਡਾ ਸਾਰਾ ਫਿਕਸ਼ਨ ਜਿਹੜਾ ਹੈ ਉਹ ਖੜਾ ਹੀ ਜਨਾਬ ਜੀ ਪਾਸਟ ਇੰਡੈਫੀਨਿਟ ਦੇ ਉੱਤੇ ਹੈ, ਅਤੇ ਇਹਦਾ ਮਤਲਬ ਹੈ ਕਿ ਉਹ ਤਾਰੀਖ 'ਤੇ ਬਹੁਤ ਸਾਰੇ ਐਲੀਮੈਂਟਸ ਵੀ ਆਪਣੇ ਅੰਦਰ ਲੈ ਹੋਏ ਨੇ, ਉਹਨੇ ਨੌਸਟੈਲਜੀਆ ਵੀ ਲਿਆ ਹੋਇਆ। ਹੁਣ ਮੈਨੂੰ ਇੱਥੇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦਾ ਕਿ ਤਖਲੀਕ ਦਾ ਤਾਲੁਕ ਸ਼ਊਰ ਨਾਲ ਹੁੰਦਾ ਹੈ ਜਾਂ ਲਾ ਸ਼ਊਰ ਨਾਲ ਹੁੰਦਾ। ਕਿਉਂਕਿ ਜਦੋਂ ਅਗਰ ਸ਼ਊਰ ਨਾ ਹੈ ਤੇ ਸ਼ਊਰ ਦੀ ਤਿਆਰੀ ਤੇ ਮੁਸੰਨਫ ਕਰ ਰਿਹਾ ਹੁੰਦਾ ਹੈ, ਪੜ੍ਹ ਕੇ, ਲਿਖ ਕੇ, ਸਮਝ ਕੇ ਉਹ ਕਰ ਰਿਹਾ ਹੁੰਦਾ। ਲੇਕਿਨ ਉਹ ਜੋ ਲਿਖਦਾ ਉਹਦੀਆਂ ਤਹਿਵਾਂ ਵਿੱਚ ਫਿਰ ਲਾਸ਼ਊਰ ਆ ਜਾਂਦਾ, ਦੁੱਖ ਦੀ ਸੂਰਤ 'ਚ, ਯਾਦ ਦੀ ਸੂਰਤ 'ਚ, ਤਾਸੁਬ ਦੀ ਸੂਰਤ 'ਚ ਵਗੈਰਾ ਵਗੈਰਾ ਉਹ ਆ ਰਿਹਾ ਹੁੰਦਾ। ਅਤੇ ਇਹ ਸ਼ਊਰ ਦੀ ਜਿਹੜੀ ਤਿਆਰੀ ਹੈ ਇਹ ਦਰਅਸਲ ਮੁਸੰਨਫ ਦੀ ਤਿਆਰੀ ਹੁੰਦੀ ਹੈ। ਉਹ ਕਿੰਨਾ ਆਪਣੇ ਲਾਸ਼ਊਰ 'ਤੇ ਹਾਵੀ ਹੁੰਦਾ, ਕਿਉਂਕਿ ਸ਼ਾਇਰੀ ਨਹੀਂ ਗਾ, ਫਿਕਸ਼ਨ ਸ਼ਾਇਰੀ ਨਹੀਂ ਗਾ, ਇਹਦੀ ਜਿਹੜੀ ਤਖਲੀਕੀ ਵਾਰਦਾਤ ਹੈ ਸ਼ਾਇਰੀ ਤੋਂ ਮੁਖਤਲਿਫ ਹੁੰਦੀ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਸਬਜ਼ੀ ਲੈਣ ਜਾ ਰਹੇ ਹੋ ਅਤੇ ਵਾਪਸ ਆਏ ਹੋ ਅਤੇ ਆਲੂ ਤਾਂ ਨਹੀਂ ਲਿਆਏ, ਗਜ਼ਲ ਲੈ ਆਏ। ਇਹਦੇ ਵਾਸਤੇ ਤੁਹਾਨੂੰ ਬਹਿਣਾ ਪੈਂਦਾ ਪੈਨ ਫੜ ਕੇ, ਅਤੇ ਉਦੋਂ ਹੀ ਤੁਹਾਡਾ ਜਿਹੜਾ ਮਾਈਂਡ ਵਰਕਿੰਗ ਸ਼ੁਰੂ ਹੁੰਦੀ ਹੈ। ਅੱਛਾ, ਉਹਦੇ ਵਿੱਚ ਫਿਰ ਇਹ ਹੈ ਕਿ ਇਹਨਾਂ ਦੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਕਿ ਪਿਛਲੇ 15 ਸਾਲਾਂ 'ਚ ਜਿਹੜੀਆਂ ਕਿਤਾਬਾਂ ਸਾਡੇ ਸਾਹਮਣੇ ਆਈਆਂ ਨਾ, ਉਹ ਉਹਨਾਂ ਨੇ ਲਿਖੀਆਂ ਜਿਹੜੀਆਂ ਹੁਣ ਮੇਰੀ ਉਮਰ 'ਚ ਚਲੇ ਗਏ ਨੇ, ਜਿਨ੍ਹਾਂ ਨੇ ਕੋਈ 48 ਸਾਲ 50 ਸਾਲ ਤੋਂ ਕ੍ਰੋਸ ਕਰ ਗਏ ਨੇ। ਗੋਇਆ ਉਹ ਖੁਦ ਅਧੇੜ ਉਮਰੀ ਚਲੇ ਗਏ ਨੇ ਔਰ ਹੁਣ ਉਹ ਨੌਸਟੈਲਜਿਕ ਹੋ ਗਏ ਨੇ। ਅਤੇ ਲਿਹਾਜ਼ਾ ਭਾਵੇਂ ਅਰਸ਼ਦ ਵਹੀਦ ਸਾਹਿਬ ਹੋਣ, ਭਾਵੇਂ ਕਾਸ਼ਿਫ ਰਜ਼ਾ ਹੋਵੇ ਉਰਦੂ ਦਾ, ਭਾਵੇਂ ਰਫਾਕਤ ਹਯਾਤ ਹੋਵੇ, ਅਤੇ ਉਹ ਪਿਛਲੇ 35 ਸਾਲ ਦੀ ਭੁੱਟੋ ਤੋਂ ਲੈ ਕੇ ਅਤੇ ਹੁਣ ਤੱਕ ਦੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਜਾਂ ਸੋਸ਼ਲ ਹਿਸਟਰੀ ਹੈ, ਉਹਨੂੰ ਆਪਣੇ ਰਾ ਮਟੀਰੀਅਲ ਦੇ ਤੌਰ 'ਤੇ ਇਸਤੇਮਾਲ ਕਰ ਰਹੇ ਨੇ। ਇਹੀ ਇਹਨਾਂ ਨੇ ਵੀ ਕੀਤਾ। 70 ਦੀ ਦਿਹਾਈ, 80 ਦੀ ਦਿਹਾਈ, 90 ਦੀ ਦਿਹਾਈ, ਹੱਤਾਂ ਕਿ ਵਕੀਲਾਂ ਦੀ ਮੂਵਮੈਂਟ ਦਾ ਜ਼ਿਕਰ, ਇਹ ਸਾਰਾ ਕੁਛ ਇਹ ਬਹੁਤ ਵਾਜ਼ੇ ਤਰੀਕੇ ਨਾਲ ਆਇਆ। ਅਤੇ ਚੂੰਕਿ ਇਹ ਵੀ ਲੈਫਟ ਦੇ ਹਵਾਲੇ ਨਾਲ ਚੀਜ਼ਾਂ ਨੂੰ ਦੇਖਿਆ, ਅਤੇ ਅਰਸ਼ਦ ਵਹੀਦ ਸਾਹਿਬ, ਇਹ ਬਹੁਤ ਕਾਮਨੈਲਿਟੀ ਇਹਨਾਂ ਦੇ ਵਿੱਚ ਕਿ ਲੈਫਟ ਕਿੱਦਾਂ ਕੰਮ ਕਰ ਰਿਹਾ ਸੀ, ਉਹਦੀ ਪੋਲੀਟਿਕਸ ਕੀ ਸੀ, ਉਹਦੇ ਰਿਸਪੌਂਸਿਸ ਕੀ ਸੀ, ਉਹਦੇ ਰਿਐਕਸ਼ਨਸ ਕੀ ਸੀ, ਇਹ ਸਾਰਾ ਕੁਛ ਇਹਨਾਂ ਦੇ ਆਇਆ ਹੈ। ਅਤੇ ਇਹ ਜਿਹੜੀ ਲੈਫਟ ਦੀ ਮੂਵਮੈਂਟ ਜਾਂ ਲੈਫਟ ਦਾ ਜਿਹੜਾ ਇੱਕ ਵਿੰਗ ਹੈ, ਉਹਨੂੰ ਸਾਹਮਣੇ ਰੱਖਦੇ ਹੋਏ ਚੀਜ਼ਾਂ ਨੂੰ ਐਕਸਪਲੇਨ ਕਰਨਾ ਔਰ ਉਹਨੂੰ ਲਿਟਰੇਚਰ ਦਾ ਹਿੱਸਾ ਬਣਾਉਣਾ, ਸਾਡੇ ਪੰਜਾਬ 'ਚ ਇਹ ਬਿਲਕੁਲ ਨਵੀਂ ਗੱਲ ਔਰ ਇੰਪੋਰਟੈਂਟ ਹੈ। ਬਹੁਤ ਸ਼ੁਕਰੀਆ, ਬਹੁਤ ਬਹੁਤ ਅੱਛੀ ਗੁਫ਼ਤਗੂ। ਇੱਕ ਮੈਂ ਪੈਰਾ ਹੋਰ ਪੜ੍ਹਨਾ ਜੀ ਜੀ ਜ਼ੁਬੈਰ ਸਾਹਿਬ, ਇੱਕ ਪੈਰਾਗ੍ਰਾਫ ਦੇਣਾ ਅੰਗਰੇਜ਼ੀ 'ਚ, ਤਿਆਰੀ ਪੜ ਲੈ। ਤੇ ਤੁਸੀਂ ਹੁਣ ਐਤਕੀ ਬਹਾਨਾ ਕੋਈ ਨਹੀਂ ਲਾਉਣਾ। ਨਹੀਂ ਬਹਾਨਾ ਪਹਿਲੇ ਵੀ ਮੈਂ ਦੱਸ ਰਿਹਾ ਸੀ, ਮੈਂ ਤਿਆਰ ਨਹੀਂ। ਮੈਂ ਆਖਰ 'ਚ ਗੱਲ ਕਰਾਂਗਾ ਸਾਰੀ ਥੋੜ੍ਹੀ ਜਿਹੀ। ਸਿਰਫ ਇੱਕ ਪੈਰਾ ਪੜ੍ਹਨਾ ਚਾਹੁੰਦਾ। ਉਹ ਕਹਾਣੀ ਜਿਹੜੀ ਮੈਂ ਸ਼ੁਰੂ 'ਚ ਪੜ੍ਹੀ ਸੀ ਉਹਦਾ ਹੈ, ਮੁਰਦਾ ਤਾਰੀ ਦਾ ਹੀ ਹੈ। ਪੁਰਾਣੇ ਮੁਹੱਲੇ ਤੁਰਦੇ ਤੁਰਦੇ ਮੈਨੂੰ ਇੱਕ ਪਲ ਲੱਗਦਾ ਹੈ ਮੈਂ ਤਾਂ ਉਹਦੇ ਘਰ ਅੱਗੇ ਹੀ ਖਲੋਤਾ ਹਾਂ। ਉਦੋਂ ਕਿੱਡਾ ਵੱਡਾ ਲੱਗਦਾ ਹੁੰਦਾ ਸੀ, ਅਤੇ ਹੁਣ ਨਿਰਾ 8-10 ਮਰਲੇ ਦਾ ਘਰ ਹੈ, ਪੁਰਾਣਾ ਜਿਹਾ, ਜਿਸ ਉੱਤੇ ਕਿੰਨੇ ਵਰ੍ਹੇ ਹੋ ਗਏ ਨੇ ਕਿਸੇ ਟਕਾ ਨਹੀਂ ਲਾਇਆ। ਵਣ ਤੋਂ ਅਗਦੋਂ ਦਾ ਬਣਿਆ ਹੋਇਆ ਘਰ ਹੈ, ਅਤੇ ਦਰਜ਼ਾਂ ਵਿੱਚੋਂ ਮਿੱਟੀ ਪੁਰਦੀ ਰਹਿੰਦੀ ਹੈ। ਰਾਤ ਕਿੰਨੀ ਗੂੜ੍ਹੀ ਹੋ ਗਈ ਹੈ। ਗਿੱਲੀ ਹਵਾ ਨੇ ਰਾਤ ਦੇ ਹਨੇਰ ਵਿੱਚ ਪਾਣੀ ਦੀ ਇੱਕ ਅਣਡਿੱਠੀ ਅਣਛੋਈ ਤਾਰ ਜਿਹੀ ਬਣਾਈ ਹੋਈ ਹੈ। ਯਾਦ ਦੀ ਨੀਲੀ ਲਾਟ ਨੇ ਅੰਦਰ ਪਈ ਹਰ ਸ਼ੈ ਨੂੰ ਪੁਖਾ ਦਿੱਤਾ ਹੈ। ਪੁਰਾਣੇ ਵੇਲਿਆਂ ਵਿੱਚ ਜਦ ਉਹ ਚਿਰਕੇ ਘਰ ਆਉਂਦਾ ਸੀ ਅਤੇ ਐਵੇਂ ਇੱਕ ਪਲ ਉਹਦੀ ਬਾਰੀ ਅੱਗੇ ਅਜਕ ਜਾਂਦਾ ਸੀ। ਯਾਰ ਬੇਲੀ ਅੱਗੇ ਲੰਘ ਜਾਂਦੇ ਸਨ, ਉਹਨੂੰ ਲੱਗਣਾ ਜਿਵੇਂ ਬਾਰੀ ਪਿੱਛੇ ਕੋਈ ਜੀਅ ਜਾਗਦਾ ਪਿਆ ਹੈ। ਪੌਂਦ ਨੀਲ ਅਸਮਾਨ ਹੁੰਦਾ ਹੈ, ਪਰ ਵੇਲਾ ਉਹਨੂੰ ਕਸਮੇਲਾ ਕਰ ਦਿੰਦਾ ਹੈ। ਯਾਦ ਉਸ ਨੂੰ ਸਲੇਟੀ ਸ਼ਾਮ ਕਰ ਦਿੰਦੀ ਹੈ, ਗੂੜੀ ਰਾਤ ਬਣਾ ਦਿੰਦੀ ਹੈ। ਕੋਈ ਮਕਾਮ ਹੈ ਅਸਲ ਅਤੇ ਸੁਪਨੇ ਵਿਚਕਾਰ, ਜਿੱਥੇ ਅਸੀਂ ਜਿਉਂਦੇ ਮਰਦੇ ਰਹਿੰਦੇ ਹਾਂ।
ਇੱਕ ਪਲ ਜਾਪਦਾ ਹੈ ਜਿਵੇਂ ਉਹਦੇ ਘਰ ਦੀ ਬਾਰੀ ਖੁੱਲ੍ਹੀ ਹੈ, ਪਹਿਲੀ ਤੇ ਛੇਕੜਲੀ ਵਾਰ, ਤੇ ਚਾਨਣ ਦੀ ਇੱਕ ਲੰਬੀ ਲਕੀਰ ਜਿਹੀ ਸਿੱਧੀ ਗਲੀ ਦੀ ਪੱਕੀ ਸੜਕ ਉੱਤੇ ਖਲੋ ਗਈ ਹੈ। ਮੀਂਹ ਨਾਲ ਭਿੱਜੀ ਸੜਕ ਨੂੰ ਚਾਨਣ ਦੀ ਇਹ ਲਕੀਰ ਸ਼ੀਸ਼ਾ ਕਰ ਦਿੰਦੀ ਹੈ। ਬਾਰੀਓਂ ਓਲੇ ਜਿੱਥੋਂ ਚਾਨਣ ਦੀ ਲਕੀਰ ਛੋਂਦੀ ਹੈ, ਇੱਕ ਆਵਾਜ਼ ਜਿਹੀ ਉਹਦੇ ਕੰਨੀ ਪੈਂਦੀ ਹੈ, ਬੈਰੀ ਜਾ ਘਰ ਜਾ ਕੇ ਸੌਂ ਜਾ। ਵਾਹ ਵਾਹ, ਕਮਾਲ ਹੈ। Walking in the old mohalla, it is as if he is standing in front of her house. At that time, it appeared to be such a big house, but it was just a small house on a tiny lot. It was old, from the time before partition, and no one had spent anything on it for many years. Mud oozed from the fissures in the walls. The dark night thickened. The wet air created an unseen, untouched wire in the extreme darkness of the night. The blue flame of remembrance has occurred, everything inside. In old time, when out late, he would stop beneath her window and his friends would go on ahead. It seemed to him that someone was awakening behind the window. Our beginning is like a blue sky. Time makes it dull and grey. Remembrance turns into the deep blue of evening. Remembrance turns it into the deep blue of evening before it becomes a thick night. There is some other place between dream and reality where we live and die. Wow. It appears that her window has opened for the first and last time. A long straight line of light stretches down the road, making the drenched road shine like glass. From behind the window, where the light leaks out, a voice seems to emerge. Go home, Barry, and sleep. ਵਾਹ, ਜ਼ਬਰਦਸਤ। ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਭ ਨੂੰ ਨੋਸਟੈਲਜਿਕ ਕਰ ਦਿੱਤਾ। ਉਹਨਾਂ ਨੇ ਕੀਤਾ ਜੀ। ਇੱਕ ਗੱਲ ਮੈਂ ਥੋੜੀ ਜਿਹੀ ਇਹਨਾਂ ਦੀ 1 ਮਿੰਟ ਦੀ ਗੱਲ ਦੀ ਜੀ ਜੀ 1 ਮਿੰਟ ਹੋਏਗਾ, ਫਿਰ ਉਹਦੇ ਬਾਅਦ ਜ਼ੁਬੈਰ ਸਾਹਿਬ ਨਾਲ ਗੱਲ ਕਰਾਂਗੇ। ਰਵਿਸ਼ ਸਾਹਿਬ ਨੇ ਬੜੀ ਜ਼ਬਰਦਸਤ ਗੱਲ ਕੀਤੀ ਕਿ ਬਾਕੀ ਪੰਜਾਬੀ ਜਿਹੜੇ ਲਿਖਣ ਵਾਲੇ ਤੋਂ ਬੜੀ ਡਿਫਰੈਂਟ ਹੈ ਤੇ ਅਰਬਨ ਲਾਹੌਰ ਦੀ ਕਹਾਣੀ ਹੈ। ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਕਿ ਇਹਦੀ ਬਿਊਟੀ ਇਹੀ ਹੈ ਕਿ ਇਹਨਾਂ ਨੇ ਜਿਹੜਾ ਆਰਟਿਸਟਿਕ ਐਸਪੈਕਟ ਹੈ ਨਾ ਉਹਨੂੰ ਸੁਪਰੀਮ ਰੱਖਿਆ, ਤੇ ਕੋਈ ਇਲਮੀਅਤ ਜਤਾਉਣ ਦੀ ਜਾਂ ਕੋਈ ਪ੍ਰਚਾਰ ਕਰਨ ਦੀ ਜਾਂ ਕਲੀਸ਼ੇਟ ਕਰਨ ਦੀ ਇਹਨੂੰ ਮਤਲਬ ਠੀਕ ਔਖਾ ਨਹੀਂ ਕੀਤਾ। ਦੈਟ ਇਜ਼ ਇਟਸ ਬਿਊਟੀ। ਜੀ ਥੈਂਕ ਯੂ ਜੀ 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 ਜ਼ੁਬੈਰ ਸਾਹਿਬ, ਤੁਸੀਂ ਔਖਾ ਕਿਉਂ ਨਹੀਂ ਕੀਤਾ? ਤੁਸੀਂ ਔਖਾ ਕਰਕੇ ਇਹ ਰੋਕ ਪਾ ਸਕਦੇ ਸੋ ਕਿ ਤੁਸੀਂ ਬਹੁਤ ਵੱਡੇ ਪੰਜਾਬੀ ਦਾਨ ਹੋ। ਉਹ ਪੈਬਲੋ ਨਰੋਦਾ ਦੀ ਇੱਕ ਲਾਈਨ ਹੈ, ਮੈਨੂੰ ਐਗਜ਼ੈਕਟ ਨਹੀਂ ਯਾਦ। ਉਹ ਕਹਿੰਦਾ ਕਿ ਸ਼ਾਇਰੀ ਕਿੱਥੋਂ ਆਈ, ਤਾਂ ਉਹ ਕਹਿੰਦਾ ਸ਼ਾਇਰੀ ਗਲੀ ਵਿੱਚੋਂ ਆਈ, ਸ਼ਾਇਰੀ ਬੂਹੇ ਬਾਰੀਆਂ 'ਚੋਂ ਆਈ, ਦਰਖਤਾਂ 'ਚੋਂ ਆਈ, ਅਸਮਾਨ ਤੋਂ ਆਈ, ਪਤਾ ਨਹੀਂ ਕਿੱਥੋਂ ਆਈ, ਸ਼ਾਇਰੀ ਕਿੱਥੋਂ ਆਈ। ਅਤੇ ਇਹ ਵਿੱਚ ਹਲਕਾ ਜਿਹਾ ਮੈਂ ਇਸ਼ਾਰਾ ਕੀਤਾ ਸੀ ਕਿ ਮੈਂ ਰਿਹਾ ਕ੍ਰਿਸ਼ਨ ਨਗਰ ਅਤੇ ਉਹ ਛੱਡਣਾ ਪਿਆ ਸਾਨੂੰ ਘਰ। ਤੋ ਮੈਂ ਫਿਰ ਇੰਨਾ ਜ਼ਿਆਦਾ ਮੇਰੇ ਅੰਦਰ ਗੁੱਸਾ ਸੀ ਕਿ ਮੈਂ 8-10 ਸਾਲ 12 ਸਾਲ ਉਸ ਜਗ੍ਹਾ ਵਾਪਸ ਨਹੀਂ ਗਿਆ, ਅਤੇ ਉਸ ਫਿਰ ਯਾਦ ਵਿੱਚ ਮੈਂ ਕਹਾਣੀਆਂ ਲਿਖੀਆਂ। ਅਤੇ ਮੈਂ ਆਈਡੀਆਲੋਜੀ ਜਿਹੜੀ ਆ ਉਹਦੇ ਲਈ ਕਹਾਣੀ ਨਹੀਂ ਲਿਖਦਾ। ਮੈਂ ਕੋਈ ਇਨਕਲਾਬ ਨਹੀਂ ਲਿਆਉਣਾ ਚਾਹੁੰਦਾ ਆਪਣਾ ਲਿਟਰੇਚਰ ਲਿਖ ਕੇ। ਉਹ ਇੱਕ ਵੱਡਾ ਜਿਹਾ ਕੰਮ ਹੈ, ਉਹ ਮੇਰੇ ਮਾੜੇ ਬੰਦੇ ਕੋਲ ਨਹੀਂ ਹੁੰਦਾ। ਮੈਂ ਕਹਿੰਦਾ ਮੇਰੀ ਕਹਾਣੀ ਅਗਰ ਕਿਸੇ ਨੂੰ ਟੱਚ ਕਰਦੀ ਹੈ, ਉਹਨੂੰ ਨਰਮ ਕਰ ਦਿੰਦੀ ਹੈ, ਉਹਦੀ ਅੱਖਾਂ 'ਚ ਅਥਰੂ ਆ ਜਾਂਦੇ ਨੇ, ਔਰ ਉਹ ਕਹਿੰਦਾ ਨਹੀਂ ਸਾਨੂੰ ਚੰਗਾ ਹੋਣਾ ਚਾਹੀਦਾ। ਇਹੀ ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਇਸ ਤਰ੍ਹਾਂ ਹੀ ਕਹਾਣੀਆਂ ਮੈਂ ਸਪੌਂਟੇਨੀਅਸ ਲਿਖੀਆਂ ਨੇ, ਇੱਕੋ ਹੀ ਰੋਹ ਦੇ ਵਿੱਚ ਬੈਠ ਕੇ। ਅਤੇ ਪਤਾ ਨਹੀਂ ਆਮਦ ਹੈ ਕਿ ਕੀ ਹੈ, ਬਾਕੀ ਉਹਦੀ ਸਫਾਈ ਸੁਥਰਾਈ ਸਾਰੀ ਉਹਦੇ ਨਾਲ ਬੰਦੇ ਨੂੰ ਕਰਨੀ ਪੈਂਦੀ ਹੈ। ਅਤੇ ਜਿਹੜੀਆਂ ਹੈ ਨੇ ਥਾਵਾਂ ਜਿਹੜੀਆਂ ਨੇ ਉਹ ਕਰੈਕਟਰ ਵੀ ਹੁੰਦੀਆਂ ਨੇ, ਅਤੇ ਉਹ ਮੇਰੀ ਕਹਾਣੀ ਜੋ ਕਰੈਕਟਰ ਬਣ ਕੇ ਆਉਂਦੀਆਂ ਨੇ ਉਹਦੇ ਦੇ ਵਿੱਚ ਸਾਰਾ। ਅਤੇ ਮੈਨੂੰ ਖੁਦ ਨਹੀਂ ਸੀ ਸਾਰਾ ਜਿਹੜੀ ਸਾਰੀ ਬਹੁਤ ਜ਼ਿਆਦਾ ਉਹਦੀ ਜਿਹੜੀ ਹੈ ਰਿਕਗਨੀਸ਼ਨ ਹੋਈ ਹੈ ਇਹਨਾਂ ਕਹਾਣੀਆਂ ਦੀ, ਕਿਤਾਬਾਂ ਦੀ। ਔਰ ਮਰਫੀ ਨੇ ਖੁਦ ਜਿਹੜਾ ਨਾ
ਕਹਾਣੀਆਂ ਉਹਨੇ ਖੁਦ ਡਿਸਾਈਡ ਕੀਤਾ, ਮੈਂ ਨਹੀਂ ਉਹਨੂੰ ਕਿਹਾ ਕਿ ਤੂੰ ਇਹ ਕਰ, ਉਹਨੂੰ ਲੱਗਾ ਕਿ ਇਹ ਹੋਣੀਆਂ ਚਾਹੀਦੀਆਂ। ਬਸ ਹੋਰ ਕੋਈ ਅਗਰ ਕੋਈ ਸਵਾਲ ਦੋਸਤ ਕਰਨਾ ਚਾਹੁੰਦੇ ਨੇ। ਜ਼ੁਬੈਰ ਸਾਹਿਬ, ਮੇਰਾ ਨਾਮ ਹਾਮਿਦ ਗੋਂਦਲ ਹੈ, ਮੈਂ ਪੰਜਾਬੀ 'ਚ ਹੀ ਗੱਲ ਕਰਾਂਗਾ। ਪੇਸ਼ੇ ਦੇ ਲਿਹਾਜ਼ ਤੋਂ ਮੈਂ ਵਕੀਲ ਹਾਂ, ਅਤੇ ਸ਼ਾਇਦ ਮੇਰੀ ਕਿਸੇ ਪੇਟੀ ਭਰਾ ਦੀ ਗਲਤੀ ਨਾਲ ਤੁਸੀਂ ਆਪਣਾ ਕ੍ਰਿਸ਼ਨ ਨਗਰ ਵਾਲਾ ਘਰ ਤੁਹਾਨੂੰ ਛੋੜਨਾ ਪੈ ਗਿਆ, ਤਾਂ ਮੈਂ ਉਹਦੀ ਜਨਾਬ ਮਾਜ਼ਰਤ ਵੀ ਕਰਨਾ ਕਿ ਸ਼ਾਇਦ ਤੁਹਾਨੂੰ ਵਕੀਲ ਸਾਹਿਬ ਕੋਈ ਨਲਾਇਕ ਮਿਲੇ ਸਨ। ਸਰ, ਅਸੀਂ ਤੁਸੀਂ ਸਾਰੇ ਬਜ਼ੁਰਗ ਹੋ, ਅਦਬੀ ਲਿਹਾਜ਼ ਨਾਲ ਸ਼ਾਇਦ ਮੈਡਮ ਨੂੰ ਕੱਢ ਦਿੰਦੇ ਹਾਂ, ਮੈਡਮ ਬਜ਼ੁਰਗੀ ਦਾ ਮਾਈਂਡ ਨਾ ਕਰ ਜਾਣ, ਅਤੇ ਤੁਹਾਨੂੰ ਤੁਹਾਡੇ ਵੀ ਵਾਲ ਕਹਿੰਦੇ ਤੁਹਾਨੂੰ ਵੀ ਕੱਢ ਦਿੱਤਾ ਉਹਨਾਂ ਦਾ ਕੀ ਕਸੂਰ ਸਰ। ਅਸੀਂ ਤੁਹਾਡੇ ਵਾਲ ਮੇਰੇ ਵਰਗੇ ਨੇ। ਜ਼ੁਬੈਰ ਸਾਹਿਬ, ਅਸੀਂ ਨਾ ਵੱਡੇ ਹੋਏ ਤਾਂ ਅਸੀਂ ਬਾਰਡਰੋਂ ਪਾਰੋਂ लिटरेचर पढ़ा खुशवंत सिंह साहब का, तो असी आप लोग तो उस फील्ड में बहुत ज़्यादा आगे हैं, तो मेरा ये नोवाइस उस पर ओपिनियन होगा, इट इज़ नॉट एन एक्सपर्ट ओपिनियन। ਜਿਹੜਾ ਸਾਵਣ ਨੂੰ ਖੁਸ਼ਵੰਤ ਸਿੰਘ ਸਾਹਿਬ ਆਪਣੇ ਅੰਗਰੇਜ਼ੀ ਨਾਵਲ ਦਿੱਲੀ 'ਚ ਪੋਰਟਰੇ ਕਰਦੇ ਨੇ ਨਾ, ਉਹ ਨਾਵਲ ਕੋਈ ਡਿਫੈਂਸ ਦਾ ਰਾਈਟਰ ਜਾਂ ਮੋਹਸਿਨ ਹਾਮਦ ਸਾਹਿਬ ਉਹਨੂੰ ਨਹੀਂ ਲਿਖ ਸਕਦੇ। ਤੁਸੀਂ ਮੈਂ ਉਮੀਦ ਹੈ ਕਿ ਮੈਂ ਤੁਹਾਨੂੰ ਬੜੀ ਗੱਲ ਸਮਝਾ ਪਾ ਰਿਹਾ ਸਰ। ਗੱਲ ਤੁਹਾਡੀ ਸਮਝ ਆ ਰਹੀ। ਜਿਹੜੇ ਸਾਡੇ ਲੋਕਲ ਮੌਸਮ ਨੇ ਨਾ, ਉਹ ਲੋਕਲ ਆਥਰ ਹੀ ਅੱਛਾ ਅਬਜ਼ਰਵ ਵੀ ਕਰ ਸਕਦਾ ਹੈ ਉਹਨਾਂ ਨੂੰ। ਜਿਹੜਾ ਮੋਹਸਿਨ ਹਾਮਦ ਹੈ ਨਾ, ਉਹਦਾ ਲਾਹੌਰ ਪਾਰਟੀ ਹਾਊਸ ਤੇ ਖਤਮ ਹੋ ਜਾਂਦਾ, ਹਾਂ ਬਿਲਕੁਲ, ਹਾਲਾਂਕਿ ਉੱਥੋਂ ਅਸਲ ਲਾਹੌਰ ਸ਼ੁਰੂ ਹੁੰਦਾ। ਹਾਂਜੀ, ਹੁਣ ਸਰ ਮੇਰਾ ਸਵਾਲ ਇਹ ਹੈ ਕਿ ਅਗਰ ਤੁਸੀਂ ਸਾਨੂੰ ਅਗਲੀ ਇੱਕ ਕਹਾਣੀ ਆਪਣੀ ਅੰਗਰੇਜ਼ੀ 'ਚ ਲਿਖ ਕੇ ਦਿਓਗੇ ਨਾ, ਤੇ ਮੇਰਾ ਖਿਆਲ ਹੈ ਕਿ ਉਹ ਸਾਡੇ ਲੋਕਲ ਇੰਪ੍ਰੈਸ਼ਨ ਨੂੰ ਬਹੁਤ ਜ਼ਿਆਦਾ ਉਸ ਕੈਨਵਸ 'ਤੇ ਪੋਰਟਰੇ ਕਰੇਗੀ, ਜਿਹੜਾ ਇੱਕ ਅੰਗਰੇਜ਼ੀ ਆਥਰ ਜਾਂ ਟਰਾਂਸਲੇਟਰ ਉਹਨੂੰ ਕਨਵੇ ਨਹੀਂ ਕਰ ਸਕਦਾ। ਜੋ ਮੈਂ ਸਮਝੀ ਆ ਨਾ, ਉਹ ਇਹ ਕਹਿਣਾ ਚਾਹ ਰਹੇ ਨੇ ਕਿ ਪੰਜਾਬੀ ਦੀ ਹੀ ਗੱਲ ਕਰਨੇ ਆ, ਪੰਜਾਬ ਦੀ ਹੀ ਗੱਲ ਕਰਨੇ ਆ, ਪਰ ਅਸੀਂ ਆਪਣੀ ਗੱਲ ਕਿਰੇ ਪਹੁੰਚਾਉਣ ਵਾਸਤੇ ਅੰਗਰੇਜ਼ੀ 'ਚ ਆਪ ਕਰਨੇ ਆ। ਉਹ ਐਕਸਪੈਰੀਮੈਂਟ ਤੁਹਾਡੇ ਕੋਲ ਕਰਾਉਣਾ ਚਾਹ ਰਹੇ ਨੇ। ਅੱਛਾ, ਚਲੋ ਹੁਣ ਮੇਰੀ ਉਮਰ ਤਾਂ ਨਹੀਂ ਰਹੀ ਵੈਸੇ। ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ, ਮੈਂ 2006 ਵਿੱਚ ਹਿੰਦੁਸਤਾਨ ਗਿਆ, ਇੰਡੀਅਨ ਪੰਜਾਬ ਵੀ ਦਿੱਲੀ ਵੀ ਗਿਆ। ਉੱਥੇ ਇੱਕ ਬਹੁਤ ਵੱਡਾ ਰਾਈਟਰ ਹੈ, ਮੇਰੇ ਹਾਲ ਟੌਪ 5 ਰਾਈਟਰ 'ਚ ਕਹਾਣੀਕਾਰ ਹੈ, ਉਹਦਾ ਨਾਮ ਪ੍ਰੇਮ ਪ੍ਰਕਾਸ਼ ਜੀ। ਅਤੇ ਉਹਦੇ ਨਾਲ ਮਿਲਿਆ, ਬੜੀਆਂ ਗੱਲਾਂ ਹੋਈਆਂ, ਅਤੇ ਉਹਨੇ ਮੈਨੂੰ ਇੱਕ ਗੱਲ ਕੀਤੀ, ਉਹ ਮੈਨੂੰ ਬੜੀ ਲੜੀ। ਕਹਿਣ ਲੱਗਾ, ਯਾਰ ਅਸੀਂ ਕਾਮਰੇਡ ਵੀ ਰਹੇ ਹਾਂ, ਇਹ ਹੈ ਉਹ ਹੈ ਸਾਰਾ, ਅਸੀਂ ਕਾਮਰੇਡਾਂ ਦੀਆਂ ਕਹਾਣੀਆਂ ਨਹੀਂ ਲਿਖੀਆਂ। ਉਹ ਕਹਿੰਦਾ ਮੇਰੇ ਕਾਮਰੇਡ ਸੀ, ਉਹਦੇ ਕੋਲ ਸਾਈਕਲ ਹੁੰਦਾ ਸੀ, ਇੱਕ ਉਹਦੇ ਕੋਲ ਫਿਰ ਸਕੂਟਰ ਆ ਗਿਆ। ਇੱਕ ਦਿਨ ਮੈਨੂੰ ਦੂਰੋਂ ਆਉਂਦੇ ਦੇਖਿਆ ਨਾ, ਸਕੂਟਰ 'ਤੇ ਆ ਰਿਹਾ, ਅਤੇ ਮੈਨੂੰ ਅਜੀਬ ਜਿਹਾ ਲੱਗਾ ਕਿ ਇਹ ਸਕੂਟਰ ਆ ਗਿਆ ਇਹਦੇ ਕੋਲ। ਅਤੇ ਮੈਂ ਵੀ ਥੋੜ੍ਹਾ ਜਿਹਾ ਕੋਸ਼ਿਸ਼ ਕੀਤੀ ਹੈ ਕਿ ਕਾਮਰੇਡਾਂ ਦੀਆਂ ਜਿਹੜੀਆਂ ਨੇ ਉਹ ਕਹਾਣੀਆਂ ਲਿਖੀਆਂ ਜਾਣ, ਜਿਨ੍ਹਾਂ ਦੀਆਂ ਕਹਾਣੀਆਂ ਕੋਈ ਨਹੀਂ ਲਿਖਦਾ, ਉਹਨਾਂ ਦੀਆਂ ਕਹਾਣੀਆਂ ਕੋਈ ਨਹੀਂ ਲਿਖਦਾ, ਅਤੇ ਉਹ ਵੀ ਆਮ ਜਿਹੇ ਬੰਦੇ ਹੀ ਹੁੰਦੇ ਨੇ, ਉਹਨਾਂ ਨੇ ਵੀ ਧੀਆਂ ਵਿਆਹਣੀਆਂ ਹੁੰਦੀਆਂ ਨੇ, ਉਹਨਾਂ ਦੇ ਵੀ ਵਾਲ ਹੁੰਦੇ ਨੇ, ਸਾਰਾ ਕੁਛ ਹੁੰਦਾ। ਬਿਲਕੁਲ ਜੀ। ਕਿਸੇ ਹੋਰ ਦੀ ਕੋਈ ਸਵਾਲ ਜੀ? ਹੁਣੀ ਜਲਾਲਪੁਰੀ ਸਾਹਿਬ ਦੀ ਗੱਲ ਹੋਈ, ਔਰ ਫਲਸਫੇ ਦੀ ਗੱਲ ਹੋਈ, ਔਰ ਫਿਰ ਟਰਾਂਸਲੇਸ਼ਨ ਦੀ ਗੱਲ ਹੋਈ, ਅਤੇ ਹੁਣੀ ਸਾਨੂੰ ਟਰਾਂਸਲੇਸ਼ਨ ਦੀ ਕਮੀ ਤਾਂ ਹੁਣੀ ਨਜ਼ਰ ਆ ਗਈ ਹੈ ਕਿ ਤੇਲੇ ਨੂੰ ਤੁਸੀਂ ਨਥਿੰਗ ਸਪੈਂਡ ਹੀ ਚੇਂਜ ਨਹੀਂ ਕਰ ਸਕਦੇ ਹੋ। ਠੀਕ, ਤੇਲਾ ਹੀ ਹੈ, ਉਹ ਤੇਲਾ ਤੁਸੀਂ ਕਿਸੇ ਸੂਰਤ ਵਿੱਚ ਉਹਨੂੰ ਟਰਾਂਸਲੇਟ ਨਹੀਂ ਕਰ ਸਕਦੇ ਹੋ। ਮੈਂ ਵਟ ਯੂ ਆਰ ਸੇਇੰਗ ਅਬਾਊਟ ਦੀ ਫਿਲਾਸਫੀ, ਮੈਂ ਸਟੂਡੈਂਟ ਹਾਂ ਫਿਲਾਸਫੀ ਦਾ। ਸਾਡਾ ਸਭ ਤੋਂ ਵੱਡਾ ਪ੍ਰੋਬਲਮ ਇਸ ਫਿਲਾਸਫੀ ਦੀ ਰਹੀ ਹੈ ਕਿ ਜਦੋਂ ਟਰਾਂਸਲੇਸ਼ਨ ਸਾਡੇ ਕੋਲ ਫॉर द ਕ੍ਰਿਟਿਕ ਆਫ ਪਿਓਰ ਰੀਜ਼ਨ ਦੀ ਜੋ ਗੱਲ ਕਰਦੇ ਹੋ, ਉਹ 7 ਜਾਂ 8 ਵਾਰੀ ਸਾਨੂੰ ਪੜ੍ਹਨੀ ਪੈਂਦੀ ਸੀ ਜਦੋਂ ਮੈਂ ਗਵਰਨਮੈਂਟ ਕਾਲਜ ਸੀ, ਕਿਉਂਕਿ ਉਹ ਟਰਾਂਸਲੇਸ਼ਨ ਮੇਰੇ ਕੋਲ ਆਈ ਸੀ। ਲੇਕਿਨ ਸਾਡੇ ਟੀਚਰ, ਕਿਉਂਕਿ ਸ਼ਾਹਿਦ ਹੁਸੈਨ ਸਾਹਿਬ ਸਨ, ਜਰਮਨ ਸਮਝਦੇ ਸਨ, ਥੋੜ੍ਹੀ ਬਹੁਤ ਫਰੈਂਚ ਵੀ ਸਮਝਦੇ ਸਨ, ਫਿਰ ਸਾਨੂੰ ਉਹਨਾਂ ਨੂੰ ਲੈਕਚਰ ਜਿਹੜੇ ਸਨ ਨਾ, ਉਹ ਸਾਨੂੰ ਲਿਖਣੇ, ਉਹ 'ਤੇ ਜਾ ਕੇ ਅਸੀਂ ਕ੍ਰਿਟਿਕ ਆਫ ਪਿਓਰ ਰੀਜ਼ਨ ਦੀ ਕੁਛ ਸਮਝਣ ਦੀ ਕੋਸ਼ਿਸ਼ ਕੀਤੀ। ਟਰਾਂਸਲੇਸ਼ਨ ਦਾ ਬੈਰੀਅਰ ਤੁਸੀਂ ਖ਼ਤਮ ਨਹੀਂ ਕਰ ਸਕਦੇ ਹੋ। ਨੋਸਟੈਲਜੀਆ ਦੀ ਸਾਰੀ ਗੱਲ ਹੋਈ, ਸਰ ਜੀ ਨੋਸਟੈਲਜੀਆ ਹੈ ਕਿ ਥਿੰਕਿੰਗ ਲੀਨੀਅਰ ਹੈ, ਠੀਕ ਹੈ। ਨੋਸਟੈਲਜੀਆ ਜਿਹੜਾ ਨਾ, ਉਹ ਮੈਮਰੀ ਹੈ। ਤਾਂ ਤੁਸੀਂ ਮੈਂ ਜਦੋਂ ਇਹ ਜੇ ਕਹਿੰਦੇ ਨਾ ਤੁਸੀਂ ਕਿ ਉਹ ਪਿੱਛੇ ਚਲੇ ਜਾਂਦੇ ਨੇ, ਅੱਗੇ ਆ ਜਾਂਦੇ ਨੇ, ਤਾਂ ਦਿਸ ਇਜ਼ ਦ ਨੋਸਟੈਲਜੀਆ। ਆਈ ਮੀਨ ਮੈਮਰੀਜ਼ ਆਰ ਦ ਨੋਸਟੈਲਜੀਆ। ਔਰ ਸੈਕੰਡਲੀ ਹਰ ਆਦਮੀ 50+ ਦੇ ਬਾਅਦ ਹੀ नॉस्टैल्जिक होता जे। उससे पहले तो शाम का बाई मुयसर तश्त इम्कानात में भागते सायों के पीछे भागते दिन कट गए। नॉस्टैल्जिया तो आंदा ही उदों है जो तुसी सुकून नाल बैठदे हो। तो सर ये जेहड़ी मैं हुण आई एम कमिंग टू यू, मेरी रिक्वेस्ट है कि सिंस यू आर ए इंग्लिश राइटर, इंग्लिश टीचर, we need something of you which you have already produced in Punjabi in English language. That would be a great help to people like you. दूसरी डिमांड है कि अपनी ट्रांसलेशन आप करो। ਜਿਹੜਾ ਹੈਗਾ ਨਾ ਨੋਸਟੈਲਜੀਆ, ਬੜਾ ਵੱਡਾ ਇੱਕ ਨਾਂ ਹੈ ਇੰਤਜ਼ਾਰ ਹੁਸੈਨ ਦਾ, ਅਤੇ ਉਹ 25, 26, 27 ਸਾਲ ਦਾ ਸੀ ਜਦੋਂ ਉਹਨੂੰ ਆਪਣਾ ਆਬਾਈ ਛੱਡ ਕੇ ਆਉਣਾ ਪਿਆ ਹਿੰਦੁਸਤਾਨ ਤੋਂ।
ਔਰ ਸਾਰੀ ਉਮਰ ਫਿਰ ਉਹ, ਬਲਕਿ ਸਫਦਰ ਮੀਰ ਕਹਿੰਦਾ ਸੀ ਇਹਦਾ ਮੂੰਹ ਪਿੱਛੇ ਲੱਗਾ ਹੈ। ਇੰਨਾ ਜ਼ਿਆਦਾ ਜਿਹੜਾ ਨਾ ਉਹ ਨੋਸਟੈਲਜੀਆ 'ਤੇ ਲਿਖਦਾ। ਲੇਕਿਨ ਮੈਂ ਉਹਨੂੰ ਜਿਹੜਾ ਨਾ ਮੈਂ ਨੋਸਟੈਲਜੀਆ ਨਹੀਂ ਲਿਖਦਾ, ਸਿਰਫ ਮੇਰੀ ਕਹਾਣੀ ਹਮੇਸ਼ਾ ਪ੍ਰੈਜ਼ੈਂਟ ਤੋਂ ਸ਼ੁਰੂ ਹੁੰਦੀ ਹੈ ਕਿ ਇਹ ਇੱਕ ਮਸਲਾ ਹੈਗਾ, ਉਹ ਇਹਦਾ ਉਹਦੇ ਮਸਲੇ ਦਾ ਇੱਕ ਰੂਟ ਹੈਗੇ ਨੇ, ਰੂਟ 'ਤੇ ਉਹਦੇ ਨਾਲ ਪਿੱਛੇ ਜਾਂਦਾ, ਫਿਰ ਪ੍ਰੈਜ਼ੈਂਟ 'ਚ ਆ ਜਾਂਦਾ, ਉਹਦੇ ਵਿੱਚ ਆ ਜਾਂਦਾ। ਇਹ ਜਿਹੜਾ ਹੈ ਉਹਦੇ 'ਚ ਥੋੜ੍ਹਾ ਜਿਹਾ ਹੈ, ਲੇਕਿਨ ਨੋਸਟੈਲਜੀਆ ਐਡਾ ਭੈੜਾ ਤੇ ਲਫ਼ਜ਼ ਨਹੀਂ ਹੈ। ਅਸੀਂ ਬਣਾ ਦਿੱਤਾ ਹੈ ਕਿ ਬਾਬੇ ਪੁਰਾਣੀਆਂ ਗੱਲਾਂ ਕਰਦੇ ਨੇ, ਕਿ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ, ਉਹ ਕਰਦੇ ਨੇ ਗੱਲਾਂ, ਉਹ ਇਹਨੂੰ ਮੈਂ ਐਡਾ ਮਾਈਂਡ ਵੀ ਨਹੀਂ ਕਰਨਾ ਚਾਹੀਦਾ। ਹਾਂ, ਇੱਕ ਛੋਟੀ ਜਿਹੀ ਮੈਂ ਗੱਲ ਇਸੇ ਕੰਟੈਕਸਟ 'ਚ ਐਡ ਕਰਨਾ ਚਾਹੁੰਦਾ ਹਾਂ ਕਿ 10 ਮਿੰਟ ਹੈ ਜੀ ਜੀ ਜੀ। ਅੱਛਾ, ਇੱਕ ਤੇ ਮੈਨੂੰ ਇੰਝ ਲੱਗਦਾ ਹੈ ਕਿ ਮਸਲਨ ਮੀਆਂ ਮੁਹੰਮਦ ਬਖਸ਼ ਦੀ ਇੱਕ ਲਾਈਨ ਹੈ ਕਿ ਲਾ ਪ੍ਰੀਤ ਮੁਹੰਮਦ ਜਿਸ ਥੀ ਜੱਗ ਵਿੱਚ ਰਹੇ ਕਹਾਣੀ। ਇੱਥੇ ਮੀਆਂ ਸਾਹਿਬ ਨੇ ਜਿਹੜੀ ਕਹਾਣੀ ਵਰਤੀ ਹੈ, ਮੈਨੂੰ ਇੰਝ ਲੱਗਦਾ ਹੈ ਕਿ ਹੁਣ ਤੱਕ ਦੀ ਜਿਹੜੀ ਸਿਵਲਾਈਜੇਸ਼ਨਲ ਜਰਨੀ ਹੈ ਉਹਦੇ ਵਿੱਚ ਇਨਸਾਨ ਦੀ ਜਿਹੜੀ ਸਭ ਤੋਂ ਵੱਡੀ ਉਪਜ ਹੈ ਤਖਲੀਕੀ ਸਤਹ 'ਤੇ, ਉਹ ਕਹਾਣੀ ਹੀ ਹੈ। ਯਾਨੀ ਮੇਰੇ ਨਜ਼ਦੀਕ ਦੁਨੀਆ ਦੀ ਸਭ ਤੋਂ ਕੰਪਲੈਕਸ ਅਚੀਵਮੈਂਟ ਅਗਰ ਹੈ ਹਿਊਮਨ ਹਿਸਟਰੀ ਦੇ ਵਿੱਚ, ਤੇ ਉਹ ਕੋਈ ਟੈਕਨੋਲੋਜੀਕਲ ਐਡਵਾਂਸਮੈਂਟ ਸ਼ਾਇਦ ਨਹੀਂ, ਉਹ ਕਹਾਣੀ ਹੈ। ਔਰ ਇਹ ਹੀ ਵਜ੍ਹਾ ਹੈ ਕਿ ਜਿਹੜੇ ਜ਼ੁਬੈਰ ਸਾਹਿਬ ਦੀ ਨੇ ਜ਼ਿੰਦਗੀ ਨੂੰ ਜਿਹੜਾ ਰੀਲਿਵ ਔਰ ਰੀਇਨਵੈਂਟ ਔਰ ਰੀਕਾਲ ਕੀਤਾ, ਉਹ ਕਹਾਣੀ ਰਾਹੀਂ ਕੀਤਾ ਹੈ। ਅੱਛਾ, ਇਹਨਾਂ ਦੇ ਹਾਂ ਨਾ ਡਿਸਪਲੇਸਮੈਂਟ ਦੀਆਂ 3-4 ਸ਼ਕਲਾਂ ਨੇ। ਇੱਕ ਤੇ ਇਹ ਉਹ ਨਸਲ ਹੈ ਜਿਹੜੀ ਡਾਇਰੈਕਟ ਮੁਹਾਜਰ ਨਹੀਂ ਹੋਈ, ਇਹਨਾਂ ਦੇ ਮਾਪੇ 47 ਵਿੱਚ ਆਏ, ਲੇਕਿਨ ਇਹ 58 'ਚ ਜੰਮੇ ਨੇ। ਲੇਕਿਨ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਮਾਜ਼ੀ ਜਿਹੜਾ ਹੈ ਉਹ ਇਨਸੈਪਰੇਬਲੀ ਪ੍ਰੈਜ਼ੈਂਟ ਦੇ ਵਿੱਚ ਹੁੰਦਾ ਹੈ, ਅਤੇ ਉਹ ਪੀੜ ਜਿਹੜੀ ਪੰਜਾਬੀ ਕੌਨਸ਼ੀਅਸਨੈਸ ਨੇ ਹੰਡਾਈ ਹੈ, ਉਹ ਇਹਨਾਂ ਦੀ ਪੀੜ੍ਹੀ ਨੇ ਵੀ ਹੰਡਾਈ ਹੈ। ਮਤਲਬ ਦੁਨੀਆ ਦੇ ਵਿੱਚ ਅਗਰ ਕੋਈ 4-5 ਜਿਹੜੀਆਂ ਤਹਿਜ਼ੀਬੀ ਆਈਡੈਂਟੀਟੀਜ਼ ਹੈ ਨੇ, ਉਹਨਾਂ ਵਿੱਚ ਪੰਜਾਬੀ ਅਗਰ ਇੱਕ ਵੱਖਰੀ ਕਰਕੇ ਵੇਖੀਏ ਤਾਂ ਇਹਨਾਂ ਦਾ ਜਿਹੜਾ ਹੋਲੋਕਾਸਟ ਹੈ ਉਹ 47 ਹੈ। ਹੁਣ ਉਹ 47 ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਲਾਈਨ ਹੈ ਕਿ 47 ਮੁੱਕਦਾ ਨਹੀਂ, 47 ਅਜੇ ਮੁੱਕਦਾ ਨਹੀਂ। ਅੱਛਾ, ਉਹ 47 ਇਹਨਾਂ ਵੇਖਿਆ ਤੇ ਨਹੀਂ, ਪਰ ਉਹ 47 ਇਹਨਾਂ ਦੇ ਚੇਤੇ ਵਿੱਚ ਹੈ। ਅੱਛਾ, ਹੁਣ ਇਹ ਜਿਹੜਾ ਬਟਾਲਾ ਗਏ ਨੇ ਔਰ ਉੱਥੇ ਰੁਲੇ ਨੇ ਦਾਦੇ ਦਾ ਘਰ ਲੱਭਦਿਆਂ ਔਰ ਫਿਰ ਉਹ ਪਤਾ ਨਹੀਂ ਲੱਭਾ ਵੀ ਇਹ ਕਿ ਨਹੀਂ ਲੱਭਾ, ਫਿਰ ਇੱਕ ਮਾਸੀ ਕਿਸੇ ਹੋਰ ਦਾ ਘਰ। ਇਹ ਜਿਹੜਾ ਰੋਲਾ ਹੈ ਨਾ, ਮੈਨੂੰ ਇਸ ਤਰ੍ਹਾਂ ਲਿੰਕ ਕਰ ਰਿਹਾ ਸਾਂ। ਮੈਂ 30 ਸੈਕਿੰਡ ਵਿੱਚ ਕੋਸ਼ਿਸ਼ ਕਰਾਂ ਖ਼ਤਮ ਕਰਾਂ। 540 ਵਰੇ ਈਸਾ ਦੇ ਜੰਮਣ ਤੋਂ ਪਹਿਲਾਂ ਯੂਨਾਨ ਦੇ ਇੱਕ ਫਿਲਾਸਫਰ ਨੇ, ਉਹਨੂੰ ਤਲਫਜ਼ ਡਾਕਟਰ ਸਾਹਿਬ ਬੈਠੇ ਨੇ, ਹੋ ਸਕਦਾ ਮੇਰਾ ਗਲਤ ਹੋਏ, ਪਤਾ ਨਹੀਂ, ਉਹਨੂੰ ਹੈਰਾਕਲੀਟਸ ਕਹਿਣਾ ਚਾਹੀਦਾ ਹੈ ਜੋ ਵੀ ਹੈ। ਉਹ 540 ਵਰੇ ਪਹਿਲਾਂ ਉਹਨੇ ਗੱਲ ਕੀਤੀ ਸੀ, ਯੂ ਕੈਨੋਟ ਸਟੈਪ ਟਵਾਈਸ ਇਨ ਦ ਸੇਮ ਰਿਵਰ। ਜਦੋਂ ਤੁਸੀਂ ਦੂਜੀ ਵਾਰੀ ਆਉਂਦੇ ਹੋ, ਨਾ ਉਹ ਦਰਿਆ ਹੁੰਦਾ ਹੈ, ਨਾ ਉਹ ਤੁਸੀਂ ਆਪ ਹੁੰਦੇ ਹੋ, ਲੇਕਿਨ ਪਤਾ ਨਹੀਂ ਸਾਡੇ ਅੰਦਰ ਇਹ ਬੜੀ ਡੂੰਘੀ ਕੋਈ ਇੱਛਾ ਹੈ ਉਸੇ ਦਰਿਆ ਦੇ ਵਿੱਚ ਦੁਬਾਰਾ ਜਾਣ ਦੀ। ਜ਼ੁਬੈਰ ਸਾਹਿਬ ਦੀਆਂ ਸਾਰੀਆਂ ਕਹਾਣੀਆਂ ਬੇਸਿਕਲੀ ਉਸ ਲੌਂਗਿੰਗ ਦੀਆਂ ਕਹਾਣੀਆਂ ਨੇ, ਲੇਕਿਨ ਉਹਦੇ ਵਿੱਚ ਵੇਲਾ ਇਕੇਰਾ ਨਹੀਂ ਹੈ, ਉਹ ਓਵਰਲੈਪ ਹੁੰਦਾ ਹੈ, ਕਦੀ ਅੱਗੇ ਜਾਂਦਾ ਹੈ, ਕਦੀ ਪਿੱਛੇ ਜਾਂਦਾ ਹੈ। ਮੈਂ ਕਹਿਣਾ ਚਾਹੁੰਦਾ ਸਾਂ ਕਿ ਪ੍ਰੋਬੇਬਲੀ ਜ਼ਬਰਦਸਤ ਛੋਟਾ ਜਿਹਾ ਮੈਂ ਹਲਕਾ ਜਿਹਾ ਬਹੁਤ ਪਰਸਨਲ ਗੱਲ ਹੈਗੀ ਹੈ, ਮੈਂ ਕਰ ਦਿੰਦਾ ਕਿ ਮੇਰੀ ਵਾਲਦਾ ਜਦੋਂ ਪਾਰਟੀਸ਼ਨ ਹੋਏ ਨੇ 13-14 ਸਾਲ ਦੇ ਸਨ, ਅਤੇ ਸ਼ੀ ਵਾਜ਼ ਅਰਾਊਂਡ 30 ਜਦੋਂ ਉਹਨਾਂ ਦੇ ਹਸਬੈਂਡ ਜਿਹੜੇ ਨੇ ਉਹ ਵੀ ਮੇਰੇ ਵਾਲਦ ਸਾਹਿਬ ਵੀ ਫੌਤ ਹੋ ਗਏ। ਤਾਂ ਸ਼ੀ ਲਿਵਡ ਆਲਮੋਸਟ 84 ਈਅਰ ਆਫਟਰ ਦੈਟ। ਲੇਕਿਨ ਉਹ ਸਭ ਤੋਂ ਜ਼ਿਆਦਾ 13 ਸਾਲ ਦੀਆਂ ਕਹਾਣੀਆਂ ਦੀ ਗੱਲ ਕਰਦੇ ਸਨ ਜਿਹੜੇ ਹਿੰਦੁਸਤਾਨ ਸੀ, ਜਾਂ ਉਹ ਮੇਰੇ ਪਿਓ ਦੀਆਂ ਗੱਲਾਂ ਕਰਦੇ ਸਨ ਜਿਹੜਾ ਉਹਨੇ ਕੋਈ 10-12 ਸਾਲ ਗੁਜ਼ਾਰੇ ਸਨ। ਅਤੇ ਸ਼ੀ ਲਿਵਡ ਇਨ ਮੈਮੋਰੀਜ਼। ਉਹਨੇ 50-55 ਸਾਲ ਉਹ ਯਾਦਾਂ ਦੇ ਵਿੱਚ ਹੀ ਰਹੀ। ਹੁਣ ਉਹ ਪਰਛਾਵਾਂ ਮੇਰੇ 'ਤੇ ਬਹੁਤ ਜ਼ਿਆਦਾ ਇੱਕ ਹੈ ਸੀ ਪਾਰਟੀਸ਼ਨ ਦਾ। ਬੇਸ਼ੱਕ ਮੈਂ ਪਾਰਟੀਸ਼ਨ ਨਹੀਂ ਦੇਖੀ, ਲੇਕਿਨ ਪਰਛਾਵਾਂ ਸੀ। ਇੱਕ ਉੱਥੇ ਸਾਡੇ ਇੰਝ ਦਾ ਘਰ ਸੀ, ਇੱਕ ਇਹ ਫਲ ਸੀ, ਇਹ ਖਾਂਦੇ ਸਾਂ, ਇੱਥੇ ਜਾਂਦੇ ਸਾਂ, ਉੱਥੇ ਜਾਂਦੇ, ਇਹ ਮੇਰੀਆਂ ਸਹੇਲੀਆਂ ਸੀ। ਉਹ ਥੋੜ੍ਹਾ ਜਿਹਾ ਜਿਹੜਾ ਨਾ ਉਹ ਅਨਕੌਂਸ਼ੀਅਸਲੀ ਤੁਸੀਂ ਕਹਿ ਸਕਦੇ ਹੋ ਕਿ ਉਹ ਮੇਰੀ ਕਲੈਕਟਿਵ ਵਿਜ਼ਡਮ ਬਣ ਗਈ ਤੁਹਾਡੀ, ਉਹਦੇ ਵਿੱਚ ਗਰੋਥ ਦੇ ਵਿੱਚ ਉਹ ਆਵਾਜ਼ ਸ਼ਾਮਲ ਹੈਗੀ। ਬਹੁਤ 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 ਸ਼ੁਕਰੀਆ ਜ਼ੁਬੈਰ ਸਾਹਿਬ, ਬਹੁਤ ਸ਼ੁਕਰੀਆ ਸਾਰੇ ਮਹਿਮਾਨਾਂ ਦਾ, ਬਹੁਤ ਸ਼ੁਕਰੀਆ ਗੱਲਬਾਤ ਕਰਨ ਵਾਲਿਆਂ ਦਾ। ਸਾਡੇ ਕੋਲ ਵਕਤ ਦੀ ਕਮੀ ਹੈ, ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਅਸੀਂ ਮਜ਼ੀਦ ਇੱਥੇ 2 ਘੰਟੇ ਆਰਾਮ ਨਾਲ ਗੁਜ਼ਾਰ ਸਕਦੇ ਹਾਂ ਬਗੈਰ ਜ਼ਰਾ ਜਿਹਾ ਵੀ ਅਨਕੰਫਰਟੇਬਲ ਹੋਏ। ਗੱਲਾਂ ਨੇ ਕਿ ਮੁੱਕਣ 'ਤੇ ਆਉਣਗੀਆਂ ਹੀ ਨਹੀਂ। ਜੀ ਬਿਲਕੁਲ, ਇਹ ਇੱਕ
ਜੀ ਇਹ ਕੱਲ ਵੀ ਹੋ ਸਕਦੀਆਂ ਨੇ। ਕੱਲ ਵੈਨਿਊ ਜਿਹੜਾ ਹੈ ਉਹ ਵੇ ਪੰਜਾਬੀ ਅਦਬੀ ਬੋਰਡ, ਅਕੈਡਮੀ ਆਫ ਲੈਟਰਸ ਤੇ ਜੀ ਮੈਂ ਥੋੜੀ ਜਿਹੀ ਜਿਹੜਾ ਜੀ, venue ਦਾ। ਮੈਂ ਆਪਣੇ ਸ਼ਾਜ਼ੀਆ ਚੀਮਾ ਜੀ ਔਰ ਰਵਸ਼ ਰਵਸ਼ ਨਦੀਮ ਸਾਹਿਬ ਔਰ ਅਰਸ਼ਦ ਵੀਰ ਸਾਹਿਬ, ਤਾਰਕ ਭੱਟੀ ਸਾਹਿਬ, ਨਾਜ਼ਰ ਸਾਹਿਬ ਨੂੰ ਮੈਂ ਦੇਖ ਰਿਹਾ, ਜ਼ਰਾ ਲੇਟ ਆਏ ਨੇ, ਔਰ ਮੇਰੇ ਜ਼ਹੀਰ ਸਾਹਿਬ ਬੜੇ ਪੁਰਾਣੇ ਜਿਗਰੀ ਦੋਸਤ, ਔਰ ਇਮਰਾਨ ਰਸ਼ੀਦ, ਉਹਨਾਂ ਦੀ ਮਿਸਿਸ ਬੁਸ਼ਰਾ, ਜਮੀਲ ਮੇਰਾ ਇਹਨਾਂ ਕਹਾਣੀਆਂ ਦਾ ਹੀ ਕਰੈਕਟਰ ਹੈ ਜਿਹੜਾ ਬੈਠਾ ਹੈ ਇੱਥੇ, ਮੈਂ ਜਿਹੜੀਆਂ ਲਿਖੀਆਂ ਨੇ ਲਾਹੌਰ ਦੀਆਂ, ਅਤੇ ਇਹਨਾਂ ਸਾਰਿਆਂ ਦਾ ਹੋਰ ਜਿਹੜੇ ਆਏ ਨੇ, ਬਲੈਕ ਹੋਲ ਵਾਲਿਆਂ ਦੀ ਐਡਮਿਨਿਸਟ੍ਰੇਸ਼ਨ, ਸਾਰਾ ਇਹਨਾਂ ਦੀ ਇੰਤਜ਼ਾਮੀਆ। ਮੈਂ ਤਾਂ ਪਹਿਲੀ ਦਫਾ ਆਇਆ, ਵੰਡਰਫੁਲ, ਅਮੇਜ਼ਿੰਗ, ਬਹੁਤ ਅੱਛੇ ਬੱਚੇ ਨੇ, ਬਹੁਤ ਅੱਛੇ। ਤੇ ਬਾਰ ਦਿਲ ਕਰਦਾ ਹੈ ਕਿ ਇੱਥੇ ਆ ਕੇ ਪ੍ਰੋਗਰਾਮ ਕਰੀਏ। तो थैंक्स एवरीबॉडी, ऑल ऑफ यू। बहुत शुक्रिया, बहुत मेहरबानी। कल अकैडमी ऑफ लैटर्स च ਇਹ ਹੀ ਤਕਰੀਬ ਜਿਹੜੀ ਹੈ ਉਹ ਦੁਹਰਾਈ ਜਾਏਗੀ ਨਵੇਂ ਚਿਹਰਿਆਂ ਦੇ ਨਾਲ। ਮੈਂ ਉਹਦੇ 'ਚ ਮੌਜੂਦ ਹਾਂ ਲੇਕਿਨ ਮੋਡਰੇਟ ਨਹੀਂ ਕਰ ਰਹੀ ਹੋਵਾਂਗੀ, ਰੱਜ ਕੇ ਗੱਲਾਂ ਕਰਾਂਗੀ ਮੈਂ ਅੱਜ। 4 ਵਜੇ ਜ਼ਰੂਰ ਜਿਹੜਾ ਨਾ ਇਸ ਗੱਲ ਨੂੰ ਅੱਗੇ ਵੀ ਪਹੁੰਚਾ ਦਿਓ ਅਤੇ ਗੱਲਬਾਤ ਕਰੀਏ, ਕੁਛ ਆਪਣੀ, ਕੁਛ ਮਾਂ ਬੋਲੀ ਦੀ, ਕੁਛ ਕਦੀ ਆਪਣੇ ਰੌਲਿਆਂ 'ਚ ਤਾਂ ਪਏ ਹੀ ਆ, ਪਰਾਈਆਂ ਗੱਲਾਂ ਵੀ ਕਰਨੇ ਆ, ਸਮਝਨੇ ਵੀ ਆ, ਕਦੀ ਆਪਤ ਦੀ ਗੱਲ ਵੀ ਜਿਹੜੀ ਹੈ ਨਾ ਬਹਿ ਕੇ ਕਰ ਲਈਏ ਤੇ ਬਹੁਤ ਹੀ, ਤੁਸੀਂ ਵੇਖੋਗੇ ਵੀ ਇੰਝ ਲੱਗਦਾ ਜਿਵੇਂ ਆਕਸੀਜਨ ਹੈ, ਐਸਾ ਹੀ ਫੀਲ ਹੁੰਦਾ ਹੈ ਕਿ ਬਾਕੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਦੇ ਰੌਲੇ ਨੇ ਉਹ ਤੇ ਅਸੀਂ ਨਹੀਂ ਰੁਕਣਾ, ਤੇ ਰੁਕਣਾ ਚਾਹੀਦਾ ਵੀ ਨਹੀਂ। ਤੇ ਇਸ ਗੱਲ ਨੂੰ ਲਿਖ ਦਿਓ ਸੋਸ਼ਲ ਮੀਡੀਆ 'ਤੇ ਵੀ, ਤੇ ਜਿੰਨੇ ਲੋਕ ਆਉਣਾ ਚਾਹਣ, ਜੋ ਆਉਣਾ ਚਾਹੇ, ਜ਼ਰੂਰ ਕੱਲ੍ਹ ਸ਼ਿਰਕਤ ਕਰੋ। ਤੁਹਾਡੇ ਅੱਜ ਦੇ ਆਉਣ ਦਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ ਰਹੋ।